ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਦਾ ਪ੍ਰਭਾਵ ਸਤਿਗੁਰਾਂ ਨੇ ਬਖਸ਼ਿਆ ਹੈ ਆਪਾਂ ਸਾਰਿਆਂ ਨੂੰ। ਤੇ ਮੂਲ ਮੰਤਰ ਦੇ ਨਿਰਣੇ ਹੋ ਚੁੱਕੇ ਨੇ ਕਿ ਗੁਰੂ ਪ੍ਰਸਾਦ ਨਾਨਕ ਹੋਸੀ ਭੀ ਸੱਚ ਤੱਕ ਇਹ ਵਿਵਾਦ ਖਤਮ ਕਰਨ ਵਾਸਤੇ ਇਹ ਵਿਚਾਰਾਂ ਹੋਈਆਂ ਜੋ ਸੰਪਰਦਾਵਾਂ ਦੀਆਂ ਪ੍ਰਣਾਲੀਆਂ ਹਨ, ਜਿਨ੍ਹਾਂ ਦੇ ਵਿੱਚ ਇਹ ਅਰਥ ਹੁਣ ਤੱਕ ਸੀਨਾ ਬਸੀਨਾ ਚਲੇ ਆ ਰਹੇ, ਉਹਨਾਂ ਦਾ ਜ਼ਿਕਰ ਹੋਇਆ। ਇਸ ਤੋਂ ਉਪਰੰਤ ਮੂਲ ਮੰਤਰ ਦੀ ਉਥਾਨਕਾ, ਜਪਜੀ ਸਾਹਿਬ ਦੀ ਉਥਾਨਕਾ। ਹੁਣ ਇਸ ਤੋਂ ਅੱਗੇ ਹੈ ਅਰਥ ਵਿਚਾਰ ਜਿਹੜੀ ਹੈ। ਸਾਡੀ ਸਭਨਾਂ ਦੀ ਸੁਰਤੀ ਨੇ ਇਹ ਜੋ ਸ਼ਬਦ ਦਾ ਮਾਰਗ ਹੈ, ਸ਼ਬਦ ਦੇ ਵਿੱਚ ਜਿਹੜਾ ਗਿਆਨ ਮਾਰਗ ਅਸੀਂ ਲੱਭਣਾ ਹੈ, ਕਥਾ ਦਾ ਭਾਵ ਇਹ ਹੈ ਕਿ ਸਾਡੇ ਜੀਵਨ ਦੀ ਕਲਿਆਣ ਹੋਵੇ। ਇਹ ਕੋਈ ਰਸਮ ਨਹੀਂ ਹੈ, ਕੋਈ ਰਿਵਾਜ ਨਹੀਂ ਹੈ। ਇਹ ਗੁਰਸਿੱਖਾਂ ਦੇ ਉਧਾਰ ਕਰਤਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਣੀ ਦੁਆਰਾ ਸਾਡੀ ਕਲਿਆਣ ਬਖਸ਼ੀ ਹੈ। ਬਾਣੀ ਤੇ ਨਿਸ਼ਚਾ ਰੱਖਣਾ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਸੋ ਆਓ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸੰਪੂਰਨ ਮੂਲ ਮੰਤਰ ਦੀ ਜੋ ਦ੍ਰਿੜਤਾ ਹੈ ਪੰਥ ਖਾਲਸੇ ਵਿੱਚ, ਇਹ ਗੁਰੂ ਸਾਹਿਬ ਦੀ ਬਖਸ਼ੀ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਸ਼ ਵੰਸ਼ ਵਿੱਚੋਂ 8ਵੇਂ ਥਾਂ ਤੇ ਬਾਬਾ ਕਲਾਧਾਰੀ ਜੀ ਹੋਏ ਤੇ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਬੜੀ ਨੇੜਤਾ। ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਹੋਣ ਕਰਕੇ ਮਹਾਰਾਜ ਜੀ ਬੜਾ ਸਤਿਕਾਰ ਕਰਦੇ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਗੁਰੂ ਨਾਨਕ ਦੀ ਕੁਲ ਖੜ ਗਈ, ਪੁੱਤਰ ਹੈ ਅੱਗੇ ਪੋਤਰਾ ਨਹੀਂ ਹੋ ਰਿਹਾ। ਮਹਾਰਾਜ ਸਾਹਿਬ ਜੀ ਮੁਸਕਰਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਬਾਬਾ ਜੀ ਤੁਸੀਂ ਅੰਮ੍ਰਿਤ ਪਾਨ ਕਰ ਲਿਆ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਦੇਖੋ ਤ੍ਰਿਹਣ ਵੰਸ਼ ਦੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਪਾਨ ਕਰ ਲਿਆ, ਭੱਲੇ ਵੰਸ਼ ਦੇ ਵੰਸ਼ਜ ਗੁਰੂ ਅਮਰਦਾਸ ਦੇ ਉਹਨਾਂ ਨੇ ਵੀ ਅੰਮ੍ਰਿਤ ਪਾਨ ਕਰ ਲਿਆ ਹੈ, ਔਰ ਸੋਢ ਵੰਸ਼ ਦੇ ਉਹਨਾਂ ਨੇ ਤਾਂ ਕੀਤਾ ਹੀ ਹੈ। ਫਿਰ ਬੇਦੀ ਵੰਸ਼ ਜਿੱਥੋਂ ਗੁਰੂ ਨਾਨਕ ਦੀ ਇਹ ਗੁਰਸਿੱਖੀ ਦੀ ਪਰੰਪਰਾ, ਗੁਰੂ ਨਾਨਕ ਦੀ ਇਹ ਗੱਦੀ, ਗੁਰੂ ਨਾਨਕ ਦੀ ਕੁਲ ਨਿਰਮਲ ਪੰਥ ਚੱਲਿਆ, ਤੁਸੀਂ ਕਿਉਂ ਪਿੱਛੇ ਰਹਿ ਗਏ? ਤੁਸੀਂ ਅੰਮ੍ਰਿਤ ਛਕ ਲਓ ਤੇ ਤੁਹਾਡੀ ਕੁਲ ਵੀ ਚੱਲ ਪਏਗੀ। ਤੇ ਉਹਨਾਂ ਨੇ ਸਤਿਵਚਨ ਕਿਹਾ ਕਿ ਮੈਂ ਹੁਣ ਆਪਣੇ ਪੁੱਤਰ ਨੂੰ ਅੰਮ੍ਰਿਤ ਛਕਾ ਦਿਆਂਗਾ, ਮੈਂ ਬਿਰਧ ਅਵਸਥਾ ਮਹਾਰਾਜ ਰਹਿਤ ਪੈਤ ਰੱਖਣ ਦੇ ਉੱਤੇ। ਮਹਾਰਾਜ ਸਾਹਿਬ ਜੀ ਨੇ ਫਿਰ ਆਪਣੀ ਸਭ ਤੋਂ ਪਿਆਰੀ ਵਸਤੂ ਬਾਬਾ ਕਲਾਧਾਰੀ ਜੀ ਨੂੰ ਬਖਸ਼ੀ। ਪਿਆਰੀ ਬਖਸ਼ੀ ਗੁਰੂ ਨੂੰ ਕੀ ਹੈ? ਸ਼ਬਦ ਗੁਰੂ ਨੂੰ ਪਿਆਰਾ ਹੈ ਸਭ ਤੋਂ।
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਸੁਭਾਅ ਹੈ ਕਿ ਉਹ ਆਪਣੇ ਕੇਸਾਂ ਦੇ ਵਿੱਚ ਇੱਕ ਛੋਟੀ ਚੱਕਰੀ ਜੂੜੇ ਦੇ ਵਿੱਚ ਰੱਖਿਆ ਕਰਦੇ ਸੀ ਤੇ ਵੱਡਾ ਚੱਕਰ ਦਸਤਾਰ ਦੇ ਉੱਪਰ, ਚੱਕਰੀ ਛੋਟੀ ਕੇਸਗੀ ਦੇ ਵੀ ਹੇਠਾਂ ਜੂੜੇ ਦੇ ਵਿੱਚ। ਇਹ ਸਾਰੀ ਜ਼ਿੰਦਗੀ ਸੁਭਾਅ ਪਾਤਸ਼ਾਹ ਦਾ ਰਿਹਾ। ਮਹਾਰਾਜ ਸਾਹਿਬ ਜੀ ਨਾਲੇ ਬਚਨ ਬਿਲਾਸ ਕਰਦੇ ਸੀ, ਨਾਲੇ ਕੰਘਾ ਕਰ ਰਹੇ ਸੀ ਤੇ ਮੁਸਕਰਾ ਕੇ ਮਹਾਰਾਜ ਸਾਹਿਬ ਜੀ ਨੇ ਉਹ ਚੱਕਰੀ ਬਾਬਾ ਕਲਾਧਾਰੀ ਜੀ ਨੂੰ ਪਕੜਾ ਕੇ ਕਹਿੰਦੇ, ਲਓ ਤੁਹਾਡੀ ਅੰਸ-ਬੰਸ ਵੀ ਚੱਲੇਗੀ ਤੇ ਨਾਲੇ ਇਹ ਯਾਦ ਵੀ ਰਹੇਗੀ ਕਿ ਮੈਂ ਤੁਹਾਨੂੰ ਇਹ ਬਖਸ਼ਿਸ਼ ਕੀਤੀ ਮਹਾਰਾਜ ਨੇ, ਇਹ ਯਾਦ ਰਹੇਗੀ, ਇਹ ਤੁਸੀਂ ਆਪਣੇ ਸੀਸ ਤੇ ਸਜਾ ਲਓ। ਬਾਬਾ ਕਲਾਧਾਰੀ ਜੀ ਨੇ ਉਹ ਆਪਣੇ ਸੀਸ ਤੇ ਸਜਾਈ ਤੇ ਉਹਨਾਂ ਦੀ ਅੰਸ-ਬੰਸ ਅੱਜ 17ਵੇਂ ਸਾਲ ਤੇ ਬਾਬਾ ਸਰਬਜੋਤ ਸਿੰਘ ਜੀ ਨੇ ਇਹ ਮਰਜ਼ਾਦਾ ਹੈ ਕਿ ਜਦੋਂ ਗੁਰੂ ਨਾਨਕ ਦੀ ਅੰਸ-ਬੰਸ ਦੇ ਇਹ ਚੜ੍ਹਾਈ ਕਰਦੇ ਹੈ ਸੰਸਕਾਰ ਕਰਨ ਤੋਂ ਪਹਿਲਾਂ, ਤੇ ਫਿਰ ਉਹ ਜਿਹੜੀ ਚੱਕਰੀ ਹੈ ਦੂਸਰੇ ਬੰਸ਼ਜ ਦੇ ਸੀਸ ਤੇ ਸਜਾ ਕੇ ਫਿਰ ਸੰਸਕਾਰ ਕਰਦੇ। ਉਹ ਚੱਕਰੀ ਦੇ ਉੱਤੇ ਦੋਨਾਂ ਪਾਸਿਆਂ ਦੇ ਉੱਤੇ ਕੁਝ ਅੱਖਰ ਲਿਖੇ ਨੇ ਜਿਹੜੇ ਉਹ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ। ਕੱਲ ਨੂੰ ਜਦੋਂ ਪ੍ਰਚਾਰ ਕਰੋ ਉਦਾਹਰਨਾਂ ਦੇ ਸਕਦੇ। ਉਹਦੇ ਇੱਕ ਪਾਸੇ ਤਾਂ ਭਾਈ ਗੁਰਦਾਸ ਦੀ ਰਚਨਾ ਚੋਂ ਲਿਖਿਆ ਹੈ, ਜੀਤੀ ਨਵਖੰਡ ਪ੍ਰਿਥਵੀ ਸਤਨਾਮ ਦਾ ਚੱਕਰ ਫਿਰਾਇਆ। ਇਹ ਚੱਕਰੀ ਦੇ ਉੱਤੇ ਅੱਖਰ ਲਿਖੇ ਹੋਏ। ਹੁਣ ਜਿਹੜੇ ਦੂਸਰੇ ਪਾਸੇ ਅੱਖਰ ਲਿਖੇ ਨੇ ਉਹ ਕੀ ਲਿਖੇ ਨੇ? ਉਹ ਅੱਖਰ ਲਿਖੇ ਹੋਏ ਨੇ ਜਿਹੜੇ ਹੁਣੇ ਤੁਸੀਂ ਸੰਪੂਰਨ ਸ਼ਬਦ ਮੂਲ ਮੰਤਰ ਇੱਕੋ ਓੰਕਾਰ ਤੋਂ ਸ਼ੁਰੂ ਹੋ ਕੇ ਨਾਨਕ ਹੋਸੀ ਪੀ ਸੱਚ ਤੱਕ, ਇਹ ਅੱਖਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਵਾ ਕੇ ਕਾਰੀਗਰਾਂ ਤੋਂ ਆਪਣੀ ਮੌਜੂਦਗੀ ਆਪਣੇ ਸੀਸ ਤੇ ਸਾਰੀ ਜ਼ਿੰਦਗੀ ਰੱਖੇ। ਹੁਣ ਬਾਬਾ ਕਲਾਧਾਰੀ ਜੀ ਨੂੰ ਇਹ ਚੱਕਰੀ ਬਖਸ਼ਣ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਨੇ ਨਵੀਂ ਚੱਕਰੀ ਜਿਹੜੀ ਆ ਉਸੇ ਤਰ੍ਹਾਂ ਉਹਦੇ ਉੱਤੇ ਫਿਰ ਅੱਖਰ ਜਿਹੜੇ ਨੇ ਮੂਲ ਮੰਤਰ ਤਾਂ ਉਸੇ ਤਰ੍ਹਾਂ ਰੱਖਿਆ, ਦੂਸਰੇ ਪਾਸੇ ਅਕਾਲ ਉਸਤਤ ਦੇ ਕੁਝ ਅੱਖਰ ਲਿਖੇ ਤੇ ਉਹ ਜਿਹੜੀ ਚੱਕਰੀ ਸੀ। ਤੇ ਫਿਰ ਮਹਾਰਾਜ ਸਾਹਿਬ ਜੀ ਦੀ ਮੌਜ ਹੈ, ਉਹਨਾਂ ਨੇ ਫਿਰ ਇੱਕ ਵੱਡਾ ਚੱਕਰ ਤਿਆਰ ਕਰਾਇਆ, ਉਹਦੇ ਤੇ ਵੀ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਲਿਖਵਾਇਆ। ਤੇ ਜਦੋਂ ਹਜ਼ੂਰ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ, ਪਾਤਸ਼ਾਹ ਕੇਸ ਜਦੋਂ ਵੀ ਬਾਹਿਆ ਕਰਦੇ ਸੀ ਜਾਂ ਕੇਸ ਹਰੇ ਕਰਦੇ ਸੀ, ਕਿਸੇ ਦੇ ਸਾਹਮਣੇ ਕੇਸ ਨਹੀਂ ਸੀ ਖਿਲਾਰਦੇ ਮਹਾਰਾਜ। ਇਹ ਗੁਰੂ ਗੋਬਿੰਦ ਸਿੰਘ ਦਾ ਸੁਭਾਅ ਸੀ। ਹਾਂ, ਜਿਹੜੇ ਖਾਸ ਸਿੰਘ ਸੀ ਉਹਨਾਂ ਤੋਂ ਕਦੇ ਪਰਦਾ ਵੀ ਨਹੀਂ ਸੀ ਰੱਖਦੇ। ਬਾਬਾ ਦੀਪ ਸਿੰਘ ਬੈਠੇ ਸੀ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਇਹ ਨਿਕਟ ਵਰਤੀ ਇਹੋ ਜਿਹੇ ਸਿੰਘ ਸੀ, ਉਹਨਾਂ ਦੇ ਕਦੇ ਪਰਦਾ ਨਹੀਂ ਸੀ ਬਹੁਤ ਰੱਖ, ਆਪਣਾ ਰੂਪ ਜਾਣਦੇ ਸੀ। ਬਾਬਾ ਦੀਪ ਸਿੰਘ ਸਾਹਿਬ ਬੈਠੇ ਹੈ, ਮਹਾਰਾਜ ਸਾਹਿਬ ਜੀ ਨੇ ਜਦੋਂ ਕੰਘਾ ਕਰ ਲਿਆ, ਕੰਘਾ ਕਰਨ ਤੋਂ ਬਾਅਦ ਜੂੜਾ ਕਰਨ ਲੱਗੇ, ਉਹ ਚੱਕਰੀ ਜਿਹੜੀ ਹੈ ਵਿੱਚ ਮਹਾਰਾਜ ਨੇ ਸਵਾਈਮਾਨ ਨਾ ਕੀਤੀ। ਬਾਬਾ ਦੀਪ ਸਿੰਘ ਸੋਚਦਾ ਰਿਹਾ, ਅੰਦਰੇ ਸੋਚਦਾ ਵੀ ਮਹਾਰਾਜ ਸਾਹਿਬ ਨੇ ਕੇਸਗੀ ਸਜਾ ਲਈ ਹੈ ਤੇ ਚੱਕਰੀ ਨਹੀਂ ਸਜਾਈ, ਤੇ ਨਾਲੇ ਵੀ ਸੋਚਦਾ ਵੀ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਗੁਰੂ ਭੁੱਲ ਗਿਆ, ਗੁਰੂ ਅਭੁੱਲ ਹੈ, ਅਭੁੱਲ ਗੁਰੂ ਕਰਤਾਰ। ਤੇ ਫਿਰ ਮਹਾਰਾਜ ਸਾਹਿਬ ਨੇ ਦਸਤਾਰ ਸਜਾਈ, ਉਹਦੇ ਸ਼ਸਤਰ ਸਜਾ ਲਏ। ਉਹ ਚੱਕਰ ਸਜਾਇਆ ਨਹੀਂ, ਸਜਾਉਣਾ ਸੀ ਚੱਕਰ, ਉਹ ਚੱਕਰ ਇੱਕ ਪਾਸੇ ਚੱਕਰ ਵੀ ਰੱਖ ਲਿਆ। ਤੇ ਬਾਬਾ ਦੀਪ ਸਿੰਘ ਦੇਖਦੇ ਰਹੇ, ਮਹਾਰਾਜ ਸਾਹਿਬ ਜੀ ਦਸਤਾਰ ਸਜਾ ਕੇ, ਸ਼ਸਤਰ ਸਜਾ ਕੇ, ਤੇ ਮਹਾਰਾਜ ਸਾਹਿਬ ਦੇ ਕੋਲ ਹੋਰ ਅਨੇਕਾਂ ਚੱਕਰ ਸੀ, ਉਹ ਸਜਾ ਲਿਆ, ਪਰ ਜਿਹੜਾ ਚੱਕਰ ਦੀ ਮੈਂ ਗੱਲ ਕਰਦਾ ਇਹ ਚੱਕਰ ਨਹੀਂ ਸਜਾਇਆ। ਤੇ ਮਹਾਰਾਜ ਸਾਹਿਬ ਕਹਿੰਦੇ, ਭਾਈ ਦੀਪ ਸਿੰਘ ਮੈਂ ਭੁੱਲਿਆ ਨਹੀਂ, ਚੱਕਰੀ ਤੇ ਚੱਕਰ ਮੈਂ ਜਾਣ ਕੇ ਨਹੀਂ ਸਜਾਇਆ। ਮੈਂ ਮਹਾਰਾਜ ਖਿਮਾ ਕਰਨੀ, ਮੇਰੇ ਮਨ ਦੇ ਵਿੱਚ ਤਾਂ ਖਿਆਲ ਆਇਆ ਸੀ ਥੋੜਾ ਜਿਹਾ। ਮਹਾਰਾਜ ਸਾਹਿਬ ਕਹਿੰਦੇ, ਭਾਈ ਦੀਪ ਸਿੰਘ ਇਹ ਮੈਂ ਦੋਨੇ ਚੀਜ਼ਾਂ ਤੈਨੂੰ ਬਖਸ਼ਿਸ਼ ਕਰਦਾ, ਮੈਂ ਤਾਂ ਨਹੀਂ ਸਜਾਈਆਂ। ਬਾਬਾ ਦੀਪ ਸਿੰਘ ਦੇ ਕਿਵੇਂ ਹੋ ਸਕਦੇ, ਅੱਖਾਂ 'ਚ ਪਾਣੀ ਨਾ ਆ ਗਿਆ ਹੋਵੇ ਇੰਨੀ ਗੱਲ ਸੁਣ ਕੇ। ਗਰੀਬ ਨਵਾਜ਼
ਸਦਾ ਹੀ ਤੁਹਾਡੀ ਕਿਰਪਾ ਦੇ ਮੀਂਹ ਪੈਂਦੇ ਰਹੇ ਸਾਰੇ ਜਗਤ ਤੇ ਮਹਾਰਾਜ। ਇਹ ਕਣੀਆਂ ਮੇਰੇ ਤੇ ਵੀ ਪਈਆਂ, ਧੰਨ ਭਾਗ। ਦੋਨੇ ਹੱਥ ਕੀਤੇ, ਦੋਨੇ ਚੀਜ਼ਾਂ ਸਿਰ ਤੇ ਇੱਥੇ ਰੱਖ ਲਈਆਂ। ਮਹਾਰਾਜ ਹੱਸ ਕੇ ਕਹਿੰਦੇ ਸੀਸ ਤੇ ਰੱਖਣ ਵਾਸਤੇ ਨਹੀਂ ਦਿੱਤੀਆਂ। ਹੋਰ ਮਹਾਰਾਜ ਕਹਿੰਦੇ ਜਿਵੇਂ ਮੈਂ ਸਜਾਉਂਦਾ ਸੀ, ਦਸਤਾਰ ਲਾ ਕੇ ਛੋਟੀ ਚੱਕਰ ਉਕਣ ਸਜਾ ਤੇ ਵੱਡਾ ਚੱਕਰ ਸਜਾ। ਮਹਾਰਾਜ ਤੁਹਾਡੇ ਸ਼ਸਤਰ ਮੈਂ ਇਹਦੇ ਯੋਗ ਨਹੀਂ। ਕਹਿੰਦੇ ਖਾਲਸੇ ਤੇ ਮੇਰੇ ਚ ਅਭੇਦਤਾ ਹੈ, ਭਿੰਨ ਭੇਦਤਾ ਨਹੀਂ ਹੈ, ਮੇਰਾ ਹੁਕਮ ਹੈ, ਸਜਾ ਲਈ। ਮੁੱਕਦੀ ਗੱਲ ਕਿ ਬਾਬਾ ਦੀਪ ਸਿੰਘ ਸਾਹਿਬ ਦਮਦਮੇ ਸਾਹਿਬ ਵਿਦਿਆ ਪੜ੍ਹਾਉਂਦੇ ਰਹੇ। ਹਰਮੰਦਰ ਸਾਹਿਬ ਤੇ ਪੰਥ ਤੇ ਭੀੜਾਂ ਪਈਆਂ, ਸਿਰ ਧੜ ਵੱਖਰਾ ਹੋ ਗਿਆ ਲੜਾਈ 'ਚ। ਹੁਣ ਉਹ ਸਿਰ ਦੇ ਉੱਤੇ ਵੱਡਾ ਚੱਕਰ ਤੇ ਛੋਟੀ ਚੱਕਰੀ। ਬਾਬਾ ਦੀਪ ਸਿੰਘ ਦੇ ਆਪਣੇ ਹੱਥ ਦੇ ਉੱਤੇ ਸਿਰ ਸੰਭਾਲਣ ਦਾ ਇੱਕ ਗੂੜ ਰਹੱਸ ਇਹ ਵੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਧਰਤੀ ਤੇ ਨਾ ਭਟਕ ਜਾਏ। ਇਹ ਸੀ ਗੱਲ ਦੇ ਵਿੱਚ। ਤੇ ਉਹ ਗੁਰੂ ਦੀ ਕਲਾ ਦੇ ਨਾਲ ਧੜ ਲੜਦਾ ਗਿਆ। ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਜਿੱਥੇ ਆਪਾਂ ਮੱਥਾ ਟੇਕਦੇ ਹਾਂ, ਸੀਸ ਰੱਖ ਕੇ ਆਪਣੀ ਜੀਵਨ ਦੀ ਖੇਡ ਸਮਾਪਤ ਕਰ ਦਿੱਤੀ। ਜੰਗ ਫਤਿਹ ਹੋ ਗਿਆ। ਪੰਥ ਨੇ ਇਕੱਠੇ ਹੋ ਕੇ ਜਿੱਥੇ ਸ਼ਹੀਦਾਂ ਦਾ ਸਥਾਨ ਬਾਬਾ ਦੀਪ ਸਿੰਘ ਦਾ, ਉੱਥੇ ਸੰਸਕਾਰ ਹੋਇਆ ਸੀ ਬਾਬਾ ਜੀ ਧਰ ਦਾ। ਤੇ ਜਦੋਂ ਬਾਬਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਇਆ ਗਿਆ ਤਾਂ ਫਿਰ ਉਹ ਚੱਕਰ ਤੇ ਚੱਕਰੀ ਜਿਹੜੀ ਸੀ, ਚੱਕਰੀ ਜੂੜੇ ਵਿੱਚ ਹੈ, ਚੱਕਰ ਸੁਭਾਜ ਤੇ। ਪੰਥ ਨੇ ਫੈਸਲਾ ਕੀਤਾ ਕਿ ਅਗਲਾ ਜਥੇਦਾਰ ਬਾਬਾ ਗੁਰਬਖਸ਼ ਸਿੰਘ ਹੋਏਗਾ, ਜਿਹੜੇ 30,000 ਫੌਜਾਂ ਦਾ ਮੁਕਾਬਲਾ ਕਰਕੇ ਨਾ ਅਕਾਲ ਤਖਤ ਦੇ ਪਿਛਲੇ ਪਾਸੇ ਉਹਨਾਂ ਦੀ ਜਗ੍ਹਾ ਬਣੀ ਹੈ। ਕਹਿੰਦੇ ਵੀ ਉਹ ਜਥੇਦਾਰ ਹੋਏਗਾ ਤੇ ਬਾਬਾ ਦੀਪ ਸਿੰਘ ਦਾ ਚੱਕਰ ਤੇ ਚੱਕਰੀ ਉਹ ਆਪਣੇ ਸੀਸ ਤੇ ਸਜਾਣੇ। ਪੰਥ ਨੇ ਫੈਸਲਾ। ਬਾਬਾ ਗੁਰਬਖਸ਼ ਨੇ ਹੱਥ ਜੋੜ ਕੇ ਕਿਹਾ ਮੇਰੀ ਪੰਥ ਅੱਗੇ ਇੱਕ ਬੇਦਨਾ ਭਰੀ ਇੱਕ ਬੇਨਤੀ ਹੈ ਵੀ ਇਹ ਬਖਸ਼ਿਸ਼ ਬਾਬਾ ਦੀਪ ਸਿੰਘ ਤਾਂ ਅਧਿਕਾਰ ਰੱਖਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਸਜਾਉਣ ਲਈ ਕਿਹਾ ਸੀ। ਇਹ ਨਹੀਂ ਸੀ ਕਿਹਾ ਵੀ ਅੱਗੇ ਜਥੇਦਾਰ ਵੀ ਸਜਾਉਂਦੇ ਜਾਣਗੇ। ਇਸ ਕਰਕੇ ਵੀ ਗੁਰੂ ਦੇ ਇਸ ਬਖਸ਼ਿਸ਼ ਦਾ ਅਪਮਾਨ ਹੋਊਗਾ ਜੇ ਮੈਂ ਸਜਾ ਲਿਆ ਆਪਣੇ ਸਿਰ ਤੇ। ਫਿਰ ਪੰਥ ਨੇ ਫੈਸਲਾ ਕੀਤਾ ਵੀ ਕਿਹੜੀ ਸਤਿਕਾਰਯੋਗ ਜਗ੍ਹਾ ਜਿੱਥੇ ਫਿਰ ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸੰਭਾਲੀ ਜਾਏ। ਉਹ ਕਹਿੰਦੇ ਵੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਤੋਂ ਵੱਡੀ ਕਿਹੜੀ ਹੋਰ ਜਗ੍ਹਾ ਹੋ ਸਕਦੀ। ਉਹ ਦੋਨੇ ਚੀਜ਼ਾਂ ਅਕਾਲ ਤਖਤ ਸਾਹਿਬ ਤੇ ਸਵਾਇਮਾਨ ਪੰਥ ਨੇ ਕੀਤੀਆਂ ਜਿਹੜੀਆਂ ਅੱਜ ਤੱਕ ਨੇ। ਹੁਣ ਬੜੀ ਇੱਕ ਗੱਲ ਇਹ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਭ ਤੋਂ ਵੱਡੀ ਪ੍ਰਤੀਨਿਧ ਜਮਾਤ ਅਜ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਹੈ। ਜੇ ਅੱਜ ਵੀ ਸ਼੍ਰੋਮਣੀ ਕਮੇਟੀ ਇਮਾਨਦਾਰੀ ਤੇ ਥੋੜਾ ਜਿਹਾ ਵੀ ਕੰਮ ਲੈ ਲਵੇ, ਗੁਰੂ ਦੀ ਬਖਸ਼ਿਸ਼ ਨੂੰ ਨੰਗਿਆ ਕਰ ਦੇਵੇ, ਉਹਦੇ ਤੇ ਪਰਦਾ ਦਿੱਤਾ ਵੈ ਬਸਤਰ ਦਾ। ਚੱਕਰ ਚੁੱਕਦੇ ਨੇ ਕਿ ਆਹ ਚੱਕਰ ਬਾਬਾ ਦੀਪ ਸਿੰਘ ਦਾ ਹੈ, ਇਸ ਦੇ ਉੱਤੇ ਮੂਲ ਮੰਤਰ ਲਿਖਿਆ ਹੋਇਆ, ਸੰਭਾਲ ਦੇਣਾ। ਅੱਜ ਤੱਕ ਕਦੇ ਪੰਥ ਨੂੰ ਦੱਸੇ ਵੀ ਅੱਖਰ ਕੀ ਲਿਖੇ ਗਏ। ਕਿਉਂ? ਜੇ ਅੱਖਰ ਪੜ੍ਹ ਕੇ ਸੁਣਾਉਂਦੇ ਆ ਤਾਂ ਸ਼੍ਰੋਮਣੀ ਕਮੇਟੀ ਦੀ ਇਹ ਜਿੱਦ ਜਿਹੜੀ ਹੈ, ਜਾਂ ਭੁਲੇਖਾ ਪਿਆ ਵੈ ਜਾਂ ਉਹਨਾਂ ਨੂੰ ਵਿਦਵਾਨਾਂ ਨੇ ਪਾ ਦਿੱਤਾ ਤੇ ਪੰਥ ਦੇ ਦੋਖੀਆਂ ਨੇ ਜਿੱਥੇ ਮੂਲ ਮੰਤਰ ਦਾ ਵਿਵਾਦ ਸ਼ੁਰੂ ਕੀਤਾ ਤਾਂ ਫਿਰ ਰਹਿੰਦਾ ਕੱਖ ਨਹੀਂ। ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਪ੍ਰਸਾਦ ਤੱਕ ਜਪਣ ਜਪਾਉਣ ਦਾ ਜਿੱਥੇ ਵੀ ਅੰਮ੍ਰਿਤ ਛਕਾਉਂਦੇ ਹੁਕਮ ਹੈ, ਉਹ ਸਮਝਦੇ ਨਹੀਂ ਵੀ ਇਹ ਫੈਸਲਾ ਪੰਥ ਦਾ ਫੈਸਲਾ ਹੈ। ਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਬਖਸ਼ਿਸ਼, ਉਹਦੇ ਚੱਕਰ ਦੇ ਉੱਤੇ ਵੀ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ, ਤੇ ਚੱਕਰੀ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 10ਵੇਂ ਜਾਮੇ ਦੇ ਵਿੱਚ ਵੀ ਮੂਲ ਮੰਤਰ ਨਾਲ ਪਿਆਰ ਕੀਤਾ ਤੇ ਪਹਿਲੇ ਜਾਮੇ ਵਿੱਚ ਤਾਂ ਬਖਸ਼ਿਸ਼ਾਂ ਸੱਚਖੰਡ ਤੋਂ ਲੈ ਕੇ ਆਏ। ਸਾਡਾ ਸਭ ਕੁਝ ਮੂਲ ਮੰਤਰ ਹੈ। ਬਿਰਸ਼ ਦਾ ਮੁੱਢ ਸਭ ਕੁਝ ਹੋਇਆ ਕਰਦਾ ਹੈ, ਟਹਿਣੇ ਪੱਤੇ ਸਭ ਉਹਦੇ ਆਸਰੇ ਹੁੰਦੇ ਨੇ। ਮੂਲ ਦਾ ਅਰਥ ਹੀ ਮੁੱਢ ਹੁੰਦਾ ਹੈ। ਇਹ ਇੱਕੋ ਵਾਰੀ ਆਉਣਾ ਸੀ, ਮੁੜ ਕੇ ਇਹਦੀਆਂ ਸ਼ਾਖਾਂ ਨੇ ਜਿਹੜੀਆਂ ਮੰਗਲ ਰੂਪ ਦੇ ਅੰਦਰ 4 ਪ੍ਰਕਾਰ ਦੀਆਂ ਮਿਲਦੀਆਂ ਨੇ, ਉਹ ਪਿੱਛੇ ਵਿਚਾਰ ਹੋ ਚੁੱਕੀ ਹੈ। ਸੋ ਇਹ ਕੁਝ ਜ਼ਰੂਰੀ ਸੀ, ਭਾਵੇਂ ਇਹਦੇ ਨਾਲ ਠੀਕ ਹੈ ਵੀ ਆਪਣੇ ਅਰਥਾਂ ਦਾ ਸਮਾਂ ਜਿਹੜਾ ਹੈ ਉਹ ਇੱਧਰ ਨੂੰ ਥੋੜਾ ਜਿਹਾ ਲੱਗ ਗਿਆ। ਸੋ ਆਓ, ਸਭ ਤੋਂ ਪਹਿਲੀ ਗੱਲ ਹੈ ਵੀ ਅੱਜ ਜਿਹੜੀ ਅਸੀਂ ਇਹ ਸਾਰਿਆਂ ਨੇ ਮਿਲ ਕੇ ਸਮਝਣੀ ਹੈ ਵੀ ਜਿਹੜਾ ਮੂਲ ਮੰਤਰ ਜਪਜੀ ਸਾਹਿਬ ਦਾ ਮੁੱਢ ਹੈ, ਗੁਰੂ ਗ੍ਰੰਥ ਸਾਹਿਬ ਦਾ ਸਾਰਾ ਮੁੱਢ ਜਪਜੀ ਸਾਹਿਬ ਹੈ, ਤੇ ਮੂਲ ਮੰਤਰ ਦਾ ਮੁੱਢ ਹੈ ਜਿਹੜਾ ਉਹ ਇੱਕ ਓੰਕਾਰ ਹੈ। ਹੁਣ ਇੱਥੋਂ ਅਰਥ ਸ਼ੁਰੂ ਹੋਣੇ ਨੇ। ਅਰਥ ਸ਼ੁਰੂ ਕਰਨ ਤੋਂ ਪਹਿਲਾਂ
ਇੱਕ ਗੱਲ ਸਮਝ ਲਈਏ, ਇਹਦਾ ਸ਼ੁੱਧ ਉਚਾਰਨ ਕਿਸ ਤਰੀਕੇ ਦੇ ਨਾਲ। ਕਿਸੇ ਵੀ ਵਿਚਾਰ ਨੂੰ, ਕਿਸੇ ਪਦ ਨੂੰ ਸਿੱਧ ਕਰਨਾ ਹੋਵੇ ਤਾਂ 3 ਪ੍ਰਕਾਰ ਦੀ ਜਿਹੜੀ ਗੱਲ ਹੈ ਉਹ ਮਤਲਬ ਮੰਨੀ ਜਾਂਦੀ ਹੈ। ਇੱਕ ਤਾਂ ਉਹਨੂੰ ਸਿੱਧ ਕਰਨ ਵਾਸਤੇ ਗ੍ਰੰਥਕ ਪ੍ਰਮਾਣ ਹੋਵੇ, ਜਿਵੇਂ ਇਹ ਫਲਾਣੇ ਗ੍ਰੰਥ 'ਚ ਲਿਖਿਆ ਹੋਇਆ, ਗੱਲ ਸਿੱਧ ਹੋ ਜਾਂਦੀ ਵੀ ਠੀਕ ਆ, ਵੀ ਫਿਰ ਤੂੰ ਜਾ ਗ੍ਰੰਥ 'ਚ ਲਿਖਿਆ ਤਾਂ ਤੇਰੀ ਗੱਲ ਸਿੱਧ। ਦੂਸਰੀ ਗੱਲ ਹੁੰਦੀ ਹੈ ਸੰਪਰਦਾਇ ਉਚਾਰਨ ਪ੍ਰਮਾਣ, ਤੇ ਸੰਪਰਦਾ 'ਚ ਜੀ ਉਚਾਰਨ ਚਲਿਆ ਜਾਂਦਾ। ਤੀਸਰੀ ਗੱਲ ਹੁੰਦੀ ਹੈ ਆਪਣੇ ਅਨੁਭਵ ਦੀ ਦਲੀਲ, ਦਲੀਲ ਨਾਲ ਸਿੱਧ ਕਰਨਾ। ਦੇਖੋ ਜੀ ਇਹ ਇਸ ਕਰਕੇ ਸ਼ੁੱਧ ਹੈ, ਸਾਡੇ ਕੋਲ ਆ ਦਲੀਲ ਹੈ। ਹੁਣ ਇਸ ਨੂੰ ਜਿਹੜੇ ਅਣਜਾਣ ਉਹਨਾਂ ਨੇ ਆਪਣੇ ਤਰੀਕਿਆਂ ਦੇ ਨਾਲ ਇਹਦਾ ਉਚਾਰਨ ਕਰਨਾ ਸ਼ੁਰੂ ਕੀਤਾ ਹੋਇਆ, ਕਈ ਥਾਂ ਤੇ ਦੇਖਿਆ ਗਿਆ। ਤੇ ਇਸ ਨੂੰ ਜਿਹੜੇ ਅਣਜਾਣ ਉਹਨੂੰ ਬਹੁਤ ਸਾਰੇ ਕਹਿ ਦਿੰਦੇ ਨੇ ਇੱਕ ਓੰ ਬਸ। ਉਦਾਸੀਆਂ ਦੇ ਵਿੱਚ ਤਕਰੀਬਨ ਬਹੁਤ ਸਾਰੇ ਇਹਨਾਂ ਦੇ ਪਾਠੀ ਇੱਕ ਓਕਾਰ ਨਹੀਂ ਕਹਿੰਦੇ ਹੋ, ਪਰ ਗਲਤ ਹੈ ਉਚਾਰਨ ਹੈ। ਦੂਸਰਾ ਕਈ ਕਰਨਗੇ ਇੱਕ ਓੰਕਾਰ, ਇਹਦੇ ਵਿੱਚ ਵੀ ਗਲਤ ਹੈ। ਕਈ ਕਰਨਗੇ ਏਕ ਓੰਕਾਰ, ਇਹ ਤਾਂ ਬਿਲਕੁਲ ਹੀ ਨਿਰੇ ਗਲਤ ਹੈ। ਹੁਣ ਸ਼ੁੱਧ ਉਚਾਰਨ ਕੀ ਹੈ? ਸ਼ੁੱਧ ਉਚਾਰਨ ਦੇ ਵਿੱਚ ਸਾਧ ਸੰਗਤ ਜੀ ਵੀ ਪਹਿਲੀ ਗ੍ਰੰਥਕ ਪ੍ਰਮਾਣ, ਗ੍ਰੰਥਕ ਪ੍ਰਮਾਣ ਸਭ ਤੋਂ ਵੱਡਾ 4 ਯੁੱਗਾਂ ਦੇ ਗ੍ਰੰਥਾਂ ਦੇ ਵਿੱਚ ਸਭ ਤੋਂ ਵੱਡਾ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਗੁਰੂ ਨਾਨਕ ਦੀ ਆਵਾਜ਼ ਹੈ, ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਹੈ, 10 ਗੁਰੂਆਂ ਦੀ ਆਵਾਜ਼ ਹੈ। ਉਹਦੇ 'ਚ ਆਪਾਂ ਪ੍ਰਮਾਣ ਲੈਣੇ ਆ। ਜਿਹੜਾ ਇੱਕ ਸ਼ਬਦ ਹੈ, ਇਹ ਤਾਂ ਗਣਿਤ ਵਿਧੀ ਦਾ ਇੱਕ ਹੈ। ਗਣਿਤ ਵਿਦਿਆ ਦੇ ਵਿੱਚ ਜਦੋਂ ਅਸੀਂ ਗਿਣਤੀ ਕਰਦੇ ਹਾਂ 1 2 3 4 5 ਇਸ ਤਰ੍ਹਾਂ ਗਿਣਤੀ ਕਰਦੇ ਹਾਂ, ਇਹਨੂੰ ਇੱਕ ਨੂੰ ਇੱਕ ਹੀ ਕਹਿੰਦੇ ਆ, ਗਣਿਤ ਵਿਦਿਆ ਦਾ ਇੱਕ ਹੈ। ਤੇ ਇਸ ਨੂੰ ਅੱਗੇ ਊੜੇ ਦਾ ਮੂੰਹ ਖੁੱਲ੍ਹਾ ਹੈ, ਤੇ ਊੜੇ ਦਾ ਮੂੰਹ ਖੁੱਲ੍ਹਾ ਹੈ, ਇਸ ਨੂੰ ਓਵੰ ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕਰਦੇ। ਓਵੰ ਇਹ ਪੁਰਾਣੇ ਸਮੇਂ 'ਚ ਜਿਹੜੇ ਵੇਦਾਂ ਦੇ ਓਵੰ ਐ ਉਚਾਰਨ ਕਰਦੇ ਆ, ਪਰ ਗੁਰਮਤਿ ਦੇ ਵਿੱਚ ਇਸ ਨੂੰ ਓਵੰ ਕੱਲਾ ਨਹੀਂ ਓੰਕਾਰ ਕਿਹਾ ਹੈ। ਤੇ ਉਹ ਓੰਕਾਰ ਕਿਉਂਕਿ ਇਹਦੇ ਫਿਰ 3 ਹਿੱਸੇ ਬਣ ਗਏ, ਉਹ ਆਪਾਂ ਬਾਅਦ ਦੇ ਵਿੱਚ ਵਿਚਾਰ ਕਰ ਲੈਂਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਪ੍ਰਮਾਣੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਯੁਗ ਭਏ, ਓੰਕਾਰ ਵੇਦ ਨਿਰਮੈ, ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਵੀ ਇਸ ਨੂੰ ਇੱਕ ਕਹਿ ਕੇ ਓੰਕਾਰ ਕਹਿਣਾ ਹੈ, ਕਿਉਂਕਿ ਊੜੇ ਦਾ ਮੂੰਹ ਖੁੱਲ੍ਹਾ, ਜਿਹੜੀ ਉੱਪਰਲੀ ਲਕੀਰ ਹੈ ਨਾ, ਤੇ ਉਹਨੂੰ ਕਾਰ ਹੀ ਕਿਹਾ ਜਾਂਦਾ ਹੈ। ਤੇ ਇਸ ਕਰਕੇ ਹੁਣ ਦੂਸਰਾ ਪ੍ਰਮਾਣ 10ਵੇਂ ਗ੍ਰੰਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਓੰਕਾਰ ਆਦ ਕਥਨੀ ਅਨਾਦ, ਪ੍ਰਥਮੇ ਓੰਕਾਰ ਤਿਨ ਕਹਾ ਸੋ ਤੁਨ ਪੂਰ ਜਗਤ ਮੋਰਹਾ। ਇਹ ਭਾਈ ਗੁਰਦਾਸ ਸਾਹਿਬ ਜੀ ਦਾ ਗੁਰਬਾਣੀ ਦੀ ਕੁੰਜੀ, ਜਿਨ੍ਹਾਂ ਦੀ ਬਾਣੀ ਨੂੰ ਕਿਹਾ, ਉਹਨਾਂ ਨੇ ਵੀ ਕਿਹਾ ਇੱਕ ਕਵਾਓ ਪਸੌ ਕਰ ਓੰਕਾਰ ਆਕਾਰ ਪਸਾਰਾ। ਇੱਕ ਜਗ੍ਹਾ ਹੋਰ ਕਹਿੰਦੇ ਓੰਕਾਰ ਆਕਾਰ ਕਰ ਇੱਕ ਕਵਾਓ ਪਸੌ ਕਰਾਇਆ, ਓੰਕਾਰ ਆਕਾਰ ਚਲਤ ਰਚਾਇਆ। ਸੈਂਕੜੇ ਪ੍ਰਵਾਨ ਭਾਈ ਗੁਰਦਾਸ ਦੀ ਰਚਨਾ ਚੋਂ ਲਏ ਜਾ ਸਕਦੇ ਨੇ। ਹੁਣ ਇੱਕ ਓੰਕਾਰ ਦਾ ਗ੍ਰੰਥਕ ਪ੍ਰਮਾਣ ਇਹ ਸਿੱਧ ਹੋ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਗੁਰਦਾਸ ਤੇ 10 ਇਦੋਂ ਵੱਧ ਕਿਹੜਾ ਗ੍ਰੰਥ ਹੈ ਜਿਹਦਾ ਪ੍ਰਮਾਣ ਦਿਆਂਗੇ। ਤੇ ਇਸ ਤੋਂ ਅੱਗੇ ਆ ਗਈ ਹੈ ਵੀ ਸੰਪਰਦਾਇ ਉਚਾਰਨ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਬਾਬਾ ਦੀਪ ਸਿੰਘ ਤੋਂ ਸੰਪਰਦਾ ਦਮਦਮੀ ਟਕਸਾਲ, ਭਾਈ ਮਨੀ ਸਿੰਘ ਤੋਂ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਤਾਂ ਦਮਦਮੀ ਹੋਈਆਂ, ਪਰ ਉਹ 2 ਰੂਪਾਂ ਦੇ ਵਿੱਚ। ਉਹਨਾਂ 'ਚ ਹੁਣ ਤੱਕ ਸਾਰੇ ਗਿਆਨੀ ਸਿੰਘ ਸਾਹਿਬਾਨ ਇਸ ਦਾ ਇੱਕ ਓੰਕਾਰ ਉਚਾਰਨ ਕਰਦੇ ਆ ਰਹੇ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਪੜ੍ਹਾਇਆ ਹੀ ਇਹ ਹੈ। ਇਹਦੇ 'ਚ ਹੁਣ ਰਹਿ ਗਈ ਤੀਸਰਾ ਪ੍ਰਮਾਣ ਅਨੁਭਵੀ ਦਲੀਲ। ਇਹਨੂੰ ਪਦ ਛੇਦ ਕਰ ਲਈਏ, ਪਦ ਛੇਦ ਕਰਕੇ ਗਣਿਤ ਵਿਦਿਆ ਦੀ ਇੱਕ ਨੂੰ ਇੱਕੋ ਹੀ ਕਹਾਂਗੇ ਨਾ। ਤੇ ਬਾਕੀ ਜਿਹੜਾ ਊੜਾ ਹੈ, ਤੇ ਊੜੇ ਨੂੰ ਕੋਈ ਨੇ ਓਵੰ, ਇਹਦਾ ਉਚਾਰਨ ਵੇਦਾਂ ਵਾਲੇ ਹੁਣ ਤਾਂ ਓਵੰ ਕਰਦੇ, ਤੇ ਉਹਦੇ ਉੱਪਰ ਮੁੜਮੀ ਹੈਗੀ ਜਿਹੜੀ ਲੀਕ ਹੈ, ਕਾਰ ਹੈ, ਉਹ ਮੁੜਮੀ ਲਕੀਰ ਨੂੰ ਕਾਰ ਕਿਹਾ ਜਾਂਦਾ ਹੈ। ਹੁਣ ਇਹ 3 ਰੂਪ ਹੋ ਗਏ, ਇੱਕ ਓਵੰ ਤੇ ਕਾਰ।
ਤੇ ਇਹਨੂੰ ਸੁੱਧ ਉਚਾਰਨ ਕਰਨ ਦੇ ਵਿੱਚ ਤੇ ਸਾਨੂੰ ਇਹਦੇ 4 ਹਿੱਸੇ, ਜਿਨ੍ਹਾਂ ਦੇ ਜ਼ਬਾਨ ਤੇ ਨਾ ਚੜ੍ਹਦਾ ਹੋਵੇ। ਮੈਂ ਇੱਕ ਵਾਰੀ ਬੋਲ ਕੇ ਆਪ ਜੀ ਨੂੰ ਬੇਨਤੀ ਕਰੂੰਗਾ ਵੀ ਇਹਦੇ ਜਿਨ੍ਹਾਂ ਦੇ ਜ਼ਬਾਨ ਤੇ ਇੱਕ ਓੰਕਾਰ 20 ਵਾਰੀ ਕਹਾਉਣ ਤੋਂ ਵੀ ਉਹਨਾਂ ਨੂੰ ਜਦੋਂ ਫਾਰਮੂਲਾ ਦੱਸਿਆ ਵੀ ਐਂ ਕਰੋ, ਇਹਦੇ 4 ਹਿੱਸੇ ਕਰ ਲਓ। ਇੱਕ ਕਹੋ, ਇੱਕ ਬੜਾ ਸੌਖੇ ਨਾਲ ਇੱਕ, ਫਿਰ ਕਰੇ ਓੰਕਾਰ, ਇੱਕ ਓੰਕਾਰ, ਇੱਕ ਓ ਤੇ ਅੰਕਾਰ। ਜਦੋਂ 5, 7, 10 ਵਾਰੀ ਕਹਾਂਗੇ ਫਿਰ ਇਕੱਠਾ ਨਿਕਲੂਗਾ ਇੱਕ ਓੰਕਾਰ। ਇਹ ਹੋਇਆ ਇਹ ਸੁੱਧ ਉਚਾਰਨ। ਮੁੜਵੀਂ ਲਕੀਰ ਜਿਹੜੀ ਹੈ, ਲక్ష్మణ ਰੇਖਾ ਜੀ ਨੂੰ ਕਹਿੰਦੇ ਸੀਤਾ ਦੇ ਵਾਲੇ ਕੱਢੀ ਸੀ, ਉਹ ਮੁੜਵੀਂ ਲਕੀਰ ਹੈ ਸੀ, ਇਹਨੂੰ ਕਾਰ ਕਹਿੰਦੇ ਨੇ ਹੁਣ ਤੱਕ। ਲక్ష్మణ ਦੀ ਜਿਹੜਾ ਰੇਖਾ ਜਿਹੜੀ ਹੈ, ਤੇ ਸਪੇਰੇ ਜਿਹੜੇ ਨੇ ਉਹ ਸਾਫੜਨ ਵਾਲੇ ਉਹ ਵੀ ਮੁੜਵੀਂ ਲਕੀਰ ਕੱਢਦੇ ਨੇ। ਬ੍ਰਾਹਮਣ ਭੋਜਨ ਛਕਣ ਵਾਲੇ ਵਾਲੇ ਦਾ ਲਕੀਰ ਕੱਢਦੇ। ਇਹਨੂੰ ਕਾਰੀ ਕਾਢੀ ਕਿਹਾ ਥੀ ਹੈ ਜੇ ਚਾਰੇ ਬੈਠੀਆਂ ਨਾਲ, ਮਹਾਰਾਜ ਨੇ ਇਹਨੂੰ ਕਾਰ ਹੀ ਕਿਹਾ ਹੈ। ਇਸ ਕਰਕੇ ਫਿਰ ਇਹ ਇੱਕ ਓੰਕਾਰ ਇਹ ਸੁੱਧ ਉਚਾਰਨ ਬਣਿਆ। ਇਸ ਦਾ ਥੋੜਾ ਜਿਹਾ ਇਤਿਹਾਸ ਪਿੱਛੋਂ ਲਈਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਰਬਤ ਤੇ ਉੱਥੇ ਦੇ ਵਾਤਾਵਰਣ ਤੇ ਆਪਣੀ ਸੁਰਤੀ ਨੂੰ ਲੈ ਜਾਈਏ। ਜਦੋਂ ਮਹਾਰਾਜ ਜੀ ਗੁਰੂ ਬਾਬਾ ਜੀ ਸਮੇਰ ਪਰਬਤ ਤੇ ਚਲੇ ਗਏ, ਭਾਈ ਗੁਰਦਾਸ ਲਈ ਫਿਰ ਜਾਏ ਚੜਿਆ ਸਮੇਰ ਪਰ, ਸਿੱਧ ਮੰਡਲੀ ਦ੍ਰਿਸ਼ਟੀ ਆਈ। ਸਿੱਧ ਪੁੱਛਣ ਸੁਣ ਬਾਲਿਆ, ਕੌਣ ਸਖਤ ਤੋ ਇੱਥੇ ਲਿਆਈ। ਮਹਾਰਾਜ ਦਾ ਜਵਾਬ ਕੀ ਸੀ? ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਸਿੱਧੋ, ਜਿਹੜੇ ਬਲ ਦੇ ਨਾਲ ਸੰਸਾਰ ਪੈਦਾ ਹੋਇਆ, ਜਿਹੜੀ ਤਾਕਤ ਦੇ ਨਾਲ ਸੰਸਾਰ ਚੱਲ ਰਿਹਾ, ਜਿਹੜੀ ਤਾਕਤ ਦੇ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਮਿਲੀਆਂ ਹੋਈਆਂ, ਜਿਸ ਸ਼ਕਤੀ ਦੇ ਨਾਲ ਤੁਸੀਂ ਸਮੇਰ ਪਰਬਤ ਤੇ ਬੈਠੇ ਹੋ, ਮੈਨੂੰ ਵੀ ਉਹੀ ਸ਼ਕਤੀ ਲਿਆਈ ਤੁਹਾਡੇ ਦਰਸ਼ਨ ਕਰਨ ਵਾਸਤੇ। ਮੈਂ ਸੰਕਲਪ ਕੀਤਾ ਵੀ ਸਿੱਧਾਂ ਦੇ ਦਰਸ਼ਨ ਕਰ ਲਈਏ। ਮੈਂ ਇੱਕ ਓੰਕਾਰ ਦੀ ਸ਼ਕਤੀ ਨਾਲ ਆਇਆ। ਮਹਾਰਾਜ ਨੇ ਇਹ ਸ਼ਬਦ ਇਹ ਵਰਤਿਆ, ਇੱਕ ਓੰਕਾਰ ਦੀ ਸ਼ਕਤੀ ਨਾਲ ਆਇਆ। ਤਾਂ ਸਿੱਧਾ ਨੇ ਉਸੇ ਵੇਲੇ ਕਹਿਣ ਲੱਗੇ, ਜੀ ਤੁਸੀਂ ਆ ਜਿਹੜਾ ਉਚਾਰਨ ਕੀਤਾ ਹੈ ਵੀ ਵੇਦ ਵਿਰੁੱਧ ਹੋ ਤੁਹਾਡਾ ਉਚਾਰਨ, ਤੁਹਾਡੀ ਰਚਨਾ ਦੇ ਵਿੱਚ ਇੱਕ ਓੰਕਾਰ ਕਹਿੰਦੇ ਆ। ਮਹਾਰਾਜ ਕਹਿੰਦੇ ਹਾਂ ਇੱਕ ਓੰਕਾਰ ਕਹਿੰਦੇ ਆ। ਕਹਿੰਦੇ ਜੀ ਫਿਰ ਤੁਹਾਡਾ ਜਿਹੜਾ ਇਹ ਮੂਲ ਮੰਤਰ, ਮਹਾਰਾਜ ਨੇ ਸਾਰੇ ਮੂਲ ਮੰਤਰ ਦੇ ਅਰਥ ਕੀਤੇ ਨਾ ਉੱਥੇ ਸਿੱਧਾਂ ਦੇ ਕੋਲ। ਕਹਿੰਦੇ ਤੁਹਾਡਾ ਜਿਹੜਾ ਮੂਲ ਮੰਤਰ ਹੈ ਇਹ ਤਾਂ ਫਿਰ ਵੇਦ ਵਿਰੁੱਧ ਹੈ। ਵੇਦ ਵਿਰੁੱਧ ਕੋਈ ਵੀ ਮੰਤਰ ਦੇ ਪੜਨ ਦਾ ਕੋਈ ਫਲ ਨਹੀਂ ਹੁੰਦਾ। ਮਹਾਰਾਜ ਕਹਿੰਦੇ ਵੀ ਮੇਰਾ ਮੰਤਰ ਵੇਦ ਤੇ ਵਿਰੁੱਧ ਨਹੀਂ ਹੈ। ਕਹਿੰਦੇ ਫਿਰ ਵੇਦਾਂ ਅਨੁਸਾਰ ਹੈਗਾ। ਮਹਾਰਾਜ ਕਹਿੰਦੇ ਵੇਦਾਂ ਦੇ ਅਨੁਸਾਰ ਵੀ ਨਹੀਂ ਹੈ। ਕਹਿੰਦੇ ਫਿਰ ਇਹ ਕੀ ਗੱਲ ਹੋਈ ਵੀ ਵੇਦਾਂ ਦੇ ਅਨੁਸਾਰ ਵੀ ਨਹੀਂ ਹੈ ਤੇ ਵੇਦਾਂ ਤੋਂ ਵਿਰੁੱਧ ਵੀ ਨਹੀਂ ਹੈ। ਮਹਾਰਾਜ ਕਹਿੰਦੇ ਵਿਰੋਧ ਹੋਰ ਗੱਲ ਹੁੰਦੀ ਹੈ, ਅਨੁਸਾਰ ਹੋਣਾ ਹੋਰ ਗੱਲ ਨਹੀਂ ਹੈ। ਸੁਤੰਤਰ ਰੂਪ ਹੈ, ਵੱਖਰਾ ਰੂਪ ਹੈ। ਕਹਿੰਦੇ ਜੀ ਫਿਰ ਇਹਦਾ ਅਰਥ ਕੀ ਹੈ, ਕਿਉਂ ਲਾਇਆ ਤੁਸੀਂ? ਮਹਾਰਾਜ ਕਹਿੰਦੇ ਪਰੰਪਰਾ ਅਨੁਸਾਰ ਵੇਦ ਪੜ੍ਹਨ ਦਾ, ਵੇਦ ਦਾ ਮੰਤਰ ਉਚਾਰਨ ਕਰਨ ਦਾ, ਵੇਦ ਪੜ੍ਹਨ ਦਾ ਅਧਿਕਾਰ ਬ੍ਰਾਹਮਣਾਂ ਦੇ ਕੋਲ ਹੈ ਤੇ ਪੜ੍ਹਾਉਣ ਦਾ ਅਧਿਕਾਰ ਵੀ ਉਹਨਾਂ ਦੇ ਕੋਲ ਹੈ। ਛਤਰੀਆਂ ਦੇ ਕੋਲ ਪੜ੍ਹਨ ਦਾ ਅਧਿਕਾਰ ਹੈ ਪਰ ਪੜ੍ਹਾਉਣ ਦਾ ਅਧਿਕਾਰ ਖੋਹ ਲਿਆ ਗਿਆ ਹੈ। ਵੈਸ਼ਾਂ ਦੇ ਕੋਲ ਨਾ ਪੜ੍ਹਨ ਦਾ ਅਧਿਕਾਰ ਹੈ ਨਾ ਪੜ੍ਹਾਉਣ ਦਾ ਅਧਿਕਾਰ ਹੈ, ਕੇਵਲ ਸੁਣਨ ਦਾ ਅਧਿਕਾਰ ਹੈ। ਸ਼ੂਦਰ ਜਿਹੜਾ ਚੌਥਾ ਹਿੱਸਾ ਮਨੁੱਖ ਦਾ ਸੀ, ਉਹਦੇ ਲਈ ਤੁਸੀਂ ਪਾਬੰਦੀ ਲਾਤੀ, ਨਾ ਪੜ੍ਹ ਸਕਦਾ ਹੈ ਨਾ ਪੜ੍ਹਾ ਸਕਦਾ ਹੈ। ਉਹਨੂੰ ਤਾਂ ਇਸ ਸ਼੍ਰੇਣੀ 'ਚ ਨਹੀਂ ਰੱਖਿਆ, ਮਨੁੱਖ ਸ਼੍ਰੇਣੀ 'ਚ। ਉਹ ਤਾਂ ਤੁਸੀਂ ਪਸ਼ੂਆਂ ਦੀ ਸ਼੍ਰੇਣੀ 'ਚ ਇੱਕ ਮਨੁੱਖ ਜਾਤੀ ਨਾਲ ਐਡਾ ਘੋਰ ਇਨਸਾਫ, ਬੇਇਨਸਾਫੀ ਕੀਤੀ ਹੈ। ਇਨਸਾਫ ਨਹੀਂ ਹੈ। ਚਲੋ ਛੱਡੋ ਵੀ ਇਸਤਰੀ ਜਾਤੀ ਭਾਵੇਂ ਬ੍ਰਾਹਮਣੀ ਹੋਵੇ ਤੇ ਉਹਨੂੰ ਵੀ ਤੁਸੀਂ ਹੱਕ ਨਹੀਂ ਦਿੱਤੇ। ਗੁਰੂ ਨਾਨਕ ਕਹਿੰਦੇ ਮੈਂ ਸੰਸਾਰ ਵਿੱਚ ਆਇਆ ਹੀ ਇਹ ਸੁਧਾਰ ਕਰਨ ਵਾਸਤੇ ਹਾਂ। ਏਕਾ ਮੈਂ ਇਸ ਕਰਕੇ ਲਾਇਆ ਹੈ ਵੀ ਇਹ ਅਦਵੈਤ ਦਾ ਬੋਧ ਕਲਾ ਦਿੱਤਾ ਤੇ ਅਦਵੈਤ ਮਤ ਹੈ ਸਾਡਾ, ਤੇ ਇਸ ਨੂੰ ਪੜ੍ਹਨ ਦਾ ਮੈਂ ਸਾਰਿਆਂ ਨੂੰ ਅਧਿਕਾਰ ਦੇਣਾ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਉਪਦੇਸ਼ ਚੋਂ ਵਰਨਾ ਕੁਝ। ਇਸਤਰੀ ਜਾਤੀ ਨੂੰ ਵੀ ਇਹ ਅਧਿਕਾਰ ਦਿੱਤਾ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਨਰ ਮਨੁੱਖਾਂ ਨੂੰ ਏਕ ਨਾ ਦਾਨਾ। ਨਰ ਪੁਰਸ਼ ਮਨੁੱਖਾ ਇਸਤਰੀ ਦਾ ਨਾਂ ਹੈ ਉੱਥੇ, ਦੋਨਾਂ ਨੂੰ ਇੱਕ ਸਾਲ। ਕਹਿੰਦੇ ਜੀ ਫਿਰ ਇਹਦਾ ਭੇਦ ਕੀ ਹੈ? ਮਹਾਰਾਜ ਕਹਿੰਦੇ ਜੀ ਇਹਦਾ ਜਿਹੜਾ ਭੇਦ ਹੈ ਤੇ ਉਹ ਮੈਂ ਤੁਹਾਨੂੰ ਅਰਥ ਰੂਪ 'ਚ ਦੱਸਦਾ। ਇੱਥੋਂ ਫਿਰ ਇਹ ਵਿਚਾਰ ਜਿਹੜੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਰਥਾਂ ਦੀ ਪਰੰਪਰਾ ਸ਼ੁਰੂ ਕੀਤੀ ਤੇ ਆਓ ਹੁਣ ਇੱਥੋਂ ਅਰਥੇ ਵਿਚਾਰ ਸ਼ੁਰੂ ਹੁੰਦੇ ਨੇ। ਹਾਂਜੀ ਬੋਲੋ।
ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ। ਮਹਾਰਾਜ ਸਾਹਿਬ ਜੀ ਨੇ ਕਿਹਾ ਇੱਕ ਜਿਹੜਾ ਹੈ ਉਹ ਅਦਵੈਤ ਦਾ ਬੋਧਕ ਸ਼ਬਦ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਅਖੰਡ ਸਰੂਪ ਹੈ। ਹੁਣ ਜੇ ਈੜੀ ਨੂੰ ਸਿਹਾਰੀ ਪਾ ਕੇ ਕੱਕਾ ਲਿਖ ਦਿੰਦੇ ਫਿਰ ਵੀ ਇੱਕ ਹੀ ਹੋਣਾ ਸੀ, ਪਰ ਇੱਕ ਫਰਕ ਸੀ। ਮਹਾਰਾਜ ਨੂੰ ਪਤਾ ਸੀ ਕਿ ਅੱਖਰਾਂ ਦੇ ਪਾੜ ਝੀੜ ਕਰਨ ਵਾਲੇ ਵੀ ਪੈਦਾ ਹੋਣਗੇ, ਵਿਆਕਰਨ ਤੇ ਵਿਸ਼ਵਾਸ ਕਰਨ ਵਾਲੇ, ਤੇ ਇੱਕ ਨੂੰ ਦੋ ਬਣਾ ਦੇਣਗੇ ਵੀ ਦੋ ਅੱਖਰ, ਦੋ ਤਾਂ ਆ ਹੀ ਗਏ ਨਾ। ਵੀ ਜਦੋਂ ਇੱਕ ਦੀ ਗੱਲ ਕਰਨੀ ਹੈ ਤਾਂ ਫਿਰ ਅੱਖਰ ਵੀ ਦੋ ਕਿਉਂ ਵਰਤਣੇ, ਇੱਕ ਦੀ ਗੱਲ ਇੱਕ ਨਾਲ ਕਿਉਂ ਨਾ ਕੀਤੀ ਜਾ। ਇਸ ਕਰਕੇ ਮਹਾਰਾਜ ਨੇ ਪਰਮਾਤਮਾ ਦੇ ਲਈ ਇੱਕ ਅਖੰਡ ਦਾ ਬੋਧਕ, ਅਦਵੈਤ ਬੋਧਕ, ਅਦੁੱਤੀ, ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਇਹ ਪਹਿਲਾਂ ਸਰਲ ਜਿਹੇ ਅਰਥ ਹੋਣਗੇ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਓੰਕਾਰ ਦਾ ਅਰਥ ਹੀ ਪ੍ਰਕਾਸ਼ ਹੈ। ਤੋ ਇਸ ਪ੍ਰਕਾਰ ਦੱਸਦੇ ਹਾਂਜੀ। ਸਤਨਾਮ ਤੇ ਸਤਨਾਮ ਉਹਦਾ ਸਤ ਤੇ ਜਮਾ ਨਾਮ, ਇਹਦੇ ਦੋ ਹੀ। ਸਤ ਕਹਿੰਦੇ ਨਾਸ ਤੋਂ ਰਹਿਤ, ਤੇ ਨਾਮ ਦਾ ਅਰਥ ਹੈ ਪ੍ਰਸਿੱਧ। ਇਹ ਅਰਥ ਦੀ ਜਾਣ ਕਰਤਾ ਪੁਰਖ। ਤੇ ਉਹ ਪਰਮੇਸ਼ਰ ਜਿਹੜਾ ਕਰਤਾ ਨਾਮ ਹੈ, ਕਰਨ ਵਾਲਾ, ਸ੍ਰਿਸ਼ਟੀ ਦੇ ਰਚਣ ਵਾਲਾ ਹੈ। ਤੇ ਜਿਵੇਂ ਨਾਸ ਤੋਂ ਰਹਿਤ ਹੈ, ਨਾਮ ਕਹੀਏ ਪ੍ਰਸਿੱਧ ਹੈ। ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ, ਤੇ ਪੁਰਖ ਨਾਮ ਹੈ ਪੂਰਨ ਦਾ, ਪਰਿਪੂਰਨ ਹੈ। ਨਿਰਭਉ ਨਿਰਵੈਰ। ਤੇ ਨਿਰ ਨਾਮ ਹੁੰਦਾ ਹੈ ਰਹਿਤ ਦਾ, ਭਉ ਨਾਮ ਹੈ ਡਰ ਦਾ, ਭੈ ਤੋਂ ਰਹਿਤ ਹੈ, ਔਰ ਫਿਰ ਬੈਰ ਤੋਂ ਵੀ ਰਹਿਤ ਹੈ। ਨਿਰ ਰਹਿਤ, ਬੈਰ ਭਾਵ ਨਹੀਂ, ਕਿਉਂਕਿ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਸਾਰਿਆਂ ਦੇ ਹਿਰਦੇ ਵਿੱਚ ਤਾਂ ਬਸਦਾ ਹੈ। ਬੈਰ ਕਿਹਦੇ ਨਾਲ? ਆਪਣੇ ਆਪ ਨਾਲ ਕਿਸੇ ਦਾ ਬੈਰ ਨਹੀਂ ਹੁੰਦਾ। ਆਤਮਿਕ ਸਰੂਪ ਹੋਣ ਕਰਕੇ ਉਹ ਬੈਰ ਤੋਂ ਰਹਿਤ ਹੈ। ਆਕਾਰ ਮੂਰਤ। ਫਿਰ ਮੂਰਤ ਨਾਮ ਹੈ ਸਰੂਪ ਦਾ, ਉਹਦਾ ਸਰੂਪ ਕਾਲ ਤੋਂ ਰਹਿਤ ਹੈ। ਸਮੇਂ ਦੀ ਕੋਈ ਉਹਦੇ ਤੇ ਬੰਦਿਸ਼ ਨਹੀਂ, ਤੇ ਉਹਦੇ ਤੇ ਕਾਲ ਨਹੀਂ ਹੈ, ਨਾਸ ਨਹੀਂ ਹੁੰਦਾ ਕਾਲ ਕਰਕੇ। ਤੋ ਇਸ ਕਰਕੇ ਅਕਾਲ ਹੈ, ਉਹਦਾ ਸਰੂਪ ਐਸਾ ਹੈ। ਅਜੂਨੀ ਸੈਭੰ। ਅਜੂਨੀ ਨਾਮ ਹੈ, ਜੂਨੀਆਂ ਤੋਂ ਰਹਿਤ ਹੈ। ਜੰਮਣ ਮਰਨ ਤੋਂ ਰਹਿਤ ਹੋਣ ਕਰਕੇ, ਜੰਮਣ ਮਰਨ ਵਿੱਚ ਨਾ ਆਉਣ ਕਰਕੇ ਉਹਨੂੰ ਅਜੂਨੀ ਕਿਹਾ। ਸਹਿਪੰਗ ਦਾ ਅਰਥ ਹੈ ਸੁਤੇ ਪ੍ਰਕਾਸ਼। ਇਹਦਾ ਅਰਥ ਹੀ ਹੈ ਸਹਿਪੰਗ, ਸੁਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ। ਇਹਦੇ ਦੋ ਹਿੱਸੇ ਕਰ ਲਈਏ। ਗੁਰ ਨਾਮ ਚੇਤਨ ਦਾ, ਪ੍ਰਸਾਦ ਨਾਮ ਆਨੰਦ ਸਰੂਪ ਦਾ, ਬ੍ਰਹਮ ਦੇ ਵਿਸ਼ੇਸ਼ਣੇ ਨੇ। ਤੇ ਗੋ ਨਾਮ ਅਗਿਆਨ ਨੂੰ ਦੂਰ ਕਰਕੇ, ਰੂ ਨਾਮ ਪ੍ਰਕਾਸ਼ ਕਰਨ ਵਾਲਾ ਹੈ। ਇਹ ਤੋਂ ਇਲਾਵਾ ਫਿਰ ਗੁਰਾਂ ਦੀ ਪ੍ਰਸਾਦ ਕੀ ਹੈ? ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਗੁਰ ਪ੍ਰਸਾਦ ਦੇ ਇਹ ਅਰਥ ਹਨ। ਤੋ ਇਸ ਕਰਕੇ ਆਪ ਹੀ ਗੁਰੂ ਸਰੂਪ ਹੋ ਕੇ ਕਰਕੇ ਨਾ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਜਪ। ਤੇ ਫਿਰ ਜਪਣ ਯੋਗ ਹੋਣ ਕਰਕੇ ਵਾਹਿਗੁਰੂ ਦੇ ਵਿਸ਼ੇਸ਼ਣ ਜਿਹੜੇ ਨੇ ਜਪਣ ਯੋਗ ਉੱਪਰੀ ਆਧਾਰਿਤ ਹੈ। ਇਹ ਵਿਸ਼ੇਸ਼ਣ ਹੈ ਵੀ ਜਪਣ ਯੋਗ ਹੈ। ਜਪ ਦੇ ਹੋਰ ਅਰਥ ਹੋਣਗੇ, ਉਹ ਦੂਸਰੇ ਅਰਥ ਚ ਆ ਜਾਣਗੇ। ਪਹਿਲਾਂ ਸੰਖੇਪ ਅਰਥ ਨੇ, ਬਿਲਕੁਲ ਸੌਖੇ ਅਰਥ ਜਿਹੜੇ ਬੱਚਿਆਂ ਦੇ ਵੀ ਸਮਝ ਆ ਜਾਣ। ਪਹਿਲਾਂ ਇਹੀ ਕੋਸ਼ਿਸ਼ ਕੀਤੀ ਹੈ ਪਹਿਲੇ ਅਰਥਾਂ 'ਚ, ਕਿਉਂਕਿ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਉਹ ਅਰਥਾਂ ਨੂੰ ਉਹਨਾਂ ਦੀ ਬੁੱਧ ਪਕੜੂ ਨਹੀਂ। ਉਹਨਾਂ ਦੇ ਲਈ ਫਿਰ ਇਹ ਅਰਥ ਨੂੰ, ਉਹ ਇਹ ਅਰਥਾਂ ਨੂੰ ਪੜ੍ਹ ਕੇ ਆਨੰਦ ਮਾਣ ਲੈਣਗੇ। ਜਿਹੜੇ ਬਹੁਤ ਗੂੜੇ ਗ੍ਰੰਥ ਪੜ੍ਹੇ ਹੋਏ ਨੇ, ਵਿਦਾਂਤ ਪੜ੍ਹੇ ਹੋਏ ਨੇ ਦੂਸਰੇ, ਉਹ ਦੂਜੇ ਅਰਥ 'ਚ ਆਨੰਦ ਮਾਣਨਗੇ। ਉਹ ਕਹਿਣਗੇ ਇਹ ਤਾਂ ਬੱਚਿਆਂ ਵਾਲੀ ਗੱਲ ਹੈ। ਇਸ ਕਰਕੇ ਗੁਰੂ ਨਾਨਕ ਦੇ ਘਰ ਦਾ ਪਦਾਰਥ ਸਾਰਿਆਂ ਵਾਸਤੇ। ਗੁਰੂ ਨਾਨਕ ਦੇ ਘਰ ਦੇ ਵਿੱਚ ਗੂੜ ਤੋਂ ਗੂੜ ਗਿਆਨ ਵੀ ਹੈ। ਜਿਵੇਂ ਸਕੂਲਾਂ ਦੀ ਵਿੱਦਿਆ ਵੱਖਰੀ ਹੈ, ਕਾਲਜਾਂ ਦੀ ਵੱਖਰੀ ਹੈ, ਯੂਨੀਵਰਸਿਟੀਆਂ ਦੀ ਵੱਖਰੀ ਹੈ, ਪਰ ਗੁਰੂ ਨਾਨਕ ਦੇ ਸਕੂਲ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਐਮਏ ਤੱਕ ਦੇ ਵਿਦਿਆਰਥੀ ਯੂਨੀਵਰਸਿਟੀਆਂ ਦੇ ਇੱਥੇ ਤਾਂ ਇਕੱਠੀ ਬੈਠਦੇ ਆ। ਜਿਹਦਾ ਜੋ ਜਿੱਥੇ ਅਵਸਥਾ ਹੈ, ਜਿੱਥੇ ਦਾ ਉਹ ਗਿਆਨ ਜਿਸ ਲੈਵਲ ਦਾ ਪ੍ਰਾਪਤ ਕਰਨਾ ਚਾਹੁੰਦਾ, ਉਹੋ ਜਿਹੇ ਸ਼ਬਦ ਆਉਣਗੇ, ਉੱਥੇ ਉਹ ਆਨੰਦ ਮਾਣਦੇ। ਹੁਣ ਜਿਹੜਾ ਐਮਏ ਵਾਲਿਆਂ ਦਾ ਸਵਾਲ ਹੈ, ਜਦੋਂ ਵਿਦਿਆਰਥੀ ਪਹਿਲੀ ਦੂਜੀ ਦੇ ਸਾਹਮਣੇ ਰੱਖੋ ਤਾਂ ਮਸੀਤ ਪੈ ਜੂ ਉਹਨੂੰ ਵੀ ਮੈਨੂੰ ਤਾਂ ਪਤਾ ਹੀ ਨਹੀਂ ਇਹ। ਹੁਣ ਜੇ ਪਹਿਲੀ ਦੂਜੀ ਵਾਲਿਆਂ ਦੀ ਜਿਹੜੀ ਉਹੀ ਸਿੱਖਿਆ ਦਿੱਤੀ ਜਾਵੇ ਤਾਂ ਐਮਏ ਵਾਲੇ ਨੇ ਜਿਹੜੇ ਫਿਰ ਉਹਨਾਂ ਨੂੰ ਕੋਈ ਅੱਗੇ ਲੈਸਨ ਹੀ ਨਹੀਂ ਮਿਲੂਗਾ ਗੁਰੂ ਨਾਨਕ ਦੇ ਘਰ ਦੇ ਵਿੱਚ। ਇਸ ਕਰਕੇ ਭਾਵੇਂ ਇਹ ਵਿਚਾਰ ਵੀ ਹੋਈ ਸੀ ਵੀ ਸੌਖੇ ਤੋਂ ਸੌਖੇ ਅਰਥ ਕੀਤੇ ਜਾਣ, ਪਰ ਗੁਰਮਤਿ ਫਿਰ ਇਹ ਇਸ ਕਰਕੇ ਹੋਇਆ ਵੀ ਤਾਂ ਕਿ ਗੁਰੂ ਘਰ ਦੀ ਇਹ ਪਰੰਪਰਾ ਚਲੀ ਆ ਰਹੀ ਹੈ, ਇਹ ਵੀ ਕਾਇਮ ਰਹੇ। ਤੇ ਜਿਹਦੇ ਉਹ ਸਮਝ ਨਹੀਂ ਆਉਂਦੇ ਉਹ ਛੱਡ ਕੇ ਗਾਹਾਂ ਸੌਖੇ ਅਰਥ ਜਿਹੜੇ ਉਹ ਧਾਰਨ ਕਰ ਲਵੇ। ਦੋਨੇ ਤਰ੍ਹਾਂ ਦਾ ਤਰੀਕਾ ਚੱਲੀਏ।
ਤੋ ਇਸ ਕਰਕੇ ਜਪ ਜਪਣ ਯੋਗ ਇਹਦੇ ਹੋਰ ਬੜੇ ਅਰਥ ਹੈਗੇ। ਇਹ ਵਿਸ਼ੇਸ਼ਣ ਵਾਹਿਗੁਰੂ ਦੇ। ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਵੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕਿਤੇ ਵੀ ਵਿਸ਼ੇਸ਼ਣਾਂ ਦੀ ਲੜੀ ਨਹੀਂ ਟੁੱਟਦੀ। ਇਹ ਨਾਮ ਰੂਪ ਸ਼ਬਦ ਹੈ ਤੇ ਸਿੱਖਿਆ ਰੂਪ ਸ਼ਬਦ ਸ਼ੁਰੂ ਹੋਊਗਾ ਜਦੋਂ ਸੋਚਿਆ ਸੋਚਣਾ ਹੋਵੇ, ਫਿਰ ਇਹ ਸਿੱਖਿਆ ਰੂਪ ਸ਼ਬਦ। ਇੱਥੋਂ ਫਿਰ ਸਾਰੀ ਬਾਣੀ ਸਿੱਖਿਆ ਰੂਪ ਵੀ ਤੇ ਉਹਦੇ ਨਾਲ ਨਾਲ ਨਾਮ ਰੂਪ ਵੀ। ਤੋ ਇਸ ਕਰਕੇ ਅੱਗੇ ਫਰਮਾਨ ਕਰਦੇ ਹਨ। ਆਦਿ ਸੱਚ। ਇਹ ਵਾਹਿਗੁਰੂ ਸੰਸਾਰ ਦੀ ਆਦ ਹੈ। ਵਾਹਿਗੁਰੂ ਦੀ ਤਾਂ ਆਦ ਹੈ ਨਹੀਂ ਭਾਈ, ਉਹ ਸੱਚ ਸਰੂਪ ਸੀ, ਸਤ ਸਰੂਪ ਸੀ। ਜਦੋਂ ਸੰਸਾਰ ਨਹੀਂ ਬਣਿਆ ਸੀ ਤਾਂ ਵੀ ਸੱਚ ਸੀ। ਇਹ ਸੰਸਾਰ ਦੇ ਆਦ ਵਿੱਚ ਸੱਚ ਸੀ। ਜੁਗਾਦ ਸੱਚ। ਜੁਗਾਦ ਦਾ ਅਰਥ ਹੈ ਯੁੱਗ ਜਮਾ ਆਦ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਜਦੋਂ ਯੁੱਗ ਆਦ ਸ਼ੁਰੂ ਹੋ ਗਏ ਫਿਰ ਵੀ ਉਹ ਸੱਚ ਸਰੂਪ, ਉਹ ਸੱਚ ਸਰੂਪ ਹੀ ਰਿਹਾ। ਯੁੱਗ ਪੈਦਾ ਹੋਣ ਦੇ ਨਾਲ ਉਹਦੀ ਸੱਤਤਾ ਨਹੀਂ ਬਦਲੀ ਹੈ ਵੀ ਸੱਚ। ਮਾਰੇ ਕਹਿੰਦੇ ਹੁਣ ਵਰਤਮਾਨ ਸਮੇਂ 'ਚ ਵੀ ਸੱਚ ਹੈ ਉਹਦੀ ਸੱਤਤਾ ਹੁਣ ਵੀ ਉਸੇ ਤਰ੍ਹਾਂ ਕਾਇਮ ਹੈ। ਨਾਨਕ ਹੋਸੀ ਭੀ ਸੱਚ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋਸੀ ਭੀ ਸੱਚ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਪਰਮੇਸ਼ਰ ਜਿਹੜਾ ਨਾ ਸਤ ਸਰੂਪ ਹੀ ਹੋਏਗਾ ਤੇ ਉਹਦੀ ਸੱਤਤਾ ਵਿੱਚ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪਏਗਾ। ਤੋਂ ਮਹਾਰਾਜ ਸਾਹਿਬ ਜੀ ਦੀ ਇਹ ਜਿਹੜੀ ਵਿਚਾਰ ਸੱਤਤਾ ਤੇ ਮਹਾਰਾਜ ਸਾਹਿਬ ਨੇ ਦਿੱਤੀ ਹੈ। ਤੇ ਫਿਰ ਓੰਕਾਰ ਦੇ ਵਿੱਚ ਦੂਸਰੇ ਜਿਹੜੇ ਕਈ ਤਰ੍ਹਾਂ ਦੇ ਇਹ ਭੇਦ ਮੰਨਣ ਵਾਲੇ ਸੀ ਤੇ ਉਹ ਵੱਖ-ਵੱਖ ਮੱਤਾਂ ਵਾਲਿਆਂ ਨੇ ਮਹਾਰਾਜ ਸਾਹਿਬ ਨੇ ਕਿਹਾ ਕਿ ਸਿੱਧੋ ਤੁਸੀਂ ਜਿਹੜਾ ਇਹ ਪ੍ਰਸ਼ਨ ਕੀਤਾ ਸੀ ਨਾ ਵੀ ਇੱਕ ਓੰਕਾਰ ਦੇ ਮੂਹਰੇ ਤੁਸੀਂ ਏਕਾ ਕਿਉਂ ਲਾ ਦਿੱਤਾ। ਹੁਣ ਇਹਦੇ 'ਚ ਥੋੜੀ ਜਿਹੀ ਵਿਚਾਰ ਗੁਰੂ ਨਾਨਕ ਸਾਹਿਬ ਨੇ ਕੀਤੇ। ਉਹ ਕਹਿੰਦੇ ਜੀ ਇਹਦੇ ਫਿਰ ਏਕੇ ਦਾ ਇਹ ਤਾਂ ਗੱਲ ਸਮਝ ਆ ਗਈ ਵੀ ਅਦਵੈਤ ਸਰੂਪ ਹੈ, ਕੀ ਇਹਦੇ ਵਿੱਚ ਕੋਈ ਹੋਰ ਵੀ ਭਾਵ ਹੈ ਤੁਹਾਡਾ ਏਕਾ ਲਾਉਣ ਦਾ? ਮਹਾਰਾਜ ਕਹਿੰਦੇ ਹਾਂ ਹੋ ਵੀ ਹੈ। ਉਹ ਕਹਿੰਦੇ ਕੀ ਹੈ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਅਸੀਂ ਇਸ ਕਰਕੇ ਵੀ ਓੰਕਾਰ ਦੇ 63 ਕਿਸਮ ਦੇ ਵਿਵਾਦ ਸੰਸਾਰ ਵਿੱਚ ਚੱਲ ਰਹੇ ਤੇ ਉਹਨਾਂ ਦੇ ਵਿੱਚ 7 ਮੱਤਾਂ ਵਾਲਿਆਂ ਨੇ 9-9 ਪ੍ਰਕਾਰ ਦਾ ਵੱਖਰਾ ਵੱਖਰਾ ਵਰਣਨ ਕੀਤਾ। ਉਹ ਸਾਰੀਆਂ ਗੱਲਾਂ ਇਹ ਕਰਨ ਦੀ ਲੋੜ ਨਹੀਂ ਕਿਉਂਕਿ ਬਹੁਤਾ ਵਿਸਥਾਰ ਹੈ ਜਾਂ ਬਹੁਤਾ ਉਹਦੇ 'ਚ ਕੁਝ ਲੱਭਣ ਬੂ ਹੈ ਨਹੀਂ। ਤੇ ਵੱਖ-ਵੱਖ ਮੱਤ ਵਾਲਿਆਂ ਨੇ ਤੇ ਓੰਕਾਰ ਨੂੰ ਮਾਤਰਕ ਭੇਦ ਦੇ ਵਿੱਚ ਵੀ, ਹੁਣ ਜਿਵੇਂ ਯਗਵਾਲ ਰਿਸ਼ੀ ਹੋਇਆ, ਵੱਡਾ ਨਾਮ ਹੈ ਉਹਦਾ ਵੇਦਾਂ ਸ਼ਾਸਤਰਾਂ 'ਚ, ਉਹ ਓੰਕਾਰ ਨੂੰ ਅਮਾਤਰਾ ਮੰਨਦਾ ਹੈ, ਮਾਤਰਾ ਹੀ ਨਹੀਂ ਮੰਨਦਾ ਓੰਕਾਰ ਦੀ। ਕਿਸੇ ਨੇ ਓੰਕਾਰ ਨੂੰ ਅਰਧ ਮਾਤਰਾ, ਕਿਸੇ ਨੇ ਇੱਕ ਮਾਤਰਾ, ਕਿਸੇ ਨੇ 2 ਮਾਤਰਾ। ਜਿਹੜੇ ਸਨਕਾਦਿਕ ਨੇ ਬ੍ਰਹਮਾ ਦੇ 4 ਪੁੱਤਰ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਤੇ ਉਹਨਾਂ ਨੇ 3.5 ਮਾਤਰਾ ਮੰਨੀਆਂ ਓੰਕਾਰ ਦੀਆਂ। ਜਿਹੜਾ ਸਨਾਤਨ ਮਤ ਹੈ ਉਹਦੇ ਵਿੱਚ 4 ਮਾਤਰਾ ਤੇ ਵਸਿਸ਼ਠ ਜੀ ਨੇ 4.5 ਮਾਤਰਾ ਮੰਨੀਆਂ। ਹੁਣ ਇਹ ਫਰਕ ਸੀ ਸਾਰਾ। ਕਹਿੰਦੇ ਅਸੀਂ ਤਾਂ ਆਪਣੇ ਸਿੱਖਾਂ ਨੂੰ ਵੀ ਏਕਾ ਲਾ ਕੇ ਇਹ ਵਿਵਾਦ ਹੀ ਖਤਮ ਕਰ ਦਿੱਤੇ ਸਾਰੇ, ਵੀ ਇੱਥੇ ਕੋਈ ਵਿਵਾਦ ਨਹੀਂ ਹੈ ਇਸ ਕਿਸਮ ਦਾ। ਤੇ ਜਿਹੜੇ ਵਿਦਾਂਤ ਵਾਲੇ ਨਿਰਗੁਣ ਤੇ ਸਰਗੁਣ ਦੀ ਸਾਂਝੀ ਉਪਾਸਨਾ ਜਿਹੜਾ ਕਰਨ ਨੂੰ ਓੰਕਾਰ ਮੰਨਦੇ ਆ, ਓੰਕਾਰ ਦਾ ਜਿਹੜਾ ਵਾਚੇ ਅਰਥ ਉਪਾਸਨਾ ਤੇ ਸਰਗੁਣ ਦੀ, ਇਹਦਾ ਵਾਚੇ ਅਰਥ ਸਰਗੁਣ ਦੀ ਉਪਾਸਨਾ ਜਿਹੜੀ ਹੈ ਨਾ, ਤੇ ਇਹ ਵਾਚ ਅਰਥ ਹੈ ਜਿਹੜਾ ਲੱਖ ਅਰਥ ਹੈ ਉਹ ਨਿਰਗੁਣ ਦੀ ਉਪਾਸਨਾ ਦਾ ਵਾਚ ਕਿਹਾ ਜਾਂਦਾ। ਜਿਹੜੀ ਪ੍ਰਤੀਕ ਉਪਾਸਨਾ ਸਰਗੁਣ ਦੀ, ਅੰਗਰੇ ਉਪਾਸਨਾ ਜਿਹੜੀ ਹੈ ਨਿਰਗੁਣ ਦੀ। ਅੰਗਰੇ ਭਾਸ਼ਾ ਅਹੰ ਬ੍ਰਹਮਸਮੀ, ਕਿ ਮੈਂ, ਮੇਰੀ ਆਤਮਾ ਹੀ ਬ੍ਰਹਮ ਹੈ, ਇਹ ਨਿਰਗੁਣ ਦੀ ਉਪਾਸਨਾ ਹੈ। ਤੇ ਕਾਵਿ ਸ਼ਾਸਤਰ ਵਾਲੇ ਓੰਕਾਰ ਨੂੰ ਮਾਤਰਕ ਰੂਪ ਮੰਨਦੇ ਨੇ। ਮਾਤਰਕ ਹੁੰਦੀ ਹੈ ਜਿਹਦੇ ਵਿੱਚ ਅੱਖਰਾਂ ਦਾ ਹਿਸਾਬ ਨਹੀਂ ਹੁੰਦਾ, ਕੇਵਲ ਮਾਤਰਾ ਗਿਣੀ ਜਾਂਦੀ ਹੈ। ਈਸਾਈ ਮਤ ਵਾਲਿਆਂ ਨੇ 3 ਚੀਜ਼ਾਂ ਮੰਨੀਆਂ, ਰੂਹ, ਮੁਕੱਦਸ, ਈਸਾ ਪੈਗੰਬਰ। ਰੂਹ ਕਹਿੰਦੇ ਨੇ ਜਿਹੜੀ ਸਾਡੇ ਜਿਸਮ ਵਿੱਚ ਚੇਤਨਤਾ ਹੈ ਜੀਵਾਤਮਾ। ਮੁਕੱਦਸ ਕਹਿੰਦੇ ਪਵਿੱਤਰਤਾ। ਪਵਿੱਤਰ ਕੌਣ? ਬ੍ਰਹਮ ਪਵਿੱਤਰ ਹੈ। ਈਸਾ ਪੈਗੰਬਰ ਹੈ ਜਿਹੜਾ ਪੈਗਾਮ ਲਿਆਉਣ ਵਾਲਾ ਹੋਵੇ। ਅੰਬਰ ਆਕਾਸ਼ ਨੂੰ ਕਹਿੰਦੇ ਨੇ ਪੈਗਾਮ ਲਿਆਉਣ ਵਾਲਾ, ਧਰਮ ਦਾ ਆਚਾਰੀਆ। ਉਹਨਾਂ ਨੇ 3 ਚੀਜ਼ਾਂ ਮੰਨੀਆਂ। ਜਿਹੜੇ ਇਸਲਾਮ ਵਾਲੇ ਨੇ ਉਹਨਾਂ ਨੇ ਚੀਜ਼ਾਂ 2 ਮੰਨੀਆਂ, ਖੁਦਾ ਤੇ ਪੈਗੰਬਰ। ਇਹ ਮੁਹੰਮਦ ਸਾਹਿਬ ਆਖਰੀ ਪੈਗੰਬਰ ਹੈ ਤੇ ਖੁਦਾ ਹੈ। ਤੇ ਇਸ ਕਰਕੇ ਫਿਰ ਇਹ ਜਿਹੜੇ ਨਾ ਵੱਖਰੇ ਵੱਖਰੇ ਭੇਦ ਮਤਾਂ ਮਤਾਤਨਾ ਦੇ ਨੇ, ਉਹਦੀ ਭੇਦਾਂ ਦੀ ਭਿੰਨਤਾ ਦੇਖੀ ਜਾ ਰਹੀ ਹੈ। ਇਹਨਾਂ ਸਾਰਿਆਂ ਨੂੰ ਨਿਮਰਤ ਕਰਨ ਵਾਸਤੇ ਕਹਿੰਦੇ ਸਿੱਧੋ ਇਸ ਦਾ ਏਕਾ ਲਾ ਦਿੱਤਾ। ਏਕਾ ਇਸ ਕਰਕੇ ਲਾਇਆ ਵੀ ਉਹ ਪਰਮਾਤਮਾ ਅਦਵੈਤ ਸਰੂਪ ਹੈ। ਫਿਰ ਇਹਦੇ ਪ੍ਰਮਾਣ ਗੁਰਬਾਣੀ 'ਚ ਦੇਖੀਏ
ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲ। ਪ੍ਰਮਾਣ ਹੈ ਗੁਰਬਾਣੀ ਚ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਫਿਰ ਕਹਿੰਦੇ ਏਕ ਸਿਰੇ ਵੈ ਤਾਂ ਗਤ ਮਿਤ ਪਾਵੈ ਆਵਣ ਜਾਣ ਰਹਾਈ। ਚਲੋ ਹੋਰ ਛੱਡੋ, ਸੁਖਮਨੀ ਸਾਹਿਬ ਤਾਂ ਸਾਰੇ ਗੁਰਮੁਖ ਪੜ੍ਹਦੇ, ਤੁਸੀਂ ਵੀ ਪੜ੍ਹਦੇ, ਹੋਰ ਵੀ ਪੜ੍ਹਦੇ ਆ। ਉਹਦੇ ਚ ਇੱਕ ਵਾਰੀ ਇਹ ਪੌੜੀ ਤਾਂ ਆਪਾਂ ਪੜ੍ਹਦੇ ਆ ਨਾ, ਤੇ ਉਹਦੇ ਕਹਿੰਦੇ ਏਕੋ ਜਪ ਏਕੋ ਸਾਲਾਹੇ ਏਕ ਸਿਮਰੇ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ। ਦਸਮ ਗ੍ਰੰਥ ਦੇ ਵਿੱਚ ਮਹਾਰਾਜ ਕੇ ਪ੍ਰਣਵ ਆਦਿ ਏਕ ਓੰਕਾਰਾ ਜਲ ਥਲ ਮਹੀਲ ਕੀਓ ਪਸਾਰਾ। ਤੋ ਇਸ ਕਰਕੇ ਫਿਰ ਸਿੱਧਾ ਨੇ ਪੁੱਛਿਆ, ਕਹਿਣ ਲੱਗੇ ਚਲੋ ਜੀ ਇੱਕ ਬਾਰੇ ਤਾਂ ਓੰਕਾਰ ਬਾਰੇ ਸਾਨੂੰ ਇਹ ਆ ਗਈ ਸਾਰੀ ਸਮਝ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਵੀ ਹੁਣ ਸਾਡਾ ਇੱਕ ਸਵਾਲ ਹੈ, ਸਿੱਧਾਂ ਦੇ ਵਿੱਚ ਬੜੇ ਬੜੇ ਜਿੱਥੇ ਰਿੱਧੀਆਂ ਸਿੱਧੀਆਂ ਦੇ ਮਾਲਕ ਉੱਥੇ ਬੜੇ ਚਤਰ ਪੁਰਸ਼ ਵੀ ਬੈਠੇ, ਚਲਾਕ ਬੁੱਧੀ ਤੀਕਸ਼ਣ ਵਾਲੇ, ਜਿਹਦੀ ਬੁੱਧੀ ਤੀਕਸ਼ਣ ਹੈ ਪ੍ਰਸ਼ਨ ਵੀ ਉਹੀ ਕਰਦਾ। ਹੁਣ ਇੱਕ ਸਿੱਧ ਨੇ ਸਵਾਲ ਕਰ ਦਿੱਤਾ, ਜਾਂ ਉਹਨਾਂ ਦੇ ਆਗੂਆਂ ਨੇ ਕਰਤਾ, ਹੀ ਲਿਖਿਆ ਨਹੀਂ ਹੈ। ਕੀ ਕਿਹਾ ਵੀ ਜਿਹੜਾ ਤੁਹਾਡਾ ਇਹ ਮੰਤਰ ਹੈ ਵੀ ਇਹ ਵਿਆਕਰਨ ਦੇ ਅਨੁਸਾਰ ਹੈਗਾ। ਉਹ ਬਹੁਤ ਸਾਰੇ ਨਾ ਲੋਕਾਂ ਨੂੰ ਵਿਆਕਰਨ ਬੜਾ ਨਸ਼ਾ ਚੜਿਆ ਹੋਇਆ ਵਿਆਕਰਨ ਦਾ। ਤੇ ਮਹਾਰਾਜ ਕਹਿੰਦੇ ਸਿੱਧੋ ਵੀ ਪਹਿਲੀ ਤਾਂ ਗੱਲ ਹੈ ਵੀ ਜਿਹੜੀ ਵਿਆਕਰਨ ਹੈ ਉਹ ਤਾਂ ਜੀਵ ਕਿਰਤ ਹੈ। ਸਾਡੀ ਜਿਹੜੀ ਰਚਨਾ ਹੈ ਇਹ ਦੇਖੋ ਗੁਰਬਾਣੀ ਨੂੰ ਸਮਝਣ ਦੀ ਲੋੜ ਹੈ। ਵਿਆਕਰਨ ਜਿਹੜੀਆਂ ਨਾ ਤੇ ਉਹ 8 ਵਿਆਕਰਨਾਂ ਮਸ਼ਹੂਰ ਨੇ, ਮਤਲਬ 9 ਮੰਨਦੇ ਆ। ਸਭ ਤੋਂ ਪਹਿਲੀ ਵਿਆਕਰਨ ਪਾਣਨੀ ਰਿਸ਼ੀ ਦੀ ਬਣਾਈ ਹੋਈ। ਪਾਣਨੀ ਰਿਸ਼ੀ ਮਰ ਕੇ ਪ੍ਰੇਤ ਬਣੇ ਦਾ ਆਧਾਰ ਗੁਰੂ ਨਾਨਕ ਨੇ ਕਾਂਸੀ ਵਿੱਚ ਕੀਤਾ ਹੈ, ਜਿਹਨੇ ਵਿਆਕਰਨ ਨੂੰ ਜਨਮ ਦਿੱਤਾ। ਪ੍ਰੇਤ ਬਣਿਆ ਹੋਇਆ ਸੀ। ਚਲੋ ਮੇਰਾ ਇਹ ਵੱਖਰਾ ਵੀ ਉਹਨੇ ਵਿਆਕਰਨ ਦਾ ਬਹੁਤ ਵਧੀਆ ਕੰਮ ਕੀਤਾ, ਉਹਦੀ ਸ਼ਲਾਘਾ ਹੈ। ਪਰ ਉਹਨੇ ਕਹਿ ਦਿੱਤਾ ਸੀ ਵੀ ਇਹ ਜਿਹੜੀ ਮੇਰੀ ਵਿਆਕਰਨ ਹੈ ਵੇਦਾਂ ਤੇ ਨਹੀਂ ਲੱਗੂਗੀ। ਹੁਣ ਵਾਲਿਆਂ ਨੇ ਤਾਂ ਵੇਦਾਂ ਤੇ ਵੀ ਲਾਤੀ ਨਾ, ਵੀ ਵੇਦਾਂ ਨੂੰ ਵੀ ਵਿਆਕਰਨ ਅਨੁਸਾਰ ਰੱਖਣਾ ਅਨੁਸਾਰ ਬਣਾਤਾ। ਪਰ ਉਸ ਵੇਲੇ ਉਹਨੇ ਕਿਹਾ ਸੀ ਇਹਦਾ ਸਬੂਤ ਯੂਨੀਵਰਸਿਟੀਆਂ ਦੇ ਵਿੱਚ ਇੱਕ ਡਾਕਟਰ ਸਾਹਿਬਾਨ ਨੇ ਦੱਸਿਆ, ਕਹਿੰਦੇ ਵੀ ਹਾਂ ਫਲਾਨੀ ਪੁਸਤਕ ਦੇ ਵਿੱਚ ਐਸਾ ਲਿਖਿਆ। ਪਾਣਨੀ ਰਿਸ਼ੀ ਨੇ ਕਿਹਾ ਸੀ ਇਹ ਮੇਰੀ ਕਿਰਤ ਹੈ, ਈਸ਼ਵਰ ਕਿਰਤ ਤੇ ਨਹੀਂ ਲਾਗੂ ਹੋਊਗੀ। ਪਰ ਸਾਡੇ ਵਾਲਿਆਂ ਨੂੰ ਇਹੋ ਜਿਹਾ ਨਸ਼ਾ ਚੜਿਆ, ਕਹਿਣਗੇ ਜੀ ਨਹੀਂ, ਕਥਾ ਵੀ ਵਿਆਕਰਨ ਅਨੁਸਾਰ ਹੋਣੀ ਚਾਹੀਦੀ ਹੈ, ਬਾਣੀ ਦਾ ਉਚਾਰਨ ਵੀ ਵਿਆਕਰਨ ਅਨੁਸਾਰ ਹੋਣਾ ਚਾਹੀਦਾ। ਵਿਆਕਰਨ ਦੇ ਅਧੀਨ ਗੁਰਬਾਣੀ ਨੂੰ ਕਰਕੇ ਗੁਰਬਾਣੀ ਦੀ ਸੁਤੰਤਰਤਾ ਖਤਮ ਹੋ ਜਾਂਦੀ ਹੈ। ਜੈਸੀ ਮੈਂ ਬੈ ਖਸਮ ਕੀ ਬਾਣੀ। ਤੇ ਜੀਵ ਦੇ ਬਣਾਏ ਕਾਨੂੰਨ ਰੱਬ ਤੇ ਲਾਗੂ ਨਹੀਂ ਹੋ ਸਕਦੇ, ਰੱਬ ਦੇ ਬਣਾਏ ਕਾਨੂੰਨ ਜੀਵ ਤੇ ਲਾਗੂ ਹੁੰਦੇ ਨੇ। ਮਹਾਰਾਜ ਕਹਿੰਦੇ ਵਿਆਕਰਨ ਦੇ ਅਨੁਸਾਰ ਬਣੀ ਹੈ, ਵਿਆਕਰਨ ਦੇ ਵਿਰੁੱਧ ਬਣੀ ਹੈ। ਮਹਾਰਾਜ ਨੇ ਤਾਂ ਕੁੰਡੀ ਰੱਖੀ ਸੀ। ਕਹਿੰਦੇ ਜੀ ਇਹ ਕਿਹੜੀ ਗੱਲ ਹੋਈ? ਕਹਿੰਦੇ ਜਿਸ ਤਰ੍ਹਾਂ ਦੀ ਪਹਿਲਾਂ ਹੋਈ ਵੀ ਜਿੱਥੇ ਵਿਆਕਰਨ ਕੰਮ ਦਿੰਦੀ ਹੈ ਉੱਥੇ ਵਿਆਕਰਨ ਅਨੁਸਾਰ ਅਰਥ ਕੀਤੇ ਜਾਂਦੇ ਨੇ ਤੇ ਨਹੀਂ ਬਾਣੀ ਦਾ ਸੁਤੰਤਰ ਰੂਪ ਹੈ। ਹੁਣ ਭਗਤ ਰਵਿਦਾਸ ਜੀ ਹੋਏ, ਭਗਤ ਕਬੀਰ ਜੀ ਹੋਏ, ਨਾਮਦੇਵ ਜੀ ਹੋਏ, ਸ਼ੂਦਰ ਕਹਿ ਕਹਿ ਕੇ ਤਾਂ ਉਹਨਾਂ ਨੇ ਮੰਦਰਾਂ ਚੋਂ ਭਜਾ ਦਿੱਤਾ। ਤੇ ਫਿਰ ਵਿਆਕਰਨ ਕਦੋਂ ਪੜ੍ਹਾਈ ਸੀ? ਬਾਣੀ ਉਹਨਾਂ ਦੀ ਵੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ। ਉਹ ਵਿਆਕਰਨ ਕਿੱਥੇ ਪੜ੍ਹੇ ਸੀ? ਵੀ ਸਵਾਲ ਉੱਠੂਗਾ ਨਾ ਇਹ। ਇਸ ਕਰਕੇ ਵਿਆਕਰਨ ਤੋਂ ਕੰਮ ਲਿਆ ਜਾ ਸਕਦਾ ਹੈ। ਗੁਰੂ ਨਾਨਕ ਦੇ ਘਰ ਦੀ ਸੇਵਾਦਾਰਨੀ ਤਾਂ ਹੈ, ਪਰ ਮਾਲਕਣੀ ਨਹੀਂ ਹੈ ਇਸ ਘਰ ਦੀ। ਮਾਲਕ ਗੁਰੂ ਨਾਨਕ ਨੇ ਜਿੰਨਾ ਕੰਮ ਦਿੰਦੀ ਉਹਨਾਂ ਕੰਮ ਲਓ, ਪਰ ਵਿਆਕਰਨ ਦੇ ਅਧੀਨ ਨਹੀਂ ਅਸੀਂ ਕਰ ਸਕਦੇ। ਮਹਾਰਾਜ ਕਹਿੰਦੇ ਵੀ ਤੁਹਾਡੀ ਸ਼ੰਕਾ ਦੀ ਨਿਵਰਤੀ ਵਾਸਤੇ ਅਸੀਂ ਵਿਆਕਰਨ ਅਨੁਸਾਰ ਸਿੱਧ ਕਰ ਦਿੰਦੇ ਹਾਂ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਕਹਿੰਦੇ ਜੀ ਕਿਸ ਤਰ੍ਹਾਂ ਰੱਖੋ? ਮਹਾਰਾਜ ਕਹਿੰਦੇ ਵੀ ਓੰਕਾਰ ਜਿਹੜਾ ਹੈ ਨਾ, ਓੰਕਾਰ ਸ਼ਬਦ ਜਿਹੜਾ ਅਵ ਧਾਤੂ ਤੋਂ ਬਣਿਆ, ਜਿਹਦਾ ਅਰਥ ਹੈ ਰੱਖਿਆ। ਰੱਖਿਆ ਕਰਨ ਵਾਲੇ ਨੂੰ ਓੰਕਾਰ ਮੰਨਿਆ। ਫਿਰ ਉਚਾਰਨ ਕਰਨ ਮਾਤਰ ਸੇ, ਉਚਾਰਨ ਕਰਨ ਵਾਲੇ ਦੀ ਰੱਖਿਆ ਕਰੇ ਤੇ ਉਹਨੂੰ ਕਹੀਏ ਓੰਕਾਰ। ਕਹਿੰਦੇ ਲੋ ਵਿਆਕਰਨ ਅਨੁਸਾਰ ਸਿੱਧ ਹੋ ਗਿਆ। ਤੇ ਫਿਰ ਸਿੱਧਾ ਨੇ ਦੂਸਰਾ ਸਵਾਲ ਕੀਤਾ, ਕਹਿੰਦੇ ਵੀ ਚਲੋ ਇਹ ਵੀ ਠੀਕ ਹੈ ਵੀ ਕੋਈ ਵੀ ਰਚਨਾ ਹੋਵੇ ਉਹ ਕਾਵ ਰਚਨਾ ਦੇ ਨਿਯਮਾਂ 'ਚ ਹੁੰਦੀ ਹੈ। ਵੀ ਤੁਹਾਡੀ ਇਹ ਰਚਨਾ ਜਿਹੜੀ ਕਾਵ ਸ਼ਾਸਤਰ ਦੇ ਅਨੁਸਾਰ ਹੈਗੀ। ਮਹਾਰਾਜ ਸਾਹਿਬ ਵੀ ਕਹਿੰਦੇ ਇਹ ਮੰਤਰ ਕਾਵ ਸ਼ਾਸਤਰਾਂ ਦੇ ਅਨੁਸਾਰ ਅਸੀਂ ਸਿੱਧ ਕਰ ਦਿੰਦੇ ਹਾਂ। ਜੇ ਤੁਹਾਡੀ ਤਸੱਲੀ ਕਾਵ ਰਚਨਾ, ਤੁਸੀਂ ਜੋ ਸ਼ੰਕਾ ਕਰੋ ਦਿਲ ਖੋਲ ਕੇ। ਕਹਿੰਦੇ ਵੀ ਉਹਦੇ ਵਿੱਚ ਆਕਾਰ ਉਕਾਰ ਮਕਾਰ ਤੇ ਅਰਧ ਬਿੰਦ ਮਾਤਰਕ ਪਦ ਨੇ। ਇਹਨਾਂ ਚਾਰਾਂ ਦਾ ਸਮੁਦਾ ਇਕੱਠ ਓੰਕਾਰ ਸ਼ਬਦ ਬਣਿਆ।
आकार उकार मुकार पुन अर्ध बिंद पहचान, चारों को समुदाय जो ओंकार पहचान। संधि प्रछेद करके जो ਊੜੇ ਦੇ ਵਿੱਚ ਅੱਖਰ ਨੇ, 3 ਡੰਡੀਆਂ ਨੇ ਉਹਦੇ ਵਿੱਚ, ਉਹਦੇ 3 ਡੰਡੀਆਂ ਨੂੰ ਊੜੇ ਦੇ ਵਿੱਚ ਧਿਆਨ ਨਾਲ ਦੇਖੋ। ਹੁਣ ਤੁਸੀਂ ਆਪਣੇ ਪੋਥੀਆਂ ਦੇ ਵਿੱਚ ਦੇਖ ਲਓ, ਤੇ ਜ਼ਬਾਨ ਵੀ ਪਤਾ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ, ਮੂਲ ਮੰਤਰ ਤਾਂ ਚ ਨਹੀਂ ਘਟੇ। ਇਹਦੇ ਚ ਜਿਹੜੀਆਂ 3 ਡੰਡੀਆਂ ਲੱਗੀਆਂ ਨੇ, ਆਕਾਰ ਉਕਾਰ ਮੁਕਾਰ। ਆਕਾਰ ਕਿਹਨੂੰ ਕਹਿੰਦੇ ਨੇ, ਇਹ ਉਸ ਤਰ੍ਹਾਂ ਸਮਝ ਨਹੀਂ ਆਉਣਾ, ਮੈਂ ਨਾਲ ਨਾਲ ਕੁਛ। ਆਕਾਰ ਦਾ ਅਰਥ ਹੈ ਐੜਾ, ਉਕਾਰ ਦਾ ਅਰਥ ਹੈ ਊੜਾ, ਮਕਾਰ ਦਾ ਅਰਥ ਹੈ ਮੰਮਾ। ਇਸ ਕਰਕੇ ਆਕਾਰ ਉਕਾਰ ਮੁਕਾਰ ਦਾ ਵਾਚਕ ਹੋ ਗਿਆ। ਤੇ ਉੱਪਰ ਜਿਹੜੀ ਮੁੜਵੀਂ ਲਕੀਰ ਹੈ, ਇਹਨੂੰ ਕਹਿੰਦੇ ਅਰਧ ਬਿੰਦੂ, ਬਿੰਦੂ ਦਾ ਕੰਮ ਦਿੰਦੀ ਹੈ, ਅਰਧ ਬਿੰਦੂ। ਤੇ ਉਹ ਜਿਹੜੀ ਹੈ ਉਹ ਸਾਰਿਆਂ ਦਾ ਅਧਿਸ਼ਠਾਨ ਰੂਪ ਬਣਦੀ ਹੈ। ਇਹ ਚਾਰਾਂ ਦੇ ਇਕੱਠੇ ਨੂੰ ਓੰਕਾਰ ਕਹਿੰਦੇ ਨੇ, ਕਾਵਿ ਸ਼ਾਸਤਰ ਦੇ ਅਨੁਸਾਰ ਵੀ ਹੈ। ਫਿਰ ਸਦਨ ਜੇ ਓੰਕਾਰ ਦੇ ਪਹਿਲਾਂ ਜਿਹੜਾ ਏਕਾ ਲਾਇਆ ਹੈ, ਇਹ ਤਾਂ ਕੋਈ ਹੋਰ ਭੇਦ ਤਾਂ ਮਾਰੇ ਕਹਿੰਦੇ ਵੀ ਇੱਕ ਲਿਖ ਕੇ ਅਸੀਂ ਅਦਵੈਤ ਮਤ ਜਣਾਇਆ ਵੀ ਸਾਡਾ ਜਿਹੜਾ ਮਤ ਹੈ ਨਿਰਮਲ ਪੰਥ, ਇਹ ਅਦਵੈਤ ਮਤ ਹੈ। ਅਸੀਂ ਕਿਸੇ ਨਾਲ ਦਵੈਸ਼ ਨਹੀਂ ਕਰਦੇ। ਜੇ ਕੋਈ ਪੁੱਛਣ ਤੁਹਾਡਾ ਮਤ ਕੀ ਹੈ, ਚਲੋ ਸਿੱਖ ਮਤ ਵੀ ਅਸੀਂ ਕਹਿ ਦਿੰਦੇ ਹਾਂ ਉਹ, ਪਰ ਆਦ ਦੇ ਵਿੱਚ 2 ਸ਼ਬਦ, ਇੱਕ ਤਾਂ ਨਿਰਮਲ ਪਦ, ਨਿਰਮਲ ਪੰਥ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ। ਦੂਸਰਾ ਅਦਵੈਤ ਮਤ, ਗੁਰੂ ਨਾਨਕ ਦਾ ਅਦਵੈਤ ਮਤ ਹੈ। ਤੋ ਨਿਰਮਲ ਪੰਥ ਮੈਲ ਤੋਂ ਰਹਿਤ, ਦਵੈਸ਼ ਦੀ ਮੈਲ ਨਹੀਂ ਹੈ ਜਿਹਦੇ ਵਿੱਚ। ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਅਸੀਂ ਇੱਕ ਤਾਂ ਲਾਇਆ ਹੈ ਵੀ ਇਹਦੇ ਵਿੱਚ ਅਦਵੈਤ ਮਤ ਹੈ ਸਾਡਾ, ਤੇ ਇਸ ਕਰਕੇ ਅਸੀਂ ਅਦਵੈਤ ਮਤ ਜਣਾ ਦਿੱਤਾ ਹੈ। ਤੇ ਜਿਹੜਾ ਅਸੀਂ ਬ੍ਰਾਹਮਣੇ ਉਚਾਰਨ ਕਰ, ਖੱਤਰੀ ਨਾ ਉਚਾਰਨ ਪਿੱਛੇ ਵੀ ਸੁਣ ਚੁੱਕੇ ਹਾਂ। ਅਸੀਂ ਸਾਰਿਆਂ ਨੂੰ ਅਧਿਕਾਰ ਦੇ ਦਿੱਤਾ ਹੈ ਵੀ ਜਾਤ ਅਜਾਤ ਜਪੈ ਜਨ ਕੋਏ, ਜੋ ਜਪੈ ਤਿਸ ਕੀ ਗਤ ਹੋਏ। ਤਾਂ ਮੇਰੇ ਕਹਿੰਦੇ ਸਿੱਧੋ ਸਾਡਾ ਅਦਵੈਤ ਮਤ ਹੈ। ਜਿਵੇਂ ਬੱਦਲਾਂ ਦਾ ਜਿਹੜਾ ਮੀਂਹ ਹੈ ਨਾ, ਉਹ ਜਦੋਂ ਪੈਂਦਾ ਸਾਰਿਆਂ ਥਾਵਾਂ ਤੇ ਪੈਂਦਾ ਹੈ, ਪਹਾੜਾਂ ਦੇ ਉੱਚਿਆਂ ਟਿੱਬਿਆਂ ਤੇ ਵੀ ਲਾਭ ਪਹੁੰਚਦਾ ਹੈ। ਕਹਿੰਦੇ ਜਾਤੀ ਅਜਾਤੀ ਸਾਰੇ ਵਰਨ ਆਸ਼ਰਮ ਸਾਰਿਆਂ ਨੂੰ ਲਾਭ ਪਹੁੰਚੂਗਾ ਸਾਡੀ ਬਾਣੀ। ਤੇ ਇਸ ਕਰਕੇ ਫਿਰ ਇਹ ਸਾਡਾ ਮਹਾਰਾਜ ਨੇ ਇੱਕ ਓੰਕਾਰ ਦੇ ਆਦਿ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਕਰਕੇ ਵੀ ਓੰਕਾਰ ਦਾ ਏਕਾ ਲਗਾਉਣ ਦੇ ਪੇਸ਼ ਹੀ। ਹੁਣ ਇਹਦਾ ਦੂਸਰਾ ਅਰਥ ਸ਼ੁਰੂ ਹੁੰਦਾ ਹੈ। ਇਹਦੇ 'ਚ ਹੁਣ ਮੈਂ ਬੇਨਤੀ ਕਰੂੰਗਾ ਵੀ ਇਹ ਹੈ ਗੂੜ ਅਰਥ। ਅੱਖਰਾਂ 'ਚ ਪੂਰਾ ਧਿਆਨ ਰੱਖੋ, ਬੁੱਧ ਦੇ ਵਿੱਚ ਇਹਨੂੰ ਗ੍ਰਹਿਣ ਕਰੋ ਤਾਂ ਕਿ ਇਹ ਜਿਹੜੀ ਗੂੜ ਵਿਚਾਰ ਹੈ ਸਾਡੀ ਸਮਝ ਆਵੇ। ਹਾਂਜੀ, ਦੁਬਾਰੇ ਬੋਲੋ। ਇੱਕ ਓੰਕਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹਦਾ ਜਿਹੜਾ ਦੂਸਰਾ ਵਰਣਨ ਕੀਤਾ ਹੈ, ਤੇ ਉਹਦੇ 'ਚ ਹੁਣ ਸ਼ੰਕਾ ਕਰਦੇ ਨੇ। ਸ਼ੰਕਾ ਬੜੀਆਂ ਗਹਿਰੀਆਂ ਨੇ ਸਿੱਧਾਂ ਦੀਆਂ। ਜਦੋਂ ਸ਼ੰਕਾ ਗਹਿਰੀ ਹੈ ਤਾਂ ਉੱਤਰ ਜ਼ਰੂਰ ਗਹਿਰਾ ਹੋਏਗਾ। ਜੇ ਕੋਈ ਕਹੇ ਨਾ ਵੀ ਸੰਪਰਦਾ ਨੇ ਐਡੇ ਗੂੜੇ ਅਰਥ ਕਿਉਂ ਕਰ ਦਿੱਤੀ, ਇਹਨਾਂ ਦੀ ਕੀ ਲੋੜ ਸੀ, ਇਹ ਸਿੱਧਾਂ ਦੀਆਂ ਸ਼ੰਕਾ ਗੂੜੀ ਹੈ ਤਾਂ ਉੱਤਰ ਵੀ ਗੂੜਾ ਹੀ ਹੋਊਗਾ। ਉਹਨਾਂ ਕਿਸੇ ਸਿੱਧਾਂ ਦਾ ਸਵਾਲ ਸੀ ਵੀ ਸ਼ਾਸਤਰ ਦੇ ਵਿੱਚ ਵਿਖਿਆਨ ਦੇ 6 ਅੰਗ ਹੁੰਦੇ ਨੇ। ਉਹਨਾਂ 6 ਅੰਗਿਆਂ ਦੇ ਵਿੱਚ ਇੱਕ ਤਾਂ ਹੁੰਦਾ ਵੀ ਪਦ ਨੂੰ ਪਹਿਲਾਂ ਪਦ ਛੇਦ ਕਰਨਾ, ਫਿਰ ਪਦ ਅਰਥ ਦੱਸਣੇ, ਤੇ ਪਦ ਦੀ ਸੰਧੀ ਪ੍ਰਛੇਦ ਕਰਕੇ ਵਿਉਂਤਬੰਦੀ ਕਰਨੀ, ਅਨਵੇਂ ਕਰਨਾ, ਸ਼ੰਕਾਵਾਦੀ ਵਾਲੀ ਸ਼ੰਕਾ ਕੋਲੋਂ ਕਰਨੀ, ਸ਼ੰਕਾ ਦਾ ਸਮਾਧਾਨ ਕਰਨਾ। ਤੇ ਇਹਦੇ ਵਿੱਚ ਕਿਸੇ ਥਾਂ ਤੇ ਦਾਸ ਦੇ ਧਿਆਨ ਵਿੱਚ ਆਈ ਸੀ ਗੱਲ, ਹੁਣ ਮੇਰੇ ਇਹ ਵੀ ਨਹੀਂ ਚੇਤਾ ਰਿਹਾ ਵੀ ਕਿਹੜੇ ਗ੍ਰੰਥ ਚੋਂ ਪੜ੍ਹੀ ਹੈ, ਪਰ ਇੱਕ ਸੁਰਤੀ ਦੇ ਵਿੱਚ 5 ਚੀਜ਼ਾਂ ਲਿਖੀਆਂ ਹੋਈਆਂ ਸੀ। ਤੇ ਉਹਦੇ ਚ ਪਦੇ ਹੈ ਸਦਾ ਪਦਾਰਥ ਕਦ ਵਿਗ੍ਰਹਿ ਵਾਕੇ ਯੋਜਨਾ ਅਖਿਆਪਿਓਤ ਸਮਾਧਾਨੰ ਖਟ ਬਿਨੋ ਵਿਆਖਿਆਨੁ ਸਿਮਰਤਮ। ਅਰਥ ਇਹਦਾ ਇਹੀ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ। ਉਹ ਸੰਸਕ੍ਰਿਤ ਦੇ ਵਿੱਚ ਹੈ, ਜਿਹੜੀ ਇਹ ਆਪਾਂ ਸਰਲ ਭਾਸ਼ਾ ਜੀ ਹੈ। ਵਿਖਿਆਨ ਦਾ ਜਿਹੜਾ ਪਹਿਲਾ ਅੰਗ ਹੈ ਉਹਦੇ ਚ ਕੀ ਹੈ, ਇੱਕ ਓੰਕਾਰ ਪਦ ਨੂੰ ਪਦ ਛੇਦ ਕਰਨਾ। ਮਾਰੇ ਕਹਿੰਦੇ ਇੱਕ ਜਮਾ ਓੰਕਾਰ, ਪਦ ਛੇਦ ਹੋ ਗਿਆ। ਦੂਸਰਾ ਵਿਖਿਆਨ ਦਾ ਅੰਗ ਹੈ ਪਦ ਅਰਥ ਦੱਸਣੇ। ਪਦ ਅਰਥ ਮਾਰੇ ਕਹਿੰਦੇ ਫਿਰ ਇਸ ਤਰ੍ਹਾਂ ਨੂੰ ਹੋ, ਇੱਕ ਅਦਵੈਤ ਸਰੂਪ ਹੈ ਜਿਹਦਾ ਕੋਈ ਸਾਨੀ ਨਹੀਂ, ਜਿਹਦਾ ਕੋਈ ਸ਼ਰੀਕ ਨਹੀਂ ਹੈ। ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ। ਉਹ ਇੱਕ ਅਦਵੈਤ ਸਰੂਪ ਹੈ। ਹੁਣ ਇਹ ਜਿਹੜੀ ਕੂਲੀ ਸੀ, ਜਦੋਂ ਮਹਾਰਾਜ ਕਾਂਸੀ ਵਿੱਚ ਗਏ ਨਾ, ਸੰਸਕ੍ਰਿਤ ਦੇ ਵਿੱਚ ਹੀ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਉੱਥੇ। ਤੇ ਹੁਣ ਜਿਹਾ ਜਿਹਾ ਸਵਾਲ ਹੈ ਉਹਦੇ ਚ ਮਹਾਰਾਜ ਨੇ ਫਿਰ ਗੂੜੀ ਗੱਲ ਕਹਿੰਦੇ ਵੀ ਅਦਵੈਤ ਕਿਵੇਂ ਆ। ਕਹਿੰਦੇ ਸਜਾਤੀ ਵਿਜਾਤੀ ਸਗਤ ਭੇਦ ਰਹਿਤ ਹੈ। ਉਹਦੇ ਚ 3 ਭੇਦ ਨਹੀਂ ਹੈ। ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ। ਇਹ 2 ਸ਼ਬਦ ਹਨ। ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ,
ਤੇ ਸਜਾਤੀ ਵਿਜਾਤੀ ਸਗਤ ਭੇਦ, ਇਹ ਵਿਦਾਨ ਦੀਆਂ ਗੂੜ ਗੱਲਾਂ। ਉਹਦੇ ਸਜਾਤੀ ਭੇਦ ਕਿਸ ਨੂੰ ਕਹਿੰਦੇ ਨੇ? ਉਸੇ ਜਾਤੀ ਦਾ ਕੋਈ ਹੋਰ ਹੋਣਾ। ਜਿਵੇਂ ਮਨੁੱਖ ਦੀ ਜਾਤੀ ਦੇ ਅਨੇਕਾਂ ਮਨੁੱਖ, ਪਰ ਰੱਬ ਦੀ ਜਾਤ ਦਾ ਕੋਈ ਰੱਬ ਹੋਰ ਹੈ ਹੀ ਨਹੀਂ। ਇਸ ਕਰਕੇ ਇਹਨੂੰ ਕਹਿੰਦੇ ਸਜਾਤੀ ਭੇਦ ਪਰਮਾਤਮਾ 'ਚ ਨਹੀਂ ਹੈ। ਤੇ ਦੂਸਰਾ ਹੈਗਾ ਵਿਜਾਤੀ ਭੇਦ। ਵਿਜਾਤੀ ਭੇਦ ਇਹ ਕਹਿੰਦੇ ਨੇ ਦੂਸਰੀ ਜਾਤੀ ਦਾ ਬਰਾਬਰ ਦਾ ਕੋਈ ਹੋਣਾ, ਦੂਜੀ ਜਾਤੀ ਦਾ ਹੋਣਾ। ਜਿਵੇਂ ਮਨੁੱਖ ਦੇ ਬਰਾਬਰ ਪਸ਼ੂ ਨ, ਪੰਛੀ ਨ, ਇਹ ਦੂਸਰੀ ਜਾਤ ਹੋ ਗਈ। ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਤੇ ਤੀਸਰਾ ਸੁਗਤ ਭੇਦ। ਸੁਗਤ ਭੇਦ ਇਹਨੂੰ ਕਹਿੰਦੇ ਸਵੈ ਗਤੀ, ਆਪਣੇ ਆਪ ਵਿੱਚ ਭੇਦ। ਤੇ ਇਹ ਸਜਾਤੀ ਭੇਦ ਦੀ ਮੈਂ ਬੇਨਤੀ ਕਰ ਲਾਂ ਵੀ ਰੱਬ ਦੇ ਵਿਜਾਤੀ ਭੇਦ ਵੀ ਉਹਦੇ 'ਚ ਇਸ ਕਰਕੇ ਨਹੀਂ ਵੀ ਰੱਬ ਤੋਂ ਬਰਾਬਰ ਹੋਰ ਕੋਈ ਜਾਤੀ ਦਾ ਹੈ ਹੀ ਨਹੀਂ, ਸਾਰਾ ਉਹਦਾ ਆਪਣਾ ਰੂਪ ਹੀ ਹੈ। ਉਹ ਕਹਿੰਦੇ ਵੀ ਇਹ ਵਿਜਾਤੀ ਭੇਦ ਉਹਦੇ ਵਿੱਚ ਨਹੀਂ ਹੈ। ਸਿੱਧ ਨੇ ਪੁੱਛਿਆ, ਮਾਰੇ ਕਹਿੰਦੇ ਨਹੀਂ ਹੈ। ਕਹਿੰਦੇ ਫਿਰ ਰੱਬ ਤੋਂ ਆਹ ਸਾਰਾ ਸੰਸਾਰ ਵੱਖਰਾ ਜਿਹੜਾ ਇਹ ਵਿਜਾਤੀ ਭੇਦ ਨਹੀਂ ਉਹਦੇ 'ਚ? ਮਾਰੇ ਕਹਿੰਦੇ ਨਹੀਂ। ਮਾਰੇ ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਲਹਿਰ ਉੱਠਦੀ ਹੈ, ਉਹ ਲਹਿਰ ਸਮੁੰਦਰ ਦਾ ਰੂਪ ਹੁੰਦੀ ਹੈ। ਸਮੁੰਦਰ ਦਾ ਵਿਜਾਤੀ ਭੇਦ ਨਹੀਂ ਹੈ, ਸਮੁੰਦਰ ਦਾ ਰੂਪ ਹੈ। ਇਹ ਬੇਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਹੀ ਹੈ ਪਰਮੇਸ਼ਰ ਦਾ। ਤੋ ਇਸ ਕਰਕੇ ਵੀ ਮਨੁੱਖ ਦੀ ਵਿਜਾਤੀ ਹੋ ਸਕਦੀ ਹੈ। ਮਨੁੱਖ ਦੀ ਬੇਵਸੀ, ਮਨੁੱਖ ਤੋਂ ਪਰੇ ਜਾ ਕੇ ਜੀਵ ਪੈਦਾ ਹੁੰਦੇ ਨੇ। ਮਨੁੱਖ ਦੀ ਅਕਲ ਦੇ ਨਾਲ ਨਹੀਂ ਪੈਦਾ ਹੋ ਰਹੇ, ਮਨੁੱਖ ਤੋਂ ਬਾਹਰੇ ਹੋ ਕੇ ਪੈਦਾ ਹੋ ਰਹੇ। ਰੱਬ ਦੀ ਤਾਂ ਕੋਈ ਮਜਬੂਰੀ ਨਹੀਂ ਵੀ ਰੱਬ ਤੋਂ ਬਾਹਰ ਹੋ ਕੇ ਸੰਸਾਰ ਪੈਦਾ ਹੋ ਗਿਆ। ਇਸ ਕਰਕੇ ਉਹ ਕੋਈ ਵਿਜਾਤੀ ਭੇਦ ਨਹੀਂ। ਰਹੀ ਗੱਲ ਸੁਗਤ ਭੇਦ। ਸੁਗਤ ਭੇਦ ਉਹਨੂੰ ਕਹਿੰਦੇ ਨੇ ਆਪਣੇ ਸਰੀਰ ਤੇ ਮਿਸਾਲ ਲਾਓ। ਆਪਣੇ ਪੈਰ ਹੋਰ ਤਰ੍ਹਾਂ ਦੇ ਨੇ ਤੇ ਪੈਰ ਜਿਹੜੇ ਉਹ ਹੱਥਾਂ ਵਰਗੇ ਨਹੀਂ, ਹੱਥ ਪੈਰਾਂ ਵਰਗੇ ਨਹੀਂ। ਹੋ ਗਿਆ ਨਾ ਭੇਦ ਵਿੱਚ। ਫਿਰ ਹੱਥ ਦੇ ਵਿੱਚ ਉਂਗਲਾਂ ਵੱਖਰੀਆਂ ਵੱਖਰੀਆਂ ਨੇ, ਬਾਹਾਂ ਵੱਖਰੀਆਂ ਨੇ, ਲੱਤਾਂ ਵੱਖਰੀਆਂ ਨੇ, ਸਿਰ ਵੱਖਰਾ ਹੈ, ਨੱਕ ਮੂੰਹ ਅੱਖ ਵੱਖਰਾ ਹੈ। ਇਹਨੂੰ ਕਹਿੰਦੇ ਹੈ ਆਪਣਾ ਹੀ ਸਰੀਰ ਸੁਗਤ ਭੇਦ। ਇੱਕ ਬਿਰਸ਼ ਹੈ, ਉਹਦਾ ਮੁੱਢ ਵੱਖਰਾ ਹੈ, ਤਣਾ ਵੱਖਰਾ ਹੈ, ਟਾਹਣੀਆਂ ਵੱਖਰੀਆਂ, ਟਾਹਣੇ ਵੱਖਰੇ, ਫਲ ਫੁੱਲ ਪੱਤੇ ਸਾਰੇ ਵੱਖਰੇ ਨੇ। ਇਹ ਬਿਰਸ਼ ਦਾ ਸੁਗਤ ਭੇਦ ਹੈ। ਤੋ ਇਸ ਕਰਕੇ ਪਰਮਾਤਮਾ ਦੇ ਵਿੱਚ ਸੁਗਤ ਆਪਣੇ ਆਪ ਵਿੱਚ ਵੀ ਕੋਈ ਭੇਦ ਨਹੀਂ ਹੈ। ਉਹ ਇਸ ਕਰਕੇ ਸਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਉਹਦੇ ਤੇ ਇਹ ਕਲਾ ਹੈ। ਸਭ ਮੈਂ ਜੋ ਜੋ ਸਹਿਤ ਇਸ ਦੇ ਚਰਨ ਸਭ ਮੈਂ ਚਨੋ। ਇਸ ਕਰਕੇ ਉਹ ਸਜਾਤੀ ਗਾਤੀ ਭੇਦ ਤੋਂ। ਰਹੀ ਗੱਲ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ। ਸਾਡਾ ਦੇਸ਼ ਜਿਵੇਂ ਆਹ ਲਾ ਲਓ ਪੰਜਾਬ ਜਿੱਥੇ ਅਸੀਂ ਰਹਿ ਰਹੇ ਹਾਂ, ਪੰਜਾਬ ਦੇ ਵਿੱਚ ਇਹ ਜੀ ਮਾਲਵਾ ਹੈ, ਇਹ ਮਾਝਾ ਹੈ, ਇਹ ਦੁਆਬਾ ਹੈ, ਇਹਦੇ 'ਚ ਭੇਦ ਹੈ। ਹਿੰਦੁਸਤਾਨ ਉਹਦੇ ਵੱਖਰੀਆਂ ਵੱਖਰੀਆਂ ਸਟੇਟਾਂ, ਪਾਕਿਸਤਾਨ ਵੱਖਰਾ ਹੈ, ਹਿੰਦੁਸਤਾਨ ਵੱਖਰਾ ਹੈ, ਚੀਨ ਬਰਮਾ ਵੱਖਰਾ ਹੈ, ਇੰਗਲੈਂਡ ਵੱਖਰੀ ਹੈ, ਕੈਨੇਡਾ, ਕਿੰਨੇ ਮੁਲਕਾਂ ਦੀ ਤੁਸੀਂ ਗਿਣ ਲਓ। ਇਹ ਵੱਖਰੇ ਨਾ, ਦੇਸ਼ ਵੱਖਰੇ ਨੇ, ਪਰ ਪਰਮਾਤਮਾ ਦਾ ਕੋਈ ਦੇਸ਼ ਵੱਖਰਾ ਨਹੀਂ ਹੈ। ਨਵੋਂ ਦੇਸ਼ ਦੇਸੇ ਉਹ ਪਰਮੇਸ਼ਰ ਤਾਂ ਸਭਨੀ ਥਾਈ ਰਵਿਆ ਆਪ, ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ਼ ਹੈ। ਕਾਲ ਨਾਮ ਹੈ ਸਮੇਂ ਦਾ। ਸਾਡਾ ਜਨਮ ਕਾਲ ਦੇ ਅਧੀਨ ਹੋਇਆ। ਕੋਈ ਸਮਾਂ ਹੀ ਸੀ ਨਾ, ਕੋਈ ਦਿਨੇ ਜੰਮਿਆ, ਕੋਈ ਰਾਤ ਨੂੰ ਜੰਮਿਆ, ਤੇ ਮਰਨਾ ਵੀ ਸਮੇਂ ਦੇ ਅਨੁਸਾਰ ਹੋਣਾ ਹੈ। ਕਾਲ ਇਹਨੂੰ ਖਤਮ ਹੋਣ ਨੂੰ ਵੀ ਕਾਲ ਕਹਿੰਦੇ ਨੇ। ਪਰ ਪਰਮਾਤਮਾ ਦੇ ਉੱਤੇ ਇਹ ਕਾਲ ਦਾ ਕੋਈ ਵਿਧਾਨ ਨਹੀਂ ਹੈ। ਉਹ ਕਾਲ ਤੋਂ ਰਹਿਤ ਹੈ, ਅਕਾਲ ਹੈ। ਤੇ ਇਸ ਕਰਕੇ ਨਾ ਤਿਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ। ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ। ਅਜਨਮ ਹੈ ਅਵਰਨ ਹੈ, ਦੇਸ਼ ਤੋਂ ਵੱਖਰਾ, ਕਾਲ ਤੋਂ ਵੱਖਰਾ। ਤੇ ਵਸਤੂ ਜਿਹੜੀ ਹੈ, ਸਾਰੀਆਂ ਵੈਸੇ ਤਾਂ ਵਸਤੂਆਂ ਵੱਖਰੀਆਂ ਵੱਖਰੀਆਂ, ਪਰ ਵਿਦਾਂਤ ਵਿੱਚ ਵਸਤੂ ਕਿਹਨੂੰ ਕਿਹਾ? ਜੀਵ ਦੀਆਂ ਤਿੰਨ ਵਸਤੂਆਂ ਵਿਅਸ਼ਟੀ ਭੇਦ ਕਰਕੇ। ਵਿਅਸ਼ਟੀ ਦਾ ਅਰਥ ਹੁੰਦਾ ਵੱਖਰਾ। ਮੈਂ ਉਹ ਪਦ ਨਾਲ ਦੀ ਨਾਲ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀ ਦੱਸੇ ਜਾਣ। ਫਿਰ ਵੀ ਨਾ ਕੋਈ ਤੁਹਾਡੇ ਸਮਝ ਆਵੇ, ਤੁਸੀਂ ਮੈਨੂੰ ਬਾਅਦ ਦੇ ਵਿੱਚ ਵੀ ਪੁੱਛ ਸਕਦੇ ਹੋ। ਜਿੰਨਾ ਕੁ ਮੈਨੂੰ ਆਉਂਦਾ ਹੈ ਮਹਾਂਪੁਰਖਾਂ ਤੋਂ, ਗ੍ਰੰਥਾਂ ਤੋਂ, ਉਹ ਮੈਂ ਦੱਸਣ ਦੇ ਕਦੇ ਕੋਈ ਇਸ ਤਰ੍ਹਾਂ ਨਾ ਨੁਕਰ ਨਹੀਂ ਕੀਤੀ, ਪਰ ਮੈਂ ਕੋਸ਼ਿਸ਼ ਕਰਦਾ ਵੀ ਪੁੱਛਣ ਤੱਕ ਦੀ ਗੁੰਜਾਇਸ਼ ਨਾ ਆਪ ਜੀ ਨੂੰ ਆਵੇ। ਵਸਤੂ ਵਿਅਸ਼ਟੀ ਭੇਦ ਕਰਕੇ ਤਿੰਨ ਭੇਦ ਮੰਨਿਆ। ਵਿਸ਼ਵ ਨਾਮੇ ਜੀਵ, ਇਹ ਹੁਣ ਆਪਣੀ ਗੱਲ ਹੈ, ਤੁਹਾਡੀ ਗੱਲ ਹੈ, ਮੇਰੀ ਗੱਲ ਹੈ। ਵਿਸ਼ਵ ਨਾਮੇ ਜੀਵ ਜਿਹੜਾ ਹੈ ਨਾ, ਉਹ ਜਾਗਰਤ ਅਵਸਥਾ ਦਾ ਉਗਾਨੀ ਹੈ। ਤੁਸੀਂ ਹੁਣ ਕਥਾ ਸੁਣਦੇ ਹੋ, ਪੋਥੀਆਂ ਪੜ੍ਹ ਰਹੇ ਹੋ, ਇਹ ਜਾਗਰਤ ਅਵਸਥਾ 'ਚ ਕਰ ਰਹੇ ਹੋ। ਮੈਂ ਜਾਗਰਤ ਅਵਸਥਾ 'ਚ ਬੋਲ ਰਿਹਾ।
ਪਰ ਇਸ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਦੇਵ ਕੌਣ ਹੈ, ਮਾਲਕ ਕੌਣ ਹੈ, ਜਿਹੜਾ ਜਗਾ ਕੇ ਰੱਖ ਰਿਹਾ ਸਾਨੂੰ? ਉਹ ਵਿਸ਼ਵਨਾਮੇ ਜੀਵ ਹੈ। ਜਿਹੜਾ ਜੀਵ ਹੈ ਨਾ, ਉਹ ਸਾਡੇ ਸੱਜੇ ਨੇਤਰ ਦੇ ਬਿਲਕੁਲ ਬੈਕ ਸਾਈਡ ਤੇ ਬਰੀਕ ਨਾੜੀਆਂ, ਤੇ ਉਹਦੇ ਵਿੱਚ ਤਾਂ ਉਹ ਵਿਸ਼ਵਨਾਮੇ ਜੀਵ ਦਾ ਜਿਹੜਾ ਬਸ ਹੈ। ਤੇ ਜਿਹੜੀ ਬੁੱਧ ਖੱਬੇ ਨੇਤਰ ਦੇ ਪਿਛਲੇ ਪਾਸੇ ਇਹਦਾ ਨਿਵਾਸ ਹੈ ਜੀ ਮਹਾਤਮਾ। ਤੇ ਇਸ ਕਰਕੇ ਇਹ ਮਹਾਰਾਜੇ ਦੀ ਨਿਆਈਆਂ, ਉਹ ਰਾਣੀ ਦੀ ਨਿਆਈਆਂ, ਜਿਹੜੀ ਸਾਡੀ ਬੁੱਧ ਹੈ, ਜਿਹੜੀ ਹੁਣ ਵਿਚਾਰ ਕਰ ਰਹੀ ਹੈ ਜਾਂ ਵਿਚਾਰ ਸੁਣ ਰਹੀ ਹੈ। ਸਾਨੂੰ ਆਪਣੇ ਆਪ ਦਾ ਗਿਆਨ ਵੀ ਕਦੇ ਅਸੀਂ ਇਹਦੀ ਜ਼ਰੂਰਤ ਨਹੀਂ ਸਮਝੀ। ਇਹ ਬੇਲੋੜਾ ਹੋ ਗਿਆ ਅੱਜ ਗਿਆਨ। ਇਹਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਵੀ ਇਹ ਸਮਝ ਚੋਂ ਨਹੀਂ ਆ ਰਿਹਾ। ਫਿਰ ਮਨੁੱਖਾ ਜਨਮ ਜਿਹੜਾ ਉਹ ਤਾਂ ਗਿਆਨ ਵਾਸਤੇ ਮਿਲਿਆ ਸੀ। ਅਸੀਂ ਆਪਣੇ ਆਪ ਦਾ ਗਿਆਨ ਵੀ ਨਹੀਂ ਪ੍ਰਾਪਤ ਕਰਨਾ। ਤੇ ਅਰਥਾਂ ਦੇ ਵੀ ਸਾਨੂੰ ਸਵਯੰ ਆਪਣੇ ਆਪ ਦਾ ਗਿਆਨ ਦੇ ਰਹੇ ਨੇ ਮਹਾਰਾਜ ਸਾਹਿਬ। ਉਹ ਵਿਸ਼ਵਨਾਮੇ ਜੀਵ ਹੈ ਤੇ ਜਿਸ ਵਿਸ਼ਵ ਦਾ ਸਾਰਾ ਕਾਰਜ ਕਰਦਾ ਹੈ। ਵਿਅਸ਼ਟੀ ਭੇਦ ਕਰਕੇ ਵੱਖਰਾ ਹੈ। ਜਦੋਂ ਇਸ ਥਾਂ ਤੋਂ ਕੰਠ ਵਿੱਚ ਉਤਰੇ ਆਉਂਦਾ ਹੈ, ਕੰਠ ਦੇ ਵਿੱਚ ਪ੍ਰਤੀਤ ਨਾਮੇ ਨਾੜੀ ਹੈ। ਬਾਲ ਨੂੰ 200 ਹਿੱਸੇ ਚੀਰ ਕੇ ਕਰ ਲਏ ਜਾਣ, ਦਿਖਣ ਤੇ ਹਟ ਜਾਂਦਾ। 10-15 ਚੀਰ ਲਾ ਲਈਏ ਨਾ ਕਿਸੇ ਮਸ਼ੀਨਾਂ ਦੇ, ਉਹਦੇ ਨਾਲ ਦਿਸਣ ਤੇ ਹਟ ਜਾਣ। ਪਰ 100ਵੇਂ ਹਿੱਸੇ ਜਿੰਨੀ ਬਰੀਕ ਨਾੜੀ ਹੈ। ਗ੍ਰੰਥਾਂ 'ਚ ਲਿਖਿਆ ਹੈ ਕਿ ਸਾਡੇ ਅੰਦਰ 72 ਕਰੋੜ 72 ਲੱਖ 10,201 ਨਾੜੀਆਂ ਨੇ ਇਹ ਪਿੰਜਰੇ ਦੇ ਅੰਦਰ। ਸੁਣਿਆ ਜੋਗ ਜੁਗਤ ਤਨ ਭੇਦ, ਆਤਮਾ ਦੀ ਲੱਖ ਤੋਂ ਬਾਅਦ ਤਨ ਦੇ ਭੇਦ ਪ੍ਰਾਪਤ ਰਿਸ਼ੀਆਂ ਨੂੰ ਹੋਏ। ਉਹਨਾਂ ਨੇ ਦੱਸਿਆ, ਗੁਰੂ ਸਾਹਿਬ ਨੇ ਬਾਣੀ 'ਚ ਲਿਖ ਦਿੱਤਾ। ਉਹਦੇ ਵਿੱਚ ਆ ਕੇ ਜਦੋਂ ਨਿਵਾਸ ਕਰਦਾ ਹੈ ਉਹੀ ਸੀ। ਅਸਥਾਨ ਬਦਲ ਗਿਆ, ਕਿਰਿਆ ਬਦਲ ਗਈ ਤੇ ਉਹਦਾ ਨਾਮ ਵੀ ਬਦਲ ਗਿਆ। ਉਹਨੂੰ ਤੇਜਸ ਨਾਮੇ ਜੀਵ ਕਿਹਾ ਜਾਊਗਾ। ਤੇ ਉਸ ਵੇਲੇ ਨਵੀਂ ਸ੍ਰਿਸ਼ਟੀ ਰਚ ਲੈਂਦਾ। ਇਹ ਸ੍ਰਿਸ਼ਟੀ ਨਾਲ ਸੰਬੰਧ ਕੋਈ ਨਹੀਂ ਰਿਹਾ। ਜਦੋਂ ਆਪਾਂ ਸੁੱਤੇ ਪਏ ਹਾਂ, ਸੁਪਨਾ ਆਉਂਦਾ ਹੈ, ਆਹ ਸੰਸਾਰ ਦੇ ਪਦਾਰਥ ਨਾ ਹੋਏ ਨਾ, ਨਵੀਂ ਦੁਨੀਆ, ਨਵੀਂ ਸ੍ਰਿਸ਼ਟੀ ਰਚ ਲਈ। ਉਸ ਤੋਂ ਬਾਅਦ ਫਿਰ ਇਹਨੂੰ ਵੀ ਛੱਡ ਕੇ ਉਹ ਸਾਡੇ ਇਸ ਸਥਾਨ ਤੇ ਛਾਤੀ 'ਚ ਆ ਜਾਂਦਾ ਹੈ, ਹਿਰਦੇ 'ਚ ਆ ਜਾਂਦਾ ਹੈ। ਉਦੋਂ ਅਵਸਥਾ ਬਦਲ ਗਈ, ਸੁਪਨਾ ਵੀ ਖਤਮ ਹੋ ਗਿਆ, ਗੂੜੀ ਨੀਂਦ ਆ ਗਈ। ਗੂੜੀ ਨੀਂਦ ਦੇ ਵਿੱਚ ਇੱਥੇ ਆ ਗਿਆ। ਉਹਦਾ ਨਾਮ ਪ੍ਰਗਨਾਮੇ ਜੀਵ ਹੈ। ਤੇ ਪ੍ਰਗਨਾਮੇ ਜੀਵ ਜਿਹੜਾ ਹੈ ਸੁਖੋਪਤੀ ਅਵਸਥਾ ਦਾ ਅਭਿਮਾਨੀ ਦੇਵ ਹੈ। ਹੁਣ ਇੱਕੋ ਹੀ ਜੀਵ ਦੇ 3 ਨਾਂ ਹੋ ਗਏ। ਕਿਉਂ? ਕਿਰਿਆ ਤੇ ਅਸਥਾਨ ਭੇਦ ਹੈ। ਉਹੀ ਬੰਦਾ ਫੌਜ ਵਾਲੀ ਵਰਦੀ ਪਾ ਲਵੇ, ਕਹਿੰਦੇ ਫੌਜੀ ਤੁਰਿਆ ਜਾਂਦਾ ਹੈ। ਜੇ ਪੁਲਿਸ ਵਾਲੀ ਵਰਦੀ ਪਾ ਲਵੇ, ਕਹਿੰਦੇ ਪੁਲਿਸ ਵਾਲਾ ਤੁਰਿਆ ਜਾਂਦਾ ਹੈ। ਤੇ ਜੇ ਕੋਈ ਤੁਹਾਡੇ ਵਾਲਾ ਬਾਣਾ ਪਾ ਲਿਆ, ਕਹਿੰਦੇ ਗੁਰਸਿੱਖ ਤੁਰਿਆ ਜਾਂਦਾ ਹੈ। ਉਹੀ ਬੰਦੇ ਦੀ 3 ਅਸਥਾਨ ਤੇ ਕਿਰਿਆ ਬਦਲਦੇ ਨਾ 3 ਨਾਂ ਹੋ ਗਏ ਤੁਹਾਡੇ। ਇਸੇ ਤਰ੍ਹਾਂ ਸਾਡੀ ਜੀਵ ਆਤਮਾ ਦੇ 3 ਨਾਂ ਹੋ ਗਏ। ਇਹ ਵਿਅਸ਼ਟੀ ਭੇਦ ਕਰਕੇ ਇਹ 3 ਜਿਹੜੇ ਨਾਮ ਜਿਹੜੇ ਬੜੇ ਵੱਖਰੇ ਵੱਖਰੇ, ਤੇ ਵਿਸ਼ਵਨਾਮੇ ਜੀਵ, ਤੇਜਸਨਾਮੇ ਜੀਵ, ਪ੍ਰਗਨਾਮੇ ਜੀਵ ਹੋ ਗਿਆ। ਹੁਣ ਤੇ ਇਸ ਤੋਂ ਅੱਗੇ ਜਿਹੜਾ ਈਸ਼ਵਰ ਹੈ, ਉਹਦੇ ਵਿੱਚ ਵੀ ਵਿਅਸ਼ਟੀ ਭੇਦ ਕਰਕੇ 3 ਵਸਤੂਆਂ ਈਸ਼ਵਰ ਦੀਆਂ ਵੀ 3, ਉਹਦੇ 3 ਸਰੂਪ ਨੇ। ਕਿਹੜੇ ਕਿਹੜੇ? ਉਹਦੇ 'ਚ ਵਿਰਾਟ ਇੱਕ ਤਾਂ ਹੋ ਗਿਆ। ਵਿਰਾਟ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਬ੍ਰਹਮੰਡਾਂ ਤੇ ਸਾਰਿਆਂ ਜੀਵਾਂ ਦੀ ਜਾਗਰਤ ਅਵਸਥਾ ਦਾ ਇਕੱਠਾ ਹੀ ਜਿਹੜਾ ਹੈ ਅਭਿਮਾਨੀ, ਉਹਨੂੰ ਵਿਰਾਟ ਕਹਿੰਦੇ ਨੇ। ਜਿਵੇਂ ਇੱਕ ਬਿਰਛ ਦਾ ਬਿਰਛ ਕਹਾਉਂਦਾ, ਤੇ ਜਿਹੜੇ ਸਾਰੇ ਬਿਰਛ ਇਕੱਠੇ ਉਹਨੂੰ ਬਾਗ ਕਹਿੰਦੇ ਨੇ ਜਾਂ ਜੰਗਲ ਕਹਿੰਦੇ ਆ। ਇਸ ਤਰ੍ਹਾਂ ਵੀ ਸਿਰ ਉਹਦਾ ਉੱਪਰਲੇ 7 ਲੋਕ, ਚਰਨ ਉਹਦੇ ਪਤਾਲ, ਸਵਾਸ ਉਹਦੀਆਂ ਨਾਸਕਾਂ ਪਵਨ, ਸੱਜਾ ਖੱਬਾ ਨੇਤਰ, ਸੱਜਾ ਨੇਤਰ ਸੂਰਜ, ਖੱਬਾ ਨੇਤਰ ਉਸ ਦੇ ਜਿਹੜਾ ਖੱਬਾ ਨੇਤਰ ਚੰਦਰਮਾ ਦੀ ਨਿਆਈ, ਮੁੱਖ ਉਹਦਾ ਅਗਨੀ, ਹਿਰਦਾ ਵਿਸ਼ਨੂੰ, ਦੋਨੇ ਬਾਹਾਂ ਬਰਮਾ ਤੇ ਸ਼ਿਵ ਜੀ, ਪੇਟ ਸਮੁੰਦਰ, ਨਾੜੀਆਂ ਨਦੀਆਂ, ਹੱਡੀਆਂ ਪਰਬਤ, ਰੋਮ ਬਨਸਪਤੀ, ਬੀਰਜ ਮੇਘਮਾਲਾ। ਜਿੱਥੇ ਧਰਮ ਦਾ ਵਰਤਾਰਾ ਹੋ ਰਿਹਾ ਹੈ ਇਹ ਈਸ਼ਵਰ ਦਾ ਮੁਰਲਾ ਹਿੱਸਾ ਹੈ। ਜਿੱਥੇ ਅਧਰਮ ਹੋ ਰਿਹਾ ਇਹ ਈਸ਼ਵਰ ਦਾ ਪਿਛਲਾ ਪਾਸਾ ਹੈ, ਪਿਸ਼ਠ ਹੈ। ਤੋ ਇਸ ਕਰਕੇ ਇਹ ਜਿਹੜਾ ਈਸ਼ਵਰ ਦਾ ਵਿਰਾਟ ਰੂਪ ਦਾ ਵਰਤਾਰਾ ਹੈ, ਇਹ ਵਿਰਾਟ ਵਸਤੂ ਇੱਕ ਹੋ ਗਈ। ਦੂਸਰੇ ਕਹਿੰਦੇ ਹਿਰਨ ਗਰਭ। ਹੁਣ ਜਦੋਂ ਗਿਆਨੀ ਸਿੰਘ ਹਿਰਨ ਗਰਭ ਕਹਿੰਦੇ ਆ, ਜਾਂ ਮਹਾਂਪੁਰਖ ਕਥਾ ਦੇ ਹਿਰਨ ਗਰਭ ਕਹਿੰਦੇ ਸੀ, ਸੈਂਕੜੇ ਵਿਦਿਆਰਥੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਹਿਰਨ ਕੀ ਹੈ। ਜਿਨ੍ਹਾਂ ਨੇ ਵਿਦਾਂਤ ਪੜ੍ਹਿਆ ਉਹ ਜਦੇ ਖੁਸ਼ ਹੁੰਦੇ ਵੀ ਹਾਂ ਵੀ ਕਿਸ ਨੂੰ ਕਿਹਾ। ਹਿਰਨ ਗਰਭ ਦਾ ਮਤਲਬ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁਪਨ ਅਵਸਥਾ ਨੂੰ, ਜਿੰਨੇ ਜੀਵਾਂ ਨੂੰ ਸੁਪਨੇ ਆਉਂਦੇ ਨੇ ਸਾਰਿਆਂ ਨੂੰ ਸਮੁੱਚੇ ਰੂਪ ਵਿੱਚ, ਜਿਵੇਂ ਸਾਰਿਆਂ ਦੀ ਜਾਗਰਤ ਅਵਸਥਾ ਬਣੀ ਤਾਂ ਵਿਰਾਟ ਹੋ ਗਏ ਨਾ। ਸਾਰਿਆਂ ਦੀ ਸੁਪਨ ਜਿਹੜੀ ਅਵਸਥਾ ਹੈ ਉਹਨੂੰ ਹਿਰਨ ਨਾਮ ਪ੍ਰਕਾਸ਼ਣ ਦਾ, ਗਰਭ
ਨਾਮ ਕਰਨ ਦਾ, ਹਿਰਨ ਪ੍ਰਕਾਸ਼ ਗਿਰਭ ਕਰਨ, ਉਹ ਪ੍ਰਕਾਸ਼ਨ ਕਰਦਾ ਹੈ, ਹਿਰਨ ਗਰਭ, ਇਹ ਉਹਦਾ ਨਾਮ ਹੋ ਗਿਆ। ਇਹ ਉਹਦਾ ਦੂਸਰਾ ਸਰੂਪ ਹੈ। ਤੋ ਇਸ ਕਰਕੇ ਹੁਣ ਤੀਸਰਾ ਅਭਿਆਗ੍ਰਿਤ, ਸਮਸ਼ਟੀ ਉਪਾਧੀ ਕਰਕੇ ਸਾਰੀਆਂ ਦੀ ਸੁਖੋਪਤੀ ਅਵਸਥਾ ਦਾ ਜਿਹੜਾ ਅਭਿਮਾਨੀ ਹੈ ਉਹਨੂੰ ਅਭਿਆਕ੍ਰਿਤ ਕਹਿੰਦੇ ਨੇ। ਤੇ ਮਾਇਆ ਕਰਕੇ ਤਿੰਨ ਵਸਤੂਆਂ ਦੇ ਭੇਦ ਉਸ ਵਾਹਿਗੁਰੂ ਦੇ ਵਿੱਚ, ਇਹ ਤਿੰਨ ਜਿਹੜੇ ਨੇ, ਤੇ ਉਹ ਸਾਧ ਸੰਗਤ ਜੀ ਈਸ਼ਵਰ ਦੇ ਵਿੱਚ ਮੰਨੇ ਨੇ। ਇਹ ਤਿੰਨ ਵੱਖਰੀਆਂ ਤੇ ਜਿਹੜਾ ਹੈ ਹੁਣ ਅਗਲੀ ਬ੍ਰਹਮ ਹੈ ਜਿਹੜਾ, ਉਹ ਸਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਉੱਥੇ ਨਹੀਂ ਹੈ ਕੋਈ ਵੀ, ਬ੍ਰਹਮ ਦੇ ਵਿੱਚ ਨਹੀਂ ਹੈ। ਤੋ ਇਸ ਕਰਕੇ ਸੀ ਇਹ ਗੱਲ। ਤੇ ਇੱਕ ਓੰਕਾਰ ਆਪਣੀ ਇੱਛਾ ਕਰਕੇ ਇੱਕ ਤੋਂ ਅਨੇਕਾਂ ਹੋ ਜਾਵਾਂ ਤੇ ਸੱਚੀ ਪੈਦਾ ਹੋਊਗੀ। ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਨਾ। ਤੇ ਵਿਦਾਂਤ ਦੇ ਗ੍ਰੰਥ ਜੇ ਏਕ ਬ੍ਰਹਮ ਚੇਤਨ ਅਖੰਡ ਤਾਤੇ ਉਪਜੀ ਇੱਛਾ ਤਾਂ ਹੀ ਕੋ ਮਾਇਆ ਕਹੀਤ ਹੈ। ਜਿਹੜੀ ਉਹਨੂੰ ਇੱਛਾ ਪੈਦਾ ਹੋਈ ਇਹਦਾ ਨਾਮ ਹੀ ਮਾਇਆ ਹੈ। ਨੀਕੇ ਸੁਣਿਓ ਸਿੱਛਾ ਮਾਇਆ ਜੜ ਚੇਤਨ ਬ੍ਰਹਮ ਕੋ ਤਾਂ ਮੈਂ ਪਇਓ ਉਪਾਸ, ਸਤ ਰਜ ਤਮ ਤੀਨੋਂ ਉਪਜਾਏ ਤਿੰਨ ਤੇ ਦਵੈਤ ਵਿਲਾਸ। ਇਹ ਅਧਿਆਤਮ ਪ੍ਰਕਾਸ਼ ਵਿੱਚੋਂ ਏਕ ਹੂੰ ਬ੍ਰਹਮ ਏਕ ਹੂੰ ਬਹੁ ਸ਼ਾਮ ਪਰਜਾਇਆ ਤੇ ਬੇਦੀ ਸੋਤੀ ਹੈ, ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਤੇ ਮੁਸਲਮਾਨਾਂ ਨੇ ਕਿਹਾ ਵੀ ਖੁਦਾ ਨੇ, ਅੱਲਾ ਨੇ ਕੁਨ ਸ਼ਬਦ ਕਿਹਾ ਤੇ ਕਾਇਨਾਤ ਬਣ ਗਈ। ਇਹ ਵੀ ਉਹੀ ਗੱਲ ਹੈ। ਹਿੰਦੂ ਮਤ ਦੀ ਵੀ ਉਹੀ, ਉੱਥੇ ਆ ਕੇ ਗਿਆਨ ਦੇ ਵਿੱਚ ਇਹੀ ਗੱਲ ਇੱਕ ਆ ਜਾਏਗੀ। ਪ੍ਰਥਮੇ ਓੰਕਾਰ ਤਿਨ ਕਹਾ ਸੋ ਤੁਨ ਪੂਰ ਜਗਤ ਮੋਰਾ। ਸਾਰੀ ਸ੍ਰਿਸ਼ਟੀ ਓੰਕਾਰ ਦੀ ਧੁਨੀ ਤੋਂ ਪੈਦਾ ਹੋਈ ਹੈ। ਓੰਕਾਰ ਰੂੜੀ ਸ਼ਬਦ ਹੈ। ਰੂੜੀ ਸ਼ਬਦ ਕਿਹਨੂੰ? ਪ੍ਰਸਿੱਧ ਨੂੰ ਕਹਿੰਦੇ ਨੇ ਰੂੜੀ, ਇਹ ਸੰਸਕ੍ਰਿਤ ਦੇ ਸ਼ਬਦ ਨੇ। ਤੇ ਓੰਕਾਰ ਸਰਵਿਆਪੀ ਪਰਮਾਤਮਾ ਦਾ ਨਾਮ ਹੈ। ਤੇ ਸੰਕੇਤੀ ਅਰਥਾਂ ਦੇ ਵਿੱਚ ਗੁਰ ਸੰਕੇਤ ਅਨੁਸਾਰ ਸਰ ਪ੍ਰਕਾਸ਼ ਹੈ ਓੰਕਾਰ। ਜੈਸਾ ਓੰਕਾਰ ਉਤਪਾਤੀ ਕੀ ਆਦਿ ਨੇ ਸਦਾਰਤੀ ਵਿਆਕਰਨ ਦੇ ਅਨੁਸਾਰ ਅਬ ਧਾਤੂ ਤੋਂ ਬਣਿਆ ਹੋਰ ਕਰਕੇ ਇਹਦਾ ਰੱਖਿਆ ਕਰਨ ਵਾਲਾ, ਉਚਾਰਨ ਕਰਨ ਵਾਸਤੇ ਉਚਾਰਨ ਕਰਨ ਦੀ ਰੱਖਿਆ ਕਰਦਾ ਹੈ। ਜੋਗਸ਼ ਅਰਥ ਦੇ ਅਨੁਸਾਰ, ਜੋਗੀਆਂ ਦੇ ਮਤੋਂ ਅਨੁਸਾਰ ਜਿਹੜੋ ਪ੍ਰਾਣਾਂ ਨੂੰ ਦਸਮ ਦੁਆਰ ਲੈ ਜਾਣ ਵਾਲਾ ਹੈ ਉਹਨੂੰ ਓੰਕਾਰ ਕਹਿੰਦੇ ਨੇ। ਵੈਸ਼ਨੂੰ ਮਤੋਂ ਅਨੁਸਾਰ ਜੋ ਸਾਰੇ ਆਪਣੇ ਪਿਆਰੇ ਨੂੰ ਅੰਗੀਕਾਰ ਕਰਨ ਵਾਲਾ ਹੈ ਤੇ ਉਹਨੂੰ ਓੰਕਾਰ ਕਹਿੰਦੇ ਨੇ। ਮਾਤਰਾ ਦੇ ਭੇਦ ਕਰਕੇ ਓੰਕਾਰ ਸਤੋਗੁਣ ਦੀ ਪ੍ਰਦਾਨ ਕਰਕੇ ਵਿਸ਼ਨੂੰ ਦਾ ਰੂਪ, ਆਕਾਰ ਰਜੋਗੁਣ ਦੀ ਪ੍ਰਦਾਨ ਕਰਕੇ ਬ੍ਰਹਮਾ ਦਾ ਰੂਪ, ਮਕਾਰ ਤਮੋਗੁਣ ਦੀ ਪ੍ਰਦਾਨਤਾ ਕਰਕੇ ਉਹ ਸ਼ਿਵ ਦਾ ਰੂਪ। ਜਿਹੜਾ ਏਕਾ ਜੇ ਨਾਂ ਲਾਉਂਦੇ ਮਹਾਰਾਜ ਕਹਿੰਦੇ ਸਿੱਧੋ ਫਿਰ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਜਨੈਕ ਹੋ ਜਾਣਾ ਸੀ, ਜਿਵੇਂ ਤੁਹਾਡਾ ਓਮ ਸ਼ਬਦ। ਕਹਿੰਦੇ ਇਸ ਕਰਕੇ ਏਕਾ ਕਲਾ ਕੇ ਅਸੀਂ ਇਹ ਸਾਰਾ, ਤੇ ਇਹਦੇ ਵਿੱਚ ਸਾਰ ਸੀ ਉਹ ਸਾਰਿਆਂ ਜਿਹੜੀ ਓਮਕਾਰ ਅਧਿਸ਼ਠਾਨ ਰੂਪ ਸੱਤਾ ਦੇਣ ਵਾਲਾ ਬ੍ਰਹਮ। ਲੈ ਚਿੰਤਨ ਦੇ ਅਰਥ ਜਾਗਰਤ ਅਵਸਥਾ 'ਚ 42 ਭਾਵ ਸਫੁਰਨ ਹੁੰਦੇ ਨੇ। 5 ਗਿਆਨ ਇੰਦਰੇ, 5 ਜਿਹੜੇ ਕਰਮ ਇੰਦਰੇ, 5 ਗਿਆਨ ਇੰਦਰੇ ਤੇ 4 ਭੇਦ ਅੰਤਸ਼ਕਰਨ ਦੇ ਮਨ ਬੁੱਧ ਚਿੱਤ ਅਹੰਕਾਰ, ਇਹ 14 ਹੋ ਗਏ। 14 ਇਹਨਾਂ ਦੇ ਵਿਸ਼ੇ, 14 ਹੀ ਇਹਨਾਂ ਦੇ ਪ੍ਰੇਰਕ ਦੇਵਤੇ। ਤੇ ਹੁਣ ਜਿਹੜੇ ਤੁਹਾਡੇ ਚੋਂ ਪੜ੍ਹਿਆ ਉਹ ਖੁਸ਼ ਹੋ ਗਏ ਮੇਰੀ ਗੱਲ ਸੁਣ ਕੇ, ਕਿਉਂਕਿ ਉਹਨਾਂ ਨੂੰ ਇਹ ਗੱਲ ਆਈ ਹੋਈ ਹੈ ਓਕਾਰ, ਕਿ ਉਹਦਾ ਵਿਅਸ਼ਟੀ ਭੇਦ ਕਰਕੇ ਸਾਰੇ ਜੀਵਨ ਜਾਗਰਤੀ ਅਵਸਥਾ ਦਾ ਅਭਿਮਾਨੀ ਹੈ, ਸਮਸ਼ਟੀ ਪਦ ਕਰਕੇ ਪਿੱਛੇ ਆ। ਤੇ ਇਹ ਆਕਾਰ ਭੇਦ ਕਰਕੇ ਤੇਜਸ ਨਾਮੇ ਜੀਵ ਸੁਪਨ ਅਵਸਥਾ ਦਾ ਬਾਨੀ ਹੋ ਗਿਆ। ਸਮਸ਼ਟੀ ਭੇਦ ਕਰਕੇ ਸੂਖਮ ਸ੍ਰਿਸ਼ਟੀ ਦਾ ਸੁਪਨ ਅਵਸਥਾ ਦਾ ਹਿਰਨ ਗਰਭ ਪ੍ਰਕਾਸ਼ ਹੋ ਗਿਆ। ਤੇ ਮਾਤਰਾ ਦੇ ਤੇਜਸ ਅਭਿੰਨ ਹਿਰਨ ਗਰਭ ਦੀ ਵਾਚਕ ਹੈ, ਇਹ ਵਾਚ ਰੂਪ ਹੈ। ਮਕਾਰ ਹੈ ਜਿਹੜਾ ਵਿਅਸ਼ਟੀ ਭੇਦ ਕਰਕੇ ਪ੍ਰਗਿਆ ਨਾਮੇ ਜੀਵ ਸੁਖੋਪਤ ਅਵਸਥਾ ਬਾਨੀ ਹੋਇਆ ਨਾ, ਜਿੱਥੇ ਪਿੱਛੇ ਦੱਸਿਆ। ਸਮਸ਼ਟੀ ਭੇਦ ਕਰਕੇ ਸਾਰਿਆਂ ਦੀ ਸੁਖਪਤੀ ਅਵਸਥਾ ਦਾ ਅਭਿਆਗ੍ਰਿਤ, ਮਕਾਰ ਮਾਤਰਾ ਕਰਕੇ ਇਹ ਉਹਦੀ ਵਾਚ ਰੂਪ ਹੈ। ਅਰਧਬਿੰਦ ਸੁਧ ਬ੍ਰਹਮ ਦਾ ਵਾਚਕ ਹੈ। ਇਸ ਪ੍ਰਕਾਰ ਇਹਨਾਂ ਦਾ ਲੈ ਚਿੰਤਨ ਹੈ। ਲੈ ਚਿੰਤਨ ਦਾ ਪ੍ਰਕਾਰ ਹੈ ਬਿਸਮ ਨਾਮੇ ਜੀਵ ਨੂੰ ਬੈਰਾਟ ਦੇ ਵਿੱਚ ਲੈ ਕਰ ਦੇਣਾ, ਤੇਜਸ ਨਾਮੇ ਜੀਵ ਨੂੰ ਹਿਰਨ ਗਰਭ ਵਿੱਚ, ਪ੍ਰਾਗਿਆ ਨਾਮੇ ਜੀਵ ਨੂੰ ਅਭਿਆਗ੍ਰਿਤ ਵਿੱਚ, ਵਿਰਾਟ ਨਾਮੇ ਜੀਵ ਨੂੰ ਹਿਰਨ ਗਰਭ ਵਿੱਚ, ਹਿਰਨ ਗਰਭ ਨੂੰ ਅਭਿਆਕ੍ਰਿਤ ਵਿੱਚ, ਅਭਿਆਕ੍ਰਿਤ ਨੂੰ ਸੁਧ ਬ੍ਰਹਮ ਵਿੱਚ ਲੈ ਕਰ ਦੇਣਾ। ਅਰਧਬਿੰਦ ਅੱਧੇ ਭਾਗ ਦਾ ਬਿੰਦ ਜਿਹੜਾ ਪ੍ਰਕਾਸ਼ਨ ਹੋਵੇ ਉਹਨੂੰ ਸਾਖੀ ਵਾਚਕ ਹੈ, ਤੇ ਸਾਰਿਆਂ ਦਾ ਪ੍ਰਕਾਸ਼ ਹੋਣ ਕਰਕੇ ਸੁਧ ਬ੍ਰਹਮ ਦਾ ਵਾਚਕ ਹੈ। ਦੂਸਰਾ ਇਹਦਾ ਪ੍ਰਕਾਰ ਇਸ ਪ੍ਰਕਾਰ ਵੀ ਹੈ ਕਿ ਜਿਹੜਾ ਲੈ ਚਿੰਤਨ ਦਾ 5 ਸਤੂਲ ਤੱਤ ਤੇ ਸੂਖਮ ਤੱਤ ਮਾਤਰਾ, ਤਨ ਮਾਤਰਾ ਦੇ ਵਿੱਚ ਉਹਨਾਂ ਨੂੰ ਸੂਖਮ ਤੱਤਾਂ ਦੇ ਵਿੱਚ ਲੈ ਕਰਨਾ। ਤਨ ਮਾਤਰਾ ਕਿਹਨੂੰ ਕਹਿੰਦੇ ਨੇ? ਸਾਂਖ ਮਤ ਅਨੁਸਾਰ 5 ਤੱਤਾਂ ਦਾ ਬਿਨਾਂ ਮਿਲਾਵਟ ਜਿਹੜਾ ਆਦਿ ਰੂਪ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਉਤਪਤੀ ਦੇ ਪ੍ਰਕਾਰ ਦੇ ਵਿੱਚ ਲਿਖਿਆ ਕਿ ਪ੍ਰਕਿਰਤੀ ਤੋਂ ਪਹਿਲਾਂ ਮਹਿ ਤੱਤਵ ਦੀ ਉਤਪਤੀ, ਮਹਿ ਤੱਤਵ ਅਹੰਕਾਰ ਦੀ,
ਇਹ 16 ਦਰਵੇ ਇਹ ਕਰਕੇ ਮਹਿ ਤੱਤਵ ਦਾ ਹੈ। ਤੇ ਇਹ ਜਿਹੜਾ 5 ਤਨ ਮਾਤਰਾ ਤ੍ਰਿਧਾ ਹੰਕਾਰ ਮਹਿ ਤੱਤਵ ਪ੍ਰਕਿਰਤੀ ਪੁਰਖ ਹੈ, ਇਹਨਾਂ ਦੇ ਵਿੱਚ ਲੈ ਕਰਨਾ। ਇਹਨਾਂ ਸਾਰਿਆਂ ਦਾ ਤ੍ਰਿਧਾ ਹੰਕਾਰ ਕਿਹਨੂੰ ਕਹਿੰਦੇ ਨੇ? ਤ੍ਰਿਧਾ ਹੰਕਾਰ ਜਿਹੜਾ ਹੈ ਬੁੱਧ ਤੋਂ ਉਪਜਿਆ ਇੱਕ ਦਰਵਿਆ ਹੈ, ਮਹਿ ਤੱਤਵ ਦਾ ਵਿਕਾਰ, ਅਤੇ ਜਿਹਦੇ 5 ਕਰਮ ਜਿਹੜੀਆਂ ਇੰਦਰੀਆਂ ਨੂੰ ਪੈਦਾ ਹੁੰਦੀਆਂ ਨੇ, ਤੇ ਇਹਦੇ ਵਿੱਚ ਸ਼ਾਂਤਕ ਅਵਸਥਾ ਕਰਕੇ ਗਿਆਨ ਇੰਦਰੀਆਂ ਤੇ ਦੇਵਤੇ ਪੈਦਾ ਹੋਏ ਨੇ। ਰਾਜਸ ਤੇ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ ਪੈਦਾ ਹੋਈਆਂ। ਤੋ ਇਸ ਕਰਕੇ ਇਹ ਤਾਮਸ ਤੋਂ 5 ਤੱਤਾਂ ਦੀ ਰਚਨਾ ਹੋਈ। ਮਹਿ ਤੱਤਵ ਜਿਹੜਾ ਅੱਗੇ ਮਹਿ ਤੱਤਵ ਪ੍ਰਕਿਰਤੀ ਸਾਂਖ ਮਤ ਤੇ ਉਹ ਬੁੱਧ ਤੱਤ ਨੂੰ ਹੀ ਲਿਖਿਆ, ਇਹਦਾ ਕਾਰਨ ਬੁੱਧ ਤੱਤ ਨੂੰ ਹੀ ਲਿਖਿਆ ਹੈ। ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰਕਿਰਤੀ ਕਿਹਨੂੰ ਸਾਂਖ ਮਤ ਦੇ ਹੁੰਦਾ, ਜਗਤ ਦਾ ਮੂਲ ਬੀਜ ਹੈ ਜਿਹੜਾ, ਉਹਦਾ ਪ੍ਰਣਾਮ ਕਾਰਜ ਰੂਪ ਜਗਤ ਹੈ। ਪ੍ਰਕਿਰਤੀ ਮਹਿ ਤੱਤ ਤਨ ਮਾਤਰਾ ਇਹ ਪੈਦਾ ਹੋਏ ਨੇ। ਤੋ ਇਸ ਕਰਕੇ ਇਹ ਸਾਰੇ ਜਿਹੜੇ ਪੁਰਖ ਕਿਹਨੂੰ ਕਹਿੰਦੇ, ਸਾਂਖ ਮਤ ਅਨੁਸਾਰ ਪ੍ਰਕਿਰਤੀ ਤੋਂ ਭਿੰਨ ਇੱਕ ਪਦਾਰਥ, ਇੱਕ ਰਸ ਰਹਿਣ ਵਾਲਾ, ਅਕਰਤਾ ਅਸੰਗ, ਅਸੰਗੋ ਹੀ ਆਯੰ ਪੁਰਖਾ, ਇਹ ਕਹਿੰਦੇ ਨੇ ਉਹ। ਤੋ ਇਸ ਕਰਕੇ ਇਹ ਸਾਰੇ ਜਿਹੜੇ ਇਸ ਤਰ੍ਹਾਂ ਦੇ ਭੇਦ ਓੰਕਾਰ ਦੇ ਨਾਲ ਇਹ ਬਣਦੇ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹਦੇ ਹੋਰ ਵੀ ਅਰਥ, ਉਰਦਕ ਸਿਧਾਂਤਕ ਅਰਥ ਵੀ ਕਿਹਾ। ਇਹ ਲੈ ਚਿੰਤਨ ਸਤੂਲ ਤੱਤਾਂ ਦਾ ਕਾਰਜ ਦੇਹਾਂ ਨੂੰ, ਸਤੂਲ ਤੱਤਾਂ ਦੇ ਵਿੱਚ ਸੂਖਮ ਤੱਤਾਂ ਨੂੰ, ਤੇ ਸੂਖਮ ਤੱਤਾਂ ਦੇ ਵਿੱਚ ਸੂਖਮ ਤੱਤ ਨੂੰ ਤ੍ਰਿਧਾ ਹੰਕਾਰ, ਚਿੱਤੇਦਾ ਹੰਕਾਰ ਨੂੰ, ਮਹਿ ਤੱਤ ਨੂੰ ਪ੍ਰਕਿਰਤੀ ਚ, ਪ੍ਰਕਿਰਤੀ ਨੂੰ ਪੁਰਖ ਵਿੱਚ ਲੈ ਕਰਨਾ, ਇਹ ਲੈ ਚਿੰਤਨ ਹੈ। ਉਰਦ ਸਿਧਾਂਤ ਕਰਦਾ ਓੰਕਾਰ ਦਾ ਜਦੋਂ ਉਚਾਰਨ ਕਰਦੇ ਆ, ਪੈਰਾਂ ਤੋਂ ਲੈ ਕੇ ਮੱਥੇ ਤੱਕ ਸਾਰੇ ਸਰੀਰ ਨੂੰ ਉੱਚਾ ਉਰਦ ਕਰਨ ਵਾਲਾ, ਇਸ ਕਰਕੇ ਇਹਦਾ ਓੰਕਾਰ। ਜੋ ਖੇਮ ਓੰਕਾਰ ਅਵ ਧਾਤੂ ਤੋਂ ਬਣਿਆ ਹੋਣ ਕੇ ਅਰਥ ਪਾਲਣਾ ਕਰਨ ਵਾਲਾ, ਰੱਖਿਆ ਕਰਨ ਵਾਲਾ। ਇਹ ਰੱਖਿਆ ਤੇ ਪਾਲਣ ਕਰਨ ਵਾਲੇ ਯੋਗ ਤੇ ਖੇਮ ਕਹਿੰਦੇ ਨੇ। ਤੇ ਆਪ ਪ੍ਰਾਪਤ ਵਸਤੂ ਦੀ ਪ੍ਰਾਪਤੀ ਕਰਾਉਣ ਨੂੰ ਯੋਗ ਕਹਿੰਦੇ ਨੇ, ਪ੍ਰਾਪਤ ਵਸਤੂ ਦੀ ਰੱਖਿਆ ਕਰਨ ਨੂੰ ਖੇਮ ਕਹਿੰਦੇ ਨੇ। ਜੇ ਕੋਈ ਯੋਗ ਖੇਮ ਕੀ ਹੁੰਦੀ ਹੈ, ਯੋਗ ਤੇ ਖੇਮ ਗੁਣ ਕਰਕੇ ਉਹਦਾ ਨਾਮ ਓੰਕਾਰ ਹੈ। ਸਰੂਪ ਅਰਥ ਕਰਕੇ ਓੰਕਾਰ ਅਰਥ ਬ੍ਰਹਮ ਦਾ ਵੀ ਹੈ। ਜੋ ਬ੍ਰਹਮ ਉਚਾਰਨ ਜਦੋਂ ਜਿਹੜਾ ਉਚਾਰਨ ਕਰਦਾ ਹੈ ਉਹਦਾ ਸੋਏ ਸਰੂਪ ਹੀ ਹੋ ਜਾਂਦਾ ਹੈ, ਇਸ ਕਰਕੇ ਇਹਦਾ ਨਾਮ ਓੰਕਾਰ। ਇਹ 9 ਅਰਥ ਕੱਲੇ ਓੰਕਾਰ ਦੇ ਕੀਤੇ। ਸਤਨਾਮ ਤੇ ਜੋ ਤਿੰਨਾਂ ਕਾਲਾਂ ਵਿੱਚ ਨਾਸ ਤੋਂ ਰਹਿਤਾ ਉਹ ਸਤ ਸਰੂਪ ਹੈ। ਤ੍ਰਿਕਾਲਵਤ ਤੁਮ ਸਤਿਅਮ। ਦੂਸਰਾ ਅਰਥ ਹੈ ਜਿਹੜਾ ਸੱਤਾ ਸਾਰਿਆਂ ਨੂੰ ਦੇਣ ਵਾਲਾ ਹੈ, ਉਹਨੂੰ ਸਤ ਕਹਿੰਦੇ ਨੇ। ਜਿਹਦੀ ਚੇਤਨ ਸੱਤਾ ਹੋਵੇ, ਤੀਸਰਾ ਅਰਥ ਹੈ ਚੇਤਨਤਾ ਧਾਰ ਕੇ ਰਾਜ ਤਮ ਸਤਗੁਣ ਧਾਰਨ ਕਰਵਾ। ਤੇ ਇਹ ਜਿਹੜਾ ਉਹਨੂੰ ਸਤ ਸਰੂਪ ਕਿਹਾ ਜਾਂਦਾ ਹੈ। ਉਹ ਸਾਰਿਆਂ ਦੇ ਵਿੱਚ ਸੱਚ ਸਰੂਪ ਹੈ। ਨਾਮ ਨਾ ਜਮਾ ਆਮ, ਜੋ ਆਮ ਨਹੀਂ, ਭਾਵ ਸਾਰੇ ਸੰਸਾਰ 'ਚ ਪ੍ਰਸਿੱਧ ਹੈ। ਦੂਸਰਾ ਅਰਥ ਹੈ ਨਾ ਜਮਾ ਮੋਹ, ਜਿਸ ਵਿੱਚ ਨਾ ਕੀ ਨਹੀਂ ਹੈ, ਮੋਹ ਕੀ ਮੋਹ, ਸੋ ਕੀ ਹੈ ਨਾਮ। ਨਾ ਆਮ, ਜਿਹਦੇ ਵਿੱਚ ਆਮ ਨਾਮ, ਆਮ ਖਾਸ ਪ੍ਰਪੰਚ ਉਹਦੇ ਵਿੱਚ ਨਹੀਂ ਹੈ। ਨਾ ਆਮ ਨਾਮ ਰੋਗ ਦਾ ਹੈ, ਆਯੁਰਵੈਦਿਕ ਵਿੱਚ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਪਰਮੇਸ਼ਰ ਬ੍ਰਹਮ ਸਰੂਪ ਹੋਣ ਕਰਕੇ ਰੋਗ ਰਹਿਤ ਹੈ, ਇਸ ਕਰਕੇ ਉਹਦੇ 'ਚ ਕੋਈ ਰੋਗ ਨਹੀਂ। ਸੰਬੰਧਿਤ ਅਰਥ ਦੇ ਵਿੱਚ ਇਹਦੇ ਵਿੱਚ ਕਿਹਾ ਵੀ ਬੋਧਕ ਭਾਵ ਹੋਵੇ ਜਿਹਦੇ ਵਿੱਚ, ਉਹ ਨਾਮ ਕਹੀਦਾ। ਸਤ ਬੋਧ ਰੂਪ ਹੈ ਤੇ ਨਾਮ ਬੋਧਕ ਰੂਪ ਹੈ। ਇਉਂ ਬੋਧਕ ਭਾਵ ਸੰਬੰਧ ਹੋਣ ਕਰਕੇ ਸਤ ਸਰੂਪ ਨੂੰ ਜਣਾਉਣ ਵਾਲਾ ਨਾਮ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਇਸ ਕਰਕੇ ਇਹ ਸਤ ਤੇ ਨਾਮ ਦੇ ਇਹ ਅਰਥ ਹਨ। ਕਰਤਾ ਪੁਰਖ, ਕਰਤਾ ਉਹ ਸਾਰੀ ਜਗਤ ਨੂੰ ਰਚਣ ਵਾਲਾ ਹੈ। ਕਰਤੇ ਦਾ ਦੂਸਰਾ ਅਰਥ ਹੈ ਹੁਕਮ ਰੂਪੀ ਕਰ ਜਮਤਾ, ਕਰ ਨਾਮ ਹੱਥ ਦਾ, ਤੇ ਰੋਜੀ ਰੂਪ ਤਾ ਕੀ ਹੈ ਤਾਰ। ਕਰਤਾਰ ਦੇ ਵਿੱਚ ਉੱਥੇ ਹਰਾਰਾ ਅੱਖਰ ਲੱਗਿਆ ਹੋਇਆ, ਤੇ ਇੱਥੇ ਕਰਤੇ ਦੇ ਜੋ ਤੱਤ ਹੈ ਉਹ ਤਾਰ ਦਾ ਵਾਚਕ ਆ ਗਿਆ। ਹੁਕਮ ਰੂਪੀ, ਚੇਤਨ ਸੱਤਾ ਰੂਪੀ, ਰੋਜੀ ਰੂਪ ਜਿਹਦੇ ਤਾਰ ਹੱਥ ਵਿੱਚ ਸੋ ਕੀ ਹੈ ਕਰਤਾ। ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੋਣ ਕਰਕੇ ਉਹਦਾ ਨਾਮ ਤਾਂ ਕਰਤਾ ਹੈ। ਬਾਕੀ ਸਾਰਾ ਸੰਸਾਰ ਕਾਰਜ ਰੂਪ ਹੈ ਤੇ ਉਹ ਆਪ ਕਰਤਾ ਹੈ, ਪੈਦਾ ਕਰਨ ਵਾਲਾ ਹੈ। ਚੌਥਾ ਅਰਥ ਹੈ ਕਿਰਪਾ ਦਾ ਕਰਕੇ ਹੱਥ ਦੇ ਕੇ ਤਾਂ ਕਿ ਇਹ ਤਾਰਨ ਵਾਲਾ ਜੋ ਹੋਵੇ ਸੋ ਕੀ ਕਰਤਾ। ਪੰਜਵਾਂ ਅਰਥ ਹੈ ਕਉ ਜਮੈ ਰਤਾ, ਕਾ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਰੂਪ ਹੋ ਕੇ ਪ੍ਰੇਮ ਦੇ ਸਹਿਤ ਸਾਰਿਆਂ 'ਚ ਰਤਾ ਕੀਏ ਮਿਲਿਆ ਹੋਵੇ ਸੋ ਕੀਏ ਕਰਤਾ। ਪੁਰਖ ਜਤਰ ਦਿਸ਼ਾ ਹੋਏ ਫੈਲੇ ਅਨੁਰਾਗ। ਪੁਰਖ ਕਿਹਨੂੰ ਕਹਿੰਦੇ ਨੇ? ਪੁਰਖ ਦੇ ਅਰਥ ਜ਼ਿਆਦੇ ਨੇ। ਸਾਵਾਂ ਥਾਵਾਂ ਤੇ ਜੋ ਪਰਿਪੂਰਨ ਹੈ,
ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ। ਦੂਸਰਾ ਅਰਥ ਇਹਦਾ ਹੈ ਤੇ ਇੱਕ ਪੁਰਖ ਮਰਦ ਦੀ ਨਿਆਈ ਹੋ ਸਾਰੇ ਇਸਤਰੀਆਂ ਦੀ ਨਿਆਈ। ਉੱਥੇ ਵੀ ਇਹ ਵਰਤਿਆ ਹੈ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਮਾਈ। ਗੁਰਬਾਣੀ 'ਚ ਪੁਰਖ ਸ਼ਬਦ ਵੱਖਰੇ ਵੱਖਰੇ ਸ਼ਬਦਾਂ 'ਚ ਵੱਖਰੇ ਵੱਖਰੇ ਸਿਧਾਂਤ ਦੇ ਨਾਲ ਸੰਬੰਧਿਤ ਅਰਥ ਹੋਣ ਕਰਕੇ ਇਹਦੇ ਬਹੁਤ ਅਰਥ। ਊਂ ਜਮਾ ਰੱਖ ਪੂ ਨਾਮ ਨਰਕਾਂ ਦਾ ਰੱਖਿਆ ਕਰਨ ਵਾਲਾ। ਤੀਸਰਾ ਅਰਥ ਇਹਦਾ ਸੋ ਕਿ ਇਹ ਪੁਰਖ ਜਿਹੜਾ ਨਰਕਾਂ ਤੋਂ ਰੱਖਿਆ ਕਰੇ ਉਚਾਰਨ ਕਰਨ ਵਾਲੇ ਦੀ। ਪੁਰ ਜਮਖ ਬ੍ਰਹਮੰਡਾਂ ਰੂਪ ਪੁਰਖੀਏ ਪੁਰੀਆਂ ਦੇਹਾਂ ਰੂਪ ਪੁਰੀਆਂ ਦੇ ਵਿੱਚ ਖ ਕੀ ਆਕਾਸ਼ ਦੀ ਨਿਆਈ ਵਿਆਪਕ ਹੋਵੇ ਸੋ ਕੀ ਇਹ ਪੁਰਖ ਖ ਨਾਮ ਆਕਾਸ਼ ਦੇ ਨਾ। ਪੁਰ ਜਮਖ ਦੇਹੀ ਰੂਪ ਪੁਰੀਆਂ ਤੇ ਖਾ ਨਾਸ ਕਰਨ ਵਾਲਾ ਹੋਵੇ ਜਿਹੜਾ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਉਹਨੂੰ ਕਹੀਏ ਪੁਰਖ। ਛੇਵਾਂ ਅਰਥ ਹੈ ਪੁਰਖ ਦਾ ਪੁਰਸ਼ਾਰਥ ਵਾਲਾ। ਪੁਰਸ਼ਾਰਥ ਤੇ ਪੁਰਖਾਰਥ ਪ੍ਰੈਵਾਚੀ ਸ਼ਬਦ ਨੇ ਤੇ ਉਹ ਨਾਨਕ ਕੇ ਕਰ ਸਦਾ ਪੁਰਖਾਰਥ। ਇਹਦੇ ਚ ਥੋੜਾ ਜਿਹਾ ਭੇਦ ਹੈ ਤੇ ਪੁਰਖਾਰਥ ਭਾਵੇਂ ਉਦਮ ਨੂੰ ਕਹਿੰਦੇ ਤੇ ਪੁਰਸ਼ਾਰਥ ਇੱਕ ਤਾਂ ਹੈ ਜਿਹੜਾ ਪੁਰਸ਼ਾਰਥ ਦਾ ਵਿਸ਼ਾ ਇੱਕ ਪੁਰਸ਼ਾਰਥ ਬਸ ਇੰਨੇ ਭੇਦ ਹੈ ਇਹਦਾ। ਤੇ ਪੁਰਖਤਵ ਭਾਵ ਉਦਮ ਦੇਣ ਵਾਲਾ ਹੈ। ਤੇ ਪੁਰਖ ਮਹਾਤਮਾ ਨੂੰ ਵੀ ਕਹਿੰਦੇ ਨੇ। ਸਤਿਗੁਰ ਕੇ ਆਖੇ ਜੋ ਚਲੇ ਸੋ ਸਤਪੁਰਖ ਭਲ ਭਲਾ। ਪੁਰਖ ਸਤਿਗੁਰਾਂ ਦਾ ਵਾਚਕ ਵੀ ਸ਼ਬਦ ਆਊਗਾ। ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਤ ਸਭ ਕੋਏ। ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ। ਪੁਰਖ ਪਰਮੇਸ਼ਰ ਦਾ ਵਾਚਕ ਵੀ ਆਊਗਾ। ਵਿੱਚ ਕਰਤਾ ਪੁਰਖ ਲੋਆ ਬਾਲ ਨਾ ਬੰਗਾ ਹੋਇਆ। ਕਰਤੇ ਪੁਰਖ ਤਾਲ ਦਿਵਾਇਆ ਇਹ ਕਰਤੇ ਪੁਰਖ ਵਾਹਿਗੁਰੂ ਦਾ ਵੀ। ਤੇ 11ਵਾਂ ਅਰਥ ਹੈ ਪੁਰਖ ਦਾ ਆਤਮਾ ਤੇ ਜੀਵ ਆਤਮਾ ਜਿਹੜਾ ਇਸਨੇ ਪੁਰਖ ਨਾਮ ਆਤਮਾ ਦਾ ਤੇ ਜੀਵ ਆਤਮਾ ਦਾ ਵੀ ਐਸਾ ਹੈ। ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਣੀ। 12ਵਾਂ ਅਰਥ ਹੈ ਵਿਆਪਕ ਸੁੱਧ ਸਰੂਪ ਬ੍ਰਹਮ ਦਾ ਵਾਚਕ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਥੇ ਫੇਰ ਪੁਰਖ ਹੈ। ਪੁਰਖ ਅਕਾਲ ਪੁਰਖ ਦਾ ਵਾਚਕ ਹੈ। ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਤੇ 14ਵਾਂ ਅਰਥ ਪੁਰਖ ਰਿਗ ਵੇਦ ਅਨੁਸਾਰ ਈਸ਼ਵਰ ਦਾ ਵਾਚਕ ਹੈ ਤੇ ਜਿਹਦੇ ਹਜ਼ਾਰੇ ਮੂੰਹ ਹਜ਼ਾਰੇ ਬਾਹਾਂ ਹਜ਼ਾਰੇ ਨਿਜ ਸਹਿਜ ਤਵ ਨੈਣ ਨੈਣ ਹੈ ਤੋਇ ਕੋ। ਉਹਦੇ ਚ ਸਾਰਾ ਵੇੜੇ ਤੋ ਇਹ ਪੁਰਖ ਦੇ ਅਰਥ ਸਨ। ਪੁਰਖ ਦੇ ਜਿਆਦਾ ਅਰਥ ਸੀ। ਨਿਰਭਉ ਉਹ ਭੈ ਤੋਂ ਰਹਿਤ ਹੈ। ਨਾਨਕ ਨਿਰਭਉ ਨਿਰੰਕਾਰ ਸਚ ਏਕ। ਨਿਰਜਮਾ ਭਉ ਨਿਰਵਿਸ਼ੇਸ਼ ਕਰਕੇ ਸਾਰਿਆਂ ਤਾਂ ਹੀ ਭੈ ਦੇਣ ਵਾਲਾ। ਭੈ ਵਿੱਚ ਪਵਨ ਬਹੈ ਸਦਵਾਓ ਭੈ ਵਿੱਚ ਚੱਲੈ ਲਖ ਦਰਿਆਓ। ਤੇ ਤੀਸਰਾ ਅਰਥ ਹੈ ਨਿਰਭਉ। ਦੁਨੀਆ ਦੇ ਵਿੱਚ ਨਿਰਭਉ ਕਹਾਉਣ ਵਾਲੇ ਤਾਂ ਰਾਵਣ ਹਰਨਾਕਸ਼ ਵਰਗੇ ਵੀ ਇਹ ਹੋਏ ਨੇ। ਇਹ ਵੀ ਆਪਣੇ ਆਪ ਨੂੰ ਨਿਰਭਉ ਕਹਾਉਂਦੇ ਸੀ। ਪਰ ਨਿਰਵਿਸ਼ੇਸ਼ ਕਰਕੇ ਭਉ ਭੈ ਦੇਣ ਵਾਲਾ ਬਖਸ਼ਣ ਕਰਨ ਵਾਲਾ ਉਹ ਕੇਵਲ ਅਕਾਲ ਹੈ ਜਿਹਨੇ ਰਾਵਣ ਤੇ ਕੁੰਭਕਰਨ ਵਰਗੇ ਨੂੰ ਬਖਸ਼ਣ ਕਰ ਦਿੱਤਾ। ਚੌਥਾ ਅਰਥ ਹੈ ਨਿਰਭਉ ਨਿਰਵਿਸ਼ੇਸ਼ ਕਰਕੇ ਭਉ ਭਾਵ ਕਲਿਆਣ ਦੇਣ ਵਾਲਾ ਹੋਵੇ ਸੋ ਕਿ ਨਿਰਭਉ। ਨਿਰਭਉ ਭਉ ਭਾਵ ਨਾਮ ਉਤਪਤੀ ਦਾ। ਉਤਪਤੀ ਤੋਂ ਨਿਰਕੀ ਰਹਿਤ ਹੋਵੇ ਸੋ ਕਿ ਨਿਰਭਉ। ਛੇਵਾਂ ਅਰਥ ਹੈ ਨਿਰਭਉ। ਭਉ ਭਾਵ ਨਾਮ ਸੰਸਾਰ ਦਾ ਹੈ ਤੇ ਭਾਵ ਉਹ ਸੰਸਾਰ ਦੀ ਤੇ ਲੁਭਾਇਤਾ ਤੋਂ ਨਿਰਕੀ ਰਹਿਤ ਹੈ। ਇਹਦੇ ਲੁਪਾਈ ਮਾਨਤਾ ਨਹੀਂ ਹੈ ਉਹਦੇ ਵਿੱਚ। ਤੇ ਨਿਰਭਉ ਸਤਵਾਂ ਅਰਥ ਹੈ ਤੇ ਭਵ ਨਾਮ ਆਵਾਗਮਨ ਦਾ ਵੀ ਹੁੰਦਾ ਹੈ। ਨਿਰ ਉਸ ਤੋਂ ਰਹਿਤ ਹੈ। ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮੁਨ ਜਨ ਤਾ ਕੀ ਸੇਵ। ਤੇ ਨਿਰਭਉ ਭਾਵ ਹੈ ਕੋਸ਼ਾਂ ਦੇ ਅਨੁਸਾਰ ਭਰਮਣ ਕਰਨ ਨੂੰ ਵੀ ਪਾਉਣ ਨੂੰ ਵੀ ਕਹਿੰਦੇ ਨੇ। ਉਹ ਸਭ ਥਾਈਂ ਨਿਰਜਤਨ ਸਹਿਜੇ ਭਰਮਣ ਕਰ ਰਿਹਾ ਆਤਮਾ ਰੂਪ ਹੋ ਕਰਕੇ। ਭਰਮਣ ਚ ਨਹੀਂ ਉਹਦੀ ਅਚਲ ਰੂਪ ਹੈ। ਸਹਿਜ ਪਵੈ ਪ੍ਰਭ ਸਭ ਨਹੀਂ ਥਾਈਂ ਇਹ ਪੰਕਤੀ ਹੈ। ਨਿਰਭਉ ਭਾਵ ਹੈ ਇਹਦਾ ਨਾਮ ਭਰਮਣ ਕਰਨ ਦਾ। ਉਹ ਭਾਵ ਭਰਮਣ ਤੋਂ ਨਿਰਕੀ ਰਹਿਤ ਹੈ। ਕੁਟਸਤ ਪਹਾੜ ਦੀ ਨਿਆਈਆਂ ਨਿਰਭਉ ਭਾਵ ਨਾਮ ਜਨਮ ਦਾ ਹੈ। ਇਹ ਅਰਥ ਬਣਿਆ ਕੋਈ ਜਨਮ ਤੋਂ ਨਿਰਕੀ ਅਜਨਮ ਹੈ। ਇਸ ਕਰਕੇ ਉਹਦੇ ਲਈ ਕਿਹਾ ਪਰਮੇਸ਼ਰ ਜਿਹੜਾ ਹੈ ਉਹ ਭਾਵ ਜਨਮ ਤੋਂ ਰਹਿਤ ਹੈ। ਇੱਕ ਇੱਕ ਪਦ ਦੇ ਕਈ ਅਰਥ ਕਦੀ ਨਿਰਵੈਰ ਉਹ ਵੈਰ ਤੋਂ ਰਹਿਤ ਹੈ। ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਤੂੰ ਨਿਰਵੈਰ ਸੰਤ ਤੇ ਨਿਰਮਲ ਨਿਰਾਹਾਰੀ ਕੇਸਵ ਨਿਰਵੈਰਾ। ਜਿਹੜੇ ਹਰਨਾਕਸ਼ ਵਰਗੇ ਪੈਦਾ ਹੋਏ ਉਹ ਬੈਰ ਕਰਨ ਵਾਲੇ ਹੋਏ ਨੇ, ਨਿਰਵੈਰ ਨਹੀਂ ਹੋਏ। ਉਹਨਾਂ ਦੇ ਬੈਰ ਭਾਵ ਨਿਰਵਿਰਤ ਕਰਨ ਵਾਲਾ ਹੈ।
ਮੇਟਣ ਵਾਲਾ ਹੈ। ਅਕਾਲ ਮੂਰਤ ਉਹਦਾ ਅਕਾਲ, ਕਾਲ ਨਾਮ ਹੈ ਮੌਤ ਦਾ, ਆ ਹੈ ਰਹਿਤ ਦਾ ਨਾਮ। ਉਹਦੀ ਹਸਤੀ, ਉਹਦਾ ਸਰੂਪ, ਮੂਰਤ ਸਰੂਪ ਦਾ ਨਾਮ ਕਾਲ ਤੋਂ ਰਹਿਤ ਹੈ। ਤੂੰ ਅਕਾਲ ਪੁਰਖ ਨਾ ਹੀ ਸਿਰਕਾਲਾ। ਉਹਦਾ ਆ ਕੀ ਅਕਾਲ, ਕਾਲ ਕਲਪਨਾ ਤੋਂ ਆ ਕੀ ਰਹਿਤ ਮੂਰਤ ਸਰੂਪ ਹੈ। ਜੈਸਾ ਕਿ ਕਾਲ ਕਲਪਨਾ ਕਦੇ ਨਾ ਖਾਏ, ਆਜਮ ਕਾਲ, ਕਾਲ ਨਾਮ ਕਲੰਕ ਦਾ, ਕਲੰਕ ਤੋਂ ਵੀ ਆ ਕੀ ਰਹਿਤ ਹੈ। ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਤੇ ਆਜਮ ਕਾਲ, ਕਾਲ ਨਾਮ ਦੁਰਭਿਖ ਦਾ, ਉਹਦੀ ਹਸਤੀ ਦੁਰਭਿਖ ਤੋਂ ਵੀ ਆ ਕੀ ਰਹਿਤ ਹੈ। ਪੰਜਵਾਂ ਅਰਥ ਹੈ ਆਜਮ ਕਾਲ, ਕਾਲ ਕਾਲ, ਤੇ ਜਿਹੜਾ ਕਾਲ ਹੈ ਫਿਲਾਂਤਬ ਜੀ ਕਾਲ ਪੈ ਗਿਆ ਜੀ, ਉਹ ਇਸ ਤੋਂ ਵੀ ਰਹਿ ਸਦਾਵੰ ਸਦਾ ਹੈ, ਸਦਾ ਹੀ ਹਮੇਸ਼ਾ ਰਹਿਣ ਵਾਲਾ ਹੈ। ਤੇ ਐਸੇ ਸਰੂਪ ਜਿਹੜਾ ਸਾਰਿਆਂ ਦਾ ਕਾਲ, ਕਾਲਾਂ ਦੇ ਵਿੱਚ, ਹਰ ਸਮਿਆਂ ਦੇ ਵਿੱਚ ਹੋਣ ਕਰਕੇ ਐਸਾ ਪਰਮੇਸ਼ਰ ਹੈ। ਆਜਮਾ ਕਾਲ ਸਮੇਂ ਦਾ ਨਾਮ ਹੈ, ਭੂਤ ਭਵਿੱਖ ਵਰਤਮਾਨ ਸਮੇਂ ਤੋਂ ਆ ਕੀ ਰਹਿਤ ਹੈ, ਉਹਦੇ ਤੇ ਇਹ ਸਮਾਂ ਨਹੀਂ। ਅਕਾਲ ਕਾਲੇ ਅਗਿਆਨ ਤੋਂ ਆ ਕੀ ਰਹਿਤ, ਜਿਹੜਾ ਆਜਮਾ ਕਾਲ, ਕਾਲ ਕਾਲੇ ਅਗਿਆਨ ਤੋਂ ਆ ਕੀ ਰਹਿਤ, ਉਸ ਨੂੰ ਉਹਦੀ ਮੂਰਤ ਹਸਤੀ ਹੈ। ਅਕਾਲ ਮੂੰਹ ਰਤ, ਉਸ ਅਕਾਲ ਪੁਰਖ ਵਾਹਿਗੁਰੂ ਜੀ ਮੂੰਹ ਕੀ ਮੇਰੀ ਰਤ ਪ੍ਰੀਤੀ ਹੈ। ਅੱਕਾ ਜਮਾ ਲਾ, ਤੇ ਅਕਾਲ ਮਤਲਬ ਲੱਲਾ ਵੱਖਰਾ ਕਰਕੇ ਅੱਕਾ ਦੁੱਖ ਨੂੰ ਕਹਿੰਦੇ ਨੇ, ਲਾ ਲੈ ਕਰਨ ਵਾਲਾ ਮੂਰਤ ਹਸਤੀ, ਦੁੱਖਾਂ ਨੂੰ ਨਿਵਰਤ ਕਰਦਾ, ਉਹਦੇ ਚ ਕੋਈ ਦੁੱਖ ਨਹੀਂ ਹੈ। ਅਜੂਨੀ ਸੈਭੰ, ਉਹ ਜੂਨਾ ਦੇ ਵਿੱਚ ਨਹੀਂ ਆਉਣ ਵਾਲਾ, ਅਜਨਮ ਸਰੂਪ ਹੈ। ਸੋ ਮੁਖ ਜਲੋ ਜਿਤ ਕਹੇ ਹੈ ਠਾਕੁਰ ਜੋਨੀ, ਆਦ ਅਜੋਨ ਅਜੈ ਅਵਨਾਸੀ, ਤੇ ਪਰਮੇਸ਼ਰ ਜਾਨੋ। ਉਹ ਵਾਹਿਗੁਰੂ ਅੱਜ ਊਨੀ, ਅੱਜ ਬਰਮਾ ਆਦ ਤੋਂ, ਇਹ ਜਿਹੜੇ ਬਰਮਾ ਆਦ ਵੀ ਨੇ, ਤੇ ਉਹ ਵੀ ਉਹਦੇ ਮੂਹਰੇ ਊਣੀ ਨੇ, ਉਹ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਸਾਮੇ ਦੇ ਬਰਾਬਰ ਨਹੀਂ ਹੋ ਸਕਦੇ। ਇਸ ਕਰਕੇ ਅਜੋਨੇ ਨਾਲ ਜੋਨ ਦਾ, ਜੋਨ ਦਾ ਕਾਰਨ ਹੀ ਹੈ। ਤੇ ਇਸ ਕਰਕੇ ਉਹ ਪਰਮੇਸ਼ਰ ਅੱਜ ਊਨੀ, ਅੱਜ ਨਾਮ ਕਾਮਦੇਵ ਦਾ ਹੈ, ਉਹਦੇ ਚ ਸੁੰਦਰਤਾ ਮੰਨੀ ਹੈ, ਉਹ ਵੀ ਉਹਦੇ ਅੱਗੇ ਊਣਾ ਹੈ। ਅਤ ਸਵਾਲਿਓ ਕਿਹਾ ਜਪਜੀ ਸਾਹਿਬ ਦੇ ਵਿੱਚ, ਅੱਗੇ ਸ਼ਬਦ ਆਉਣਗੇ। ਅੱਜ ਜਮਾਉਣੀ ਕੋਰਸਾਂ ਅਨੁਸਾਰ ਅੱਜ ਨਾਮ ਚੰਦਰਮਾ ਦਾ, ਚੰਦਰਮਾ ਚ ਠੰਡ ਹੈ, ਸ਼ਾਂਤੀ ਹੈ, ਮਿੱਠਾ ਪ੍ਰਕਾਸ਼ ਹੈ। ਪ੍ਰਭੂ ਕੇ ਅਗ ਚੰਦਰਮਾ, ਸੈਂਕੜੇ ਚੰਦਰਮਾ ਵੀ ਊਣੇ ਨਹੀਂ ਹੋਣ। ਉਹ ਚੰਦਰਮਾ ਦੇ ਵਿੱਚ ਇਸ ਤਰ੍ਹਾਂ ਨਮੋ ਚੰਦਰ ਚੰਦਰੇ ਵੀ ਕਿਹਾ ਮਹਾਰਾਜ ਨੇ, ਆਕਾਸ਼ੀ ਚੰਦਰਮਾ ਜਿਹੜੇ ਨੇ, ਇਹ ਵੀ ਉਹਦੀ ਕੋਈ ਰੀਸ ਨਹੀਂ ਕਰ ਸਕਦੇ। ਸਹਿਪੰਗ ਦਾ ਅਰਥ ਹੈ, ਸਹਿਪੰਗ ਸੁਤੇ ਪ੍ਰਕਾਸ਼, ਤੇ ਪਿੱਛੇ ਵੀ ਅਰਥ ਇਹਦਾ ਸਹਿਪੰਗ, ਉਹ ਪਰਮੇਸ਼ਰ ਸਹਿ ਸੈਂਕੜਿਆਂ ਨੂੰ ਭੰਗ ਭੰਨਣ ਵਾਲਾ ਹੈ। ਸਹਿ ਭੰਗ ਉਹ ਸੰਗ ਪ੍ਰਕਾਸ਼ ਰੂਪ ਹੈ। ਸੁਤੇ ਸਹਿਪੰਗ ਉਹੀ ਸੈਂਕੜਿਆਂ ਨੂੰ, ਭਾਵ ਜੀਵਾਂ ਨੂੰ ਭੰਗ ਪ੍ਰਕਾਸ਼ਣ ਵਾਲਾ ਹੈ। ਸਹਿਪੰਗ ਜਿਹਦੀ ਹਸਤੀ ਕਿਸੇ ਦੇ ਨਿਮਿਤ ਕਰਕੇ ਨਹੀਂ ਹੈ, ਆਪਣੇ ਆਪ ਹੈ, ਸੁਤੇ ਪ੍ਰਕਾਸ਼ ਹੈ। ਤੋ ਇਸ ਕਰਕੇ ਅੱਗੇ ਹੁਣ ਦੱਸਦੇ ਹਨ, ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ, ਗੁਰ ਪੂਜਨੀਕ ਹੈ, ਸਭ ਸ੍ਰਿਸ਼ਟੀ ਦੇ ਗੁਰ ਸਰੂਪ ਹੋਣ ਕਰਕੇ। ਤੇ ਗੁਰ ਗੋ ਜਮਾ ਰੂ, ਗੋ ਅਗਿਆਨ ਦਾ, ਅੰਧਕਾਰ ਦਾ ਨਾਸ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਹੈ। ਸ਼ਿਵ ਸੰਗਤਾਂ ਦੇ ਵਿੱਚ ਗੋ ਨਾਮ ਅੰਧੇਰੇ ਦਾ ਅਰਥ ਕੀਤਾ ਹੈ। ਸ਼ਾਮ ਵੇਦ ਦੀਆਂ ਰੀਚਾਂ ਦੇ ਵਿੱਚ ਰੂ ਨਾਮ ਪ੍ਰਕਾਸ਼ ਦਾ। ਤੇ ਭਾਵ ਕੀ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਸੋ ਕੀ ਗੁਰੂ। ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਨ ਚਿਤ। ਬਾਣੀ ਮੁਖੋਂ ਉਚਾਰੀ ਹੈ, ਹੋਏ ਰਸਨਾਰੀ ਮਿਟੇ ਅੰਧਿਆਰਾ। ਇਹ ਪ੍ਰਮਾਣਾਂ ਦੇ ਨਾਲ ਫਿਰ ਉਹ ਗੱਲ ਸਿੱਧ ਹੋ ਜਾਂਦੀ ਹੈ। ਗੁਰਨਾਮ ਵੱਡੇ ਦਾ ਹੁੰਦਾ ਹੈ, ਪਰਮੇਸ਼ਰ ਸਭ ਤੋਂ ਵੱਡਾ ਹੈ, ਮੁੱਢ ਸਰੂਪ ਹੈ। ਤੂੰ ਸੱਚਾ ਸਾਹਿਬ ਅਤ ਵੱਡਾ, ਤੋਹਿ ਜੇ ਵੱਡ ਤੂੰ ਵੱਡ ਵੱਡੇ, ਤੇਰੀ ਵੱਡਾ ਕੋਈ ਹੋ ਨਹੀਂ। ਗੁਰ ਸ਼ਬਦ ਗ੍ਰੀ ਧਾਤੂ ਤੋਂ ਬਣੇ, ਜਿਹਦੇ ਅਰਥ ਨਿਕਲਣਾ, ਨਿਕਲ ਜਾਣਾ, ਖਤਮ ਕਰ ਦੇਣਾ। ਤੇ ਅਗਿਆਨ ਵਿਨਾਸ਼ਨ ਤਮਹਰਨ, ਅਗਿਆਨ ਨੂੰ ਨਿਗਲ ਜਾਂਦਾ ਹੈ। ਤੇ ਇਸ ਕਰਕੇ ਗਿਆਨ ਨੂੰ ਪ੍ਰਕਾਸ਼ ਕਰਨ ਵਾਲਾ। ਤੇ ਇਸ ਕਰਕੇ ਵੀ ਗੁਰ ਕਿਹਾ ਹੈ, ਸਿੱਖਾਂ ਨੂੰ ਤਤ ਗਿਆਨ ਜੋ ਦੇਵੇ। ਤੇ ਗ੍ਰੀ ਧਾਤੂ ਤੋਂ ਗਿਰ ਸ਼ਬਦ, ਉਹਦਾ ਅਰਥ ਬਣਦਾ ਹੈ ਪਹਾੜ, ਵੱਡਾ। ਵੱਡੇ ਤੇ ਭਾਵ ਹੈ ਬਾਣੀ, ਗੁਰੂ, ਗੁਰੂ ਹੈ ਬਾਣੀ, ਬਾਣੀ ਸਾਰਿਆਂ ਤੋਂ ਵੱਡੀ ਹੈ। ਤੇ ਪਹਾੜ ਦੇ ਅਰਥ ਦੇ ਵਿੱਚ ਗਿਰ ਨਾਮ ਭਾਰੀ ਦਾ ਹੈ, ਉਹ ਭਾਰੀ ਹੈ। ਤੂੰ ਪ੍ਰੀਤਮ ਠਾਕਰ ਅਤ ਭਾਰੀ। ਗਿਰ ਨਾਮ ਅਚਲ ਦਾ ਹੈ, ਅਚਲ ਮੂਰਤ ਅਨਪਉ ਪ੍ਰਕਾਸ਼ ਮਤੋਜ ਕਹੀ ਜਾਏ। ਤੇ ਗਿਰ ਨਾਮ ਪਹਾੜ ਨੂੰ ਕਹਿੰਦੇ ਨੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਕਹੀ ਮੈਂ ਤੇਰੀ ਹੋਂ, ਵਾਰੀ ਵੰਝਾਂ ਘੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ। ਤੇ ਇਹ ਚੇਤਨ ਦੇ ਸਰੂਪ ਦੇ ਅਚਲ ਸਰੂਪ, ਪੂਜਨੀਕ, ਪ੍ਰਕਾਸ਼ਕ, ਆਸੁਰ ਸੰਪਦਾ ਨੂੰ ਨਿਗਰਨ ਵਾਲਾ, ਸਭ ਤੋਂ ਵੱਡਾ, ਪਰਬਤਾਂ ਦੀ ਨਿਆਣੀ, ਇਹ ਇਹਦੇ ਅਰਥ ਹੋਏ।
ਤੇ ਪ੍ਰਸਾਦ ਆਨੰਦ ਸਰੂਪ। ਪਰ ਜਮਾ ਸਾਧ, ਸਾਧ ਸਵਾਦਾਂ ਤੋਂ ਪਰ ਕੀ ਹੈ, ਪਰੇ ਹੈ। ਪ੍ਰਸਾਦ ਪ੍ਰਸਾਦਨ, ਮੰਦਰ ਦੀ ਨਿਆਈ ਸਬਦਾ ਦੇ ਸਥਾਨ ਹੈ। ਪ੍ਰਸਾਦ ਕਿਰਪਾ ਦੇ ਕਰਨ ਵਾਲਾ ਹੈ। ਪ੍ਰਸਾਦ ਪ੍ਰਸੰਨ ਸਰੂਪ ਹੈ। ਤੇ ਗੁਰ ਪ੍ਰਸਾਦ ਇਕੱਠੇ ਦਾ ਅਰਥ ਕਰੀਏ, ਗੁਰੂ ਦੀ ਕਿਰਪਾ ਦੇ ਨਾਲ ਐਸਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਗੁਰੂ ਕਿਰਪਾ ਜੈ ਨਰਕੋ ਕੀਨੀ ਤਹਿ ਜੁਗਤ ਪਛਾਨੀ। ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਐਸਾ ਨਹੀਂ ਹੋ ਸਕਦਾ। ਸੋ ਤੀਸਰਾ ਹੁਣ ਵਿਖਿਆਨ ਦਾ ਜਿਹੜਾ ਪ੍ਰਕਾਰ, ਜਿਹੜੇ ਉਹ 6 ਸੀ, ਉਹਦੇ ਚ ਹੁਣ ਤੀਸਰਾ 2 ਸਮਾਪਤ ਹੋ ਗਏ। ਵਿਉਂਤਪਤੀ ਕਰਕੇ ਯੋਜਨਾ ਦੇ ਅਨੁਸਾਰ, ਵਿਆਕਰਨ ਦੇ ਅਨੁਸਾਰ ਗੁਰਪਦ ਨੂੰ ਸੰਸਕ੍ਰਿਤ ਦੇ ਗ੍ਰੀ ਧਾਤੂ ਤੋਂ ਬਣਿਆ ਸਮਝ ਕੇ ਨਾ, ਇਹਦਾ ਨਿਗਲਣਾ, ਜਿਹੜਾ ਅਗਿਆਨ ਨੂੰ ਨਿਗਲ ਜਾਣਾ, ਤੇ ਉਹਨੂੰ ਗੁਰੂ ਕਹਿੰਦੇ ਨੇ। ਗਿਰ ਸ਼ਬਦ ਦੀ ਇਸੇ ਧਾਤੂ ਤੋਂ ਬਣਿਆ ਹੋਣ ਕਰਕੇ ਤੇ ਇਹਦੇ ਜਿਹੜੇ ਬਾਕੀ ਦੇ ਬਾਣੀ, ਪਰਬਤ, ਆਕਾਸ਼, ਅਚਲ ਆਦਿ ਇਹ ਵਿਸ਼ੇਸ਼ਣ ਲਾਏ। ਤੇ ਚੌਥਾ, ਇਸੇ ਮੰਤਰ ਵਿੱਚ ਪਦਾਂ ਦੀ ਅੱਗੇ ਪਿੱਛੇ ਕਰਕੇ ਅਨਵੇਂ ਅਰਥ ਕਰਕੇ ਅਰ ਕਰਨੇ, ਇਹ ਉਹਦਾ ਵਿਖਿਆਨ ਦਾ ਚੌਥਾ ਚੱਲ ਪਿਆ। ਜਪ ਤੇ ਜਪ ਜੋ ਜਪਣ ਯੋਗ ਹੈ। ਜਪ ਜਾਂ ਪੈਦਾ ਹੋਏ ਜੀਵਾਂ ਦੇ ਚਿੱਤਾਂ ਨੂੰ ਪੂ ਨਾਮ ਪਵਿੱਤਰ ਕਰਨ ਵਾਲਾ ਹੋਵੇ, ਸੋ ਕੀ ਹੈ ਜਪ। ਅਧਿਕਾਰੀਆਂ ਦੇ ਚਿੱਤਾਂ ਵਿੱਚ ਜਾ ਜਮਾ ਪੂ ਪੂਰਨ ਗਿਆਨ ਨੂੰ ਜਾ ਪੈਦਾ ਕਰ ਦੇਵੇ, ਸੋ ਕੀ ਹੈ ਜਪ। ਹੁਣ ਇਹਦੇ ਅਨਵੇਂ ਲੱਗਣਗੇ, ਜਿਵੇਂ ਉਹਨਾਂ ਨੇ ਕਿਹਾ ਸੀ ਵੀ ਉਹ ਇਹਦੇ ਚ ਅਨਵੇਂ ਰੀਤ ਖਟ ਅੰਗਾਂ ਦੇ ਵਿੱਚ ਜਿਹੜੀ ਸੀ। ਤੇ ਜਪ ਨੂੰ ਪੱਪੇ ਨੂੰ ਪਹਿਲਾਂ ਕਰ ਲਓ, ਪੱਪੇ ਦਾ ਅਰਥ ਪੋ ਜਮਨ ਚ, ਤੇ ਫਿਰ ਇਹਦਾ ਬਣ ਜੂ ਪੁੱਜ। ਪਰਮਾਤਮਾ ਦਾ ਜਾਪ ਕਰਨ ਵੇਲੇ ਪਰਮਾਤਮਾ ਤੱਕ ਪੱਜ ਕੇ ਉਪੜ ਜਾਂਦੇ ਨੇ। ਤੇ ਇਸ ਤੋਂ ਅੱਗੇ ਫਿਰ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ। ਆਦ ਸੱਚ, ਉਹ ਪਰਮੇਸ਼ਰ ਸਾਰਿਆਂ ਦੇ ਆਦ ਮੁੱਢ ਵਿੱਚ ਸੱਚ ਸਰੂਪ, ਤੇ ਜੁਗਾਦ, ਜੁਗ ਆਦ ਰਚੇ ਗਏ। ਤੇ ਜੁਗਾਦ ਪਰਮੇਸ਼ਰ ਜੁਗ ਆਦ ਦੇ ਮੁੱਢ ਦੇ ਵਿੱਚ ਵੀ ਸਤਿਯੁਗ ਤ੍ਰੇਤਾ ਦੁਆਪਰ ਜਿਵੇਂ ਪਿਛੇ ਉਹਦੇ ਵਿੱਚ ਵੀ ਸੱਚ ਸਰੂਪ ਹੈ। ਹੈ ਵੀ ਸੱਚ, ਹੁਣ ਵਰਤਮਾਨ ਸਮੇਂ 'ਚ ਵੀ ਸੱਚ ਸਰੂਪ ਹੈ ਉਹ ਪਰਮੇਸ਼ਰ। ਨਾਨਕ ਹੋਸੀ ਵੀ ਸੱਚ, ਤੇ ਉਹ ਪਰਮੇਸ਼ਰ ਆਉਣ ਵਾਲੇ ਸਮੇਂ 'ਚ ਵੀ ਸੱਚ ਸਰੂਪ ਹੋਸੀ ਹੋਵੇਗਾ। ਹੋਸੀ ਵੀ ਸਦੀਵ ਰਹਿਣ ਵਾਲਾ। ਪੰਜਵਾਂ ਵਿਖਿਆਨ ਦੇ ਪੰਜਵੇਂ ਅੰਗ ਦਾ ਪ੍ਰਸ਼ਨ ਸ਼ੰਕਾ ਹੁੰਦਾ ਹੈ। ਛੇਵਾਂ ਵਿਖਿਆਨ ਦੇ ਛੇਵੇਂ ਅੰਗ ਅਨੁਸਾਰ ਉਹਦਾ ਸਮਾਧਾਨ ਹੁੰਦਾ ਹੈ। ਇਹ ਜਿਹੜੇ 4 ਤਾਂ ਇੱਥੇ ਹੋ ਗਏ, ਜਿਹੜੇ 2 ਨੇ ਉਹ ਫਿਰ ਅਗਲੇ ਅਰਥ ਤੀਸਰੇ ਅਰਥ ਚ ਹੋਣਗੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ